ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸੰਗਤੀ ਰੂਪ ਦੇ ਵਿੱਚ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹੈਗਾ ਕਬੀਰ ਸਾਹਿਬ ਦੇ ਜਿਹੜੇ ਸ਼ਲੋਕ ਲੈ ਰਹੇ ਹਾਂ ਉਹ 201ਵਾਂ ਸ਼ਲੋਕ ਆਪਾਂ ਲੈ ਰਹੇ ਹਾਂ। 1375 ਅੰਗ ਹੈਗਾ 1375। ਜਸਵਿੰਦਰ ਜੀ ਇਹ ਤੁਹਾਡਾ ਮਾਈਕ ਬੰਦ ਕਰ ਦਿਓ ਪਲੀਜ਼। ਦੇਖੋ ਤੁਸੀਂ ਕੁਝ ਕਰ ਰਹੇ ਹੋ ਅਤੇ ਸਾਨੂੰ ਆ ਰਿਹਾ ਉਹ ਪੂਰਾ ਸ਼ੋਰ ਆ ਰਿਹਾ ਜੀ। ਜਸਵਿੰਦਰ ਹਾਂਜੀ ਬਸ ਇਹ ਆਪਾਂ ਇਹ ਗੱਲ ਹਮੇਸ਼ਾ ਯਾਦ ਰੱਖੀਏ ਵੀ ਮਾਈਕ ਨਹੀਂ ਖੁੱਲ੍ਹਾ ਹੋਣਾ ਚਾਹੀਦਾ ਕਿਉਂਕਿ ਆਪਾਂ ਆਪਣੇ ਸਰਾਊਂਡਿੰਗ ਦਾ ਜਿਹੜਾ ਸ਼ੋਰ ਹੈਗਾ ਉਹ ਜ਼ਰੂਰ ਪਿਕ ਹੋ ਜਾਏਗਾ ਉਸੇ ਟਾਈਮ। ਕਿਉਂਕਿ ਆਪਾਂ ਜਿਹੜੇ ਹੈਗੇ ਬੈਠ ਕੇ ਜਾਂ ਕੋਈ ਨਾ ਕੋਈ ਕੰਮ ਆਪਾਂ ਕਰਦੇ ਵੀ ਕਿਉਂਕਿ ਬੀਬੀਆਂ ਨੂੰ ਤਾਂ ਬਥੇਰੇ ਕੰਮ ਹੁੰਦੇ ਆ, ਇਸ ਟਾਈਮ ਦਾ ਰੋਟੀ ਦਾ ਟਾਈਮ ਆ ਅਤੇ ਫਿਰ ਵੀ ਜਿਹੜਾ ਹੈਗਾ ਕਿੰਨਾ ਜਿਹੜਾ ਹੈਗਾ ਉਹਨਾਂ ਦੇ ਅੰਦਰ ਚਾਅ ਹੁੰਦਾ ਹੈ। ਪਰ ਆਹ ਜਿਹੜਾ ਹੈਗਾ ਜ਼ਰੂਰ ਇਹਨੂੰ ਦੇਖ ਲੈਣਾ, ਇਹ ਜਿਹੜਾ ਹੈਗਾ ਫਾਉਲ ਹੋ ਜਾਂਦਾ ਹੈ ਐਕਚੁਅਲੀ, ਇਹਨੂੰ ਆਪਾਂ ਨੇ ਖਿਆਲ ਰੱਖਣਾ ਹੈ। ਸੰਗਤ ਹੈ ਨਾ, ਸੰਗਤੀ ਰੂਪ ਦੇ ਵਿੱਚ ਆਪਾਂ ਕਰ ਰਹੇ ਹਾਂ ਔਰ ਇਹ ਜਿਹੜਾ ਹੈਗਾ ਇਹ ਗਿਆਨ ਨੇ ਜਿਹੜਾ ਹੈਗਾ ਗਾਹਾਂ ਜਿਹੜਾ ਹੈਗਾ ਕੀ ਪਤਾ ਕਿੱਥੇ ਕਿਹਨੂੰ ਜਗਾ ਦੇਣਾ ਇਹਨੇ। ਕਬੀਰ ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ, ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੇ ਕੋਏ। ਕਬੀਰ ਜੀ ਕਹਿੰਦੇ ਕਿ ਲੇਖਾ ਤੇਰੇ ਕੋਲੋਂ ਲੈਣਾ ਹੈ ਭਾਈ, ਕਿਉਂਕਿ ਆਪਾਂ ਦੁਨੀਆ ਦੇ ਵਿੱਚ ਆਏ ਹਾਂ। ਅਮਲ ਸਿਰਾਨੋ ਕਬੀਰ ਜੀ ਕਹਿੰਦੇ ਲੇਖਾ ਦੇਣਾ, ਅਮਲ ਸਿਰਾਨੋ ਲੇਖਾ ਦੇਣਾ, आए कठिन दूत जम लेना, क्या तैं खटिया कहाँ गवाया, चलो सिताब दीवाने बुलाया, चलो सिताब दीवाने बुलाया, हर फुरमान दरगाह का आया, रहाओ आ लेखा हैगा भाई। ਕਿਉਂਕਿ ਆਪਾਂ ਨੂੰ ਮਾਲਕ ਜਿਹੜਾ ਹੈਗਾ ਸਾਰਾ ਕੁਛ ਮਾਲਕ ਦਾ ਹੈਗਾ, ਆਪਣਾ ਕੁਛ ਵੀ ਨਹੀਂ ਹੈਗਾ। ਆਪਣੀ ਹਉਮੈ ਹੈਗੀ, ਫੋਕੀ ਹਉਮੈ ਆਪਣੀ ਹੈਗੀ, ਉਹ ਆਪਣੀ ਹੈਗੀ, ਉਹਨੂੰ ਆਪਾਂ ਨੇ ਛੱਡਣਾ ਹੈ। ਆਪਾਂ ਖਾਮ ਖਾਈ ਜਿਹੜੇ ਹੈਗੇ ਕੁਛ ਬਣੇ ਹੋਏ ਆ ਜੋ ਜਦ ਕਿ ਆਪਾਂ ਹੈ ਨਹੀਂ ਗੇ ਕੁਛ ਵੀ। ਇਹ ਸਰੀਰ, ਇਹ ਮਨ, ਇਹਦੇ ਅੰਦਰ ਸੁਰਤ ਮਤ ਮਨ ਬੁੱਧ ਸਾਰਾ ਕੁਛ ਜੋ ਵੀ ਆਪਾਂ ਨੂੰ ਰਿਸ਼ਤੇਦਾਰੀਆਂ, ਜੋ ਬੱਚੇ, ਘਰ ਵਾਲੀ, ਫਲਾਨਾ ਟਿਮਕਾ, ਜੋ ਕੁਛ ਵੀ ਹੈਗਾ ਆਪਣੇ ਕੋਲ ਸਾਰਾ ਦਾ ਸਾਰਾ ਉਸ ਮਾਲਕ ਪਰਮਾਤਮਾ ਦਾ ਹੈਗਾ। ਆਪਣਾ ਕੁਛ ਵੀ ਨਹੀਂ ਆ। ਆਪਾਂ ਨੂੰ ਮਾਲਕ ਨੇ ਮਨੁੱਖੀ ਜੂਨ ਦਿੱਤੀ ਹੋਈ ਆ, 84 ਲੱਖ ਜੂਨਾਂ ਹੈਗੀਆਂ, ਉਸ ਤੋਂ ਉੱਪਰਲੀ ਆਪਣੀ ਵਾਰੀ ਆਈ ਹੋਈ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਸ਼ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿਉਂਕਿ ਲੇਖਾ ਦੇਣਾ ਹੈ ਭਾਈ, ਲੇਖਾ ਦੇਣਾ ਪਊਗਾ। ਲੇਖਾ ਕਿਉਂ ਦੇਣਾ ਹੈ? ਲੇਖਾ ਇਸ ਵਾਸਤੇ ਦੇਣਾ ਹੈ ਕਿ ਆਪਾਂ ਜਿਹੜੇ ਹੈਗੇ ਵੀ ਆਹ ਜੂਨ ਦਿੱਤੀ ਸੀਗੀ ਅਤੇ ਤੈਨੂੰ ਹੁਣ ਕਿਹੜੀ ਜੂਨ 'ਚ ਭੇਜੀ ਆ ਹੁਣ, ਕਿਉਂਕਿ ਸਮਾਂ ਨਿਰਧਾਰਿਤ ਹੈਗਾ, ਉਮਰ ਖਤਮ ਹੋ ਗਈ। ਹੁਣ ਜਿਹੜਾ ਹੈਗਾ ਉੱਥੇ ਜਿਹੜਾ ਹੈਗਾ ਕਿਉਂਕਿ ਰੂਹ ਹੈ, ਰੂਹ ਨੂੰ ਕਿਤੇ ਨਾ ਕਿਤੇ ਤਾਂ ਡਿਸਪੋਜ਼ਲ ਕਰਨਾ ਪਊਗਾ। ਅਤੇ ਲੇਖਾ ਇਸ ਵਾਸਤੇ ਹੈ ਆਪਣੇ ਜਿਹੜੇ ਕਰਮਾਂ ਦਾ ਹਿਸਾਬ ਹੋਣਾ ਹੈ ਔਰ ਇਸ ਦੇ ਨਾਲ ਅਗਲੀ ਅਗਾਹਾਂ ਦੀ ਯਾਤਰਾ ਜਿਹੜੀ ਇਹਦੇ ਨਾਲ ਸ਼ੁਰੂ ਹੁੰਦੀ ਹੈ, ਚੱਲਦੀ ਹੈ ਯਾਤਰਾ। ਜੇ ਹੁਣ ਕਾਮ ਦੇ ਵਿੱਚ ਫਸਿਆ ਹੈ ਕੋਈ ਇਨਸਾਨ, ਅਵਗੁਣ ਹੈਗੇ, ਮਾਲਕ ਨੇ ਚੋਗਾ ਪਾਇਆ ਅਤੇ ਜੇ ਆਪਾਂ ਅਵਗੁਣਾਂ ਦੇ ਵਿੱਚ ਹੀ ਸਾਰੀ ਉਮਰ ਲੰਘਾ ਦਿੱਤੀ, ਸਵਾਦ ਜੀਭ ਦੇ ਸਵਾਦਾਂ ਦੇ ਉੱਤੇ ਹੀ ਉਮਰ ਲੰਘਾ ਦਿੱਤੀ, ਹੋਰ ਜਿਹੜੇ ਸਵਾਦ ਦੁਨੀਆ ਦੇ ਪਦਾਰਥ ਪਏ ਚੋਗਾ ਪਿਆ ਆ। ਜੇ ਇਸੇ ਵਾਸਤੇ ਜਿਸ ਦੇ ਵਿੱਚ ਕਾਰਨਸ਼ੀਲ ਇਹਨੂੰ ਕਹਿੰਦੇ, ਜਿੱਥੇ ਆਪਾਂ ਨੇ ਸਵਾਸ, ਜਿੱਥੇ ਜਿਹੜੇ ਸ਼ੌਕ, ਜਿੱਥੇ ਆਪਾਂ ਨੇ ਜਿਹੜੇ ਹੈਗੇ ਰਸ ਪਦਾਰਥ ਜਿਹੜੇ ਭੋਗਣ ਦੇ ਵਿੱਚ ਮੈਕਸੀਮਮ ਸਮਾਂ ਲਗਾਇਆ, ਅਤੇ ਧਰਮਰਾਜ ਕਹਿੰਦਾ ਫਿਰ ਤੈਨੂੰ ਮਨੁੱਖ ਜੂਨ ਦੀ ਲੋੜ ਨਹੀਂ ਹੈਗੀ, ਕਿਉਂਕਿ ਤੇਰੀ ਡਿਮਾਂਡ ਆਹ ਹੈਗੀ, ਤੈਨੂੰ ਆਹ ਸਵਾਦ ਚਾਹੀਦਾ ਹੈ। ਬਸ ਤੇਰੇ ਅੰਦਰ ਜਿਹੜਾ ਹੈਗਾ ਆਹ ਇੱਛਾ ਸੀਗੀ, ਆਹ ਇੱਛਾ ਹੈਗੀ, ਤੇਰਾ ਕਾਰਨਸ਼ੀਲ ਹੈਗਾ, ਉਹ ਜੂਨ ਦੇ ਦਿੰਦਾ। ਉਹ ਕਾਮ ਹੈ, ਹਾਥੀ ਦੀ ਜੂਨ ਦੇ ਦੂਗਾ। ਖਾਣ ਦਾ ਸਵਾਦ ਹੈਗਾ, ਮੱਛੀ ਦੀ ਜੂਨ ਦੇ ਦੂਗਾ। ਮਾਸ ਮੀਟ ਜੋ ਹੈਗਾ ਮਾਸਾਹਾਰੀ ਬਣਾ ਦੂਗਾ। ਜੋ ਵੀ ਮਾਲਕ ਨੇ ਬਣਾਉਣਾ ਹੈਗਾ ਉਹਨੇ ਬਣਾ ਦੇਣਾ ਹੈ, ਕਿਉਂਕਿ ਉਹਨੇ ਜਿਹੜਾ ਹੈਗਾ ਆਪਣੀ ਡਿਮਾਂਡ, ਆਪਾਂ ਮਾਲਕ ਦੇ ਪੁੱਤ ਹੈਗੇ ਆ, ਉਹਨੇ ਆਪਣੀ ਡਿਮਾਂਡ ਪੂਰੀ ਕਰਨੀ ਹੈ ਮਾਲਕ ਨੇ, ਜੋ ਆਪਣੀ ਇੱਛਾ ਹੈਗੀ।
ਆਪਾਂ ਇੱਛਾਧਾਰੀ ਹੈਗੇ ਹਾਂ। ਕਬੀਰ ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ। ਕਹਿੰਦੇ ਦੇਖ ਲਾ ਪਿਆਰਿਆ, ਸੂਚੀ ਦਾ ਮਤਲਬ ਹੈ ਸੁੱਚਾ ਹੋਊਗਾ। ਸੁੱਚਾ ਕੀ ਹੁੰਦਾ ਹੈ? ਸੁੱਚਾ ਹੁੰਦਾ ਤੇ ਝੂਠਾ ਵੀ ਹੁੰਦਾ, ਝੂਠੇ ਦਾ ਉਲਟਾ ਸੁੱਚਾ ਹੁੰਦਾ। ਝੂਠਾ ਕੀ ਹੈਗਾ? ਜੋ ਆਕਾਰ ਦੁਨੀਆ ਦੇ ਸਵਾਦ ਪਾਏ ਹੋਏ ਝੂਠ ਹੈਗਾ, ਇਹ ਝੂਠਾ ਹੈਗਾ। ਇਹ ਮਾਲਕ ਨੇ ਯਾਤਰਾ ਜੋ ਆਪਣੀ ਜਿਹੜੀ ਗੇਮ ਵਾਸਤੇ ਆਪਾਂ ਨੂੰ ਪਾਏ, ਇਹਦੇ ਨਾਲ ਆਪਣਾ ਜਿਹੜਾ ਹੈਗਾ ਇਹਨਾਂ ਨੂੰ ਕਾਬੂ ਕਰਨਾ ਹੈ ਆਪਾਂ ਨੇ। ਆਹੀ ਅਪੋਜ਼ਿਟ ਟੀਮ ਹੈਗੀ ਆ। ਇਹ ਕਾਬੂ ਜਦ ਤੱਕ ਇਹ ਕਾਬੂ ਨਹੀਂ ਹੋਣਗੇ ਤੇ ਤਦ ਤੱਕ ਲੇਖਾ ਤਿਆਰ ਹੈ ਭਾਈ। ਦਿਲ ਸੁੱਚਾ ਨਹੀਂ ਹੈਗਾ। ਔਰ ਮਹਾਰਾਜ ਕਹਿੰਦੇ ਆ, ਬਾਣੀ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦਾ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਇਹ ਸੋਚੇ ਦੀ ਮਤਲਬ ਸੋਚਣਾ ਨਹੀਂ ਹੈਗਾ ਬਈ ਵਿਚਾਰ ਕਰਨਾ ਨਾ। ਸੋਚ ਦਾ ਮਤਲਬ ਹੈ ਬਈ ਸੁੱਚਾ ਕਿਵੇਂ ਹੋਣਾ ਹੈ ਭਾਈ, ਇਹ ਝੂਠ ਦਾ, ਇਹ ਲੇਖਾ ਕਿਵੇਂ ਬਚਣਾ ਹੈ ਲੇਖੇ ਤੋਂ। ਕਹਿੰਦੇ ਲੱਖਾਂ ਤਰੀਕੇ ਕਰ ਲਾ, ਲੱਖਾਂ ਜਗ੍ਹਾ 'ਤੇ ਚਲੇ ਜਾ, ਲੱਖਾਂ ਕਰਮ ਕਾਂਡ ਕਰ ਲਾ, ਅੱਗੇ ਪੂਰਾ ਦਾ ਪੂਰਾ ਮਹਾਰਾਜ ਦੱਸਦੇ ਆ ਉਹਦੇ ਵਿੱਚ। ਸੋਚਿਆ ਸੋਚ ਨਾ ਹੋਵੇ ਜੇ ਸੱਚੀ ਲਖਬਾਰ, ਚੁੱਪੇ ਚੁੱਪ ਨਾ ਹੋਵੇ ਜੇ ਲਾਇਰਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੈ ਜੇ ਬੰਨਾ ਪੂਰੀਆਂ ਪਾਰ। ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਉਹ ਮਾਲਕ ਨੇ ਲਿਖਿਆ ਹੋਇਆ ਨਿਕਲਣ ਦਾ ਰਸਤਾ। ਹੁਕਮ ਮਾਲਕ ਨੇ ਦੱਸੇ, ਮਾਲਕ ਨੇ ਪਾਇਆ ਹੈ ਦੁਨੀਆ ਦੇ ਵਿੱਚ ਬਈ ਕਿਸ ਤਰੀਕੇ ਦੇ ਨਾਲ ਨਿਕਲਣ ਦਾ ਰਾਹ ਕਿੱਥੇ ਰੱਖਿਆ ਮਾਲਕ ਪਰਮਾਤਮਾ ਨੇ। ਕਹਿੰਦੇ ਸੁੱਚਾ ਹੋਣਾ ਪੈਣਾ ਹੈ ਤੈਨੂੰ, ਔਰ ਸੁੱਚੇ ਹੋਣ ਦੇ ਵਾਸਤੇ ਗਿਆਨ ਲੈਣਾ ਪਊਗਾ। ਤੇ ਗਿਆਨ ਜਿਹੜਾ ਹੈਗਾ ਕਹਿੰਦਾ ਹੈ ਬਈ ਕੇਵਲ ਨਾਮ ਜਪੋ ਰੇ ਪ੍ਰਾਣੀ, ਪੜੋ ਏਕ ਹੀ ਸਰਨਾ। ਕਬੀਰ ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ। ਜੇ ਸੁੱਚਾ ਹੈਗਾ ਭਾਈ ਤੇ ਲੇਖਾ ਦੇਣਾ ਸੌਖਾ ਹੈਗਾ, ਸੁਹੇਲਾ ਹੈਗਾ। ਉਸ ਸਾਚੇ ਦੀਵਾਨ ਮੇ ਪੱਲਾ ਨਾ ਪਕੜੈ ਕੋਏ। ਕਹਿੰਦੇ ਉਹ ਸੱਚੇ ਦੀਵਾਨ ਦੇ ਵਿੱਚ ਤੈਨੂੰ ਕ੍ਰਿਮੀਨਲ ਨਹੀਂ ਡਿਕਲੇਅਰ ਕੀਤਾ ਜਾਏਗਾ, ਤੇਰੇ ਉੱਤੇ ਚਾਰਜਸ ਨਹੀਂ ਲੱਗਣਗੇ। ਧਰਮਰਾਜ ਉਹਦੇ ਚਾਰਜਸ ਨਹੀਂ ਲਾਊਗਾ ਤੈਨੂੰ ਬਈ ਆ ਇਹਦੇ ਉੱਤੇ ਆ ਚਾਰਜਸ ਹੈਗੇ। ਸੁਰਖਰੂ ਹੋ ਜਾਏਗਾ, ਉੱਥੇ ਲੇਖਾ ਦੇਣਾ ਸੁਹੇਲਾ ਹੋ ਜਾਏਗਾ ਤੇਰੇ ਲਈ। ਹੁਣ ਇਸ ਤੋਂ ਅੱਗੇ कबीर धरती और आकाश में दोए तू बरी अबध, खट दर्शन संसे परे और 84 सिद्ध। कहते धरती और आकाश, हाँ सेवी जी, सेवी लो जी, हाँ हुण बस ਇਹ ਮੈਂ ਪਹਿਲਾਂ ਦੱਸਿਆ ਇਹ ਫਾਉਲ ਜਿਹੜਾ ਹੈਗਾ ਇਸ ਤਰ੍ਹਾਂ ਫਾਉਲ ਹੁੰਦਾ ਹੈ। ਬਸ ਫਿਰ ਆਪਣਾ ਜਿਹੜਾ ਹੈਗਾ ਸਾਰਾ ਦਾ ਸਾਰਾ ਜਿਹੜਾ ਹੈਗਾ ਰੁਕ ਜਾਂਦੇ ਆਪਾਂ ਇਸ ਤਰ੍ਹਾਂ ਜਿਹੜੇ ਹੈਗੇ ਆ। ਪਹਿਲਾਂ ਹੀ ਮਾਈਕ ਬੰਦ ਕਰਕੇ ਆਓ ਜੀ ਪਲੀਜ਼, ਮਾਈਕ ਔਰ ਕੈਮਰਾ ਬੰਦ ਕਰਕੇ ਆਓ। ਪਹਿਲਾਂ ਆਪਸ਼ਨ ਆਉਂਦਾ ਹੈ ਮਾਈਕ ਔਰ ਕੈਮਰਾ ਬੰਦ ਕਰਨ ਨੂੰ। ਜਦ ਆਪਾਂ ਇਹ ਮੀਟਿੰਗ ਦੇ ਵਿੱਚ ਜੁਆਇਨ ਹੁੰਦੇ ਆ, ਕੈਮਰਾ ਔਰ ਮਾਈਕ ਦੋਨੋਂ ਬੰਦ ਕਰਨ ਦਾ ਆਪਸ਼ਨ ਪਹਿਲਾਂ ਹੁੰਦਾ। ਸਟਾਰਟ 'ਚ ਦੋਨੋਂ ਬੰਦ ਕਰ ਦਿਓ ਤਾਂ ਜਿਹੜਾ ਹੈਗਾ ਇਹਦੇ ਵਿੱਚ ਆਓ ਪਲੀਜ਼। ਆਹ ਗੱਲ ਨੂੰ ਮਤਲਬ ਆਪਾਂ ਲਈਏ ਕਿਉਂਕਿ ਇਹ ਬਹੁਤ ਜ਼ਰੂਰੀ ਹੈਗਾ। ਹੁਣ ਸੇਵੀ ਪਿੰਦਰ ਜੀ ਇਹ ਨੋਟ ਕਰ ਲੈਣ ਪਲੀਜ਼। कबीर धरती और आकाश में दोए तू बड़ी अबध। ਕਹਿੰਦੇ ਦੋਏ ਕਹਿੰਦੇ ਆ ਡੁਐਲਿਟੀ। ਡੁਐਲਿਟੀ ਕੀ ਕਹਿੰਦੇ ਆ? ਡੁਐਲਿਟੀ ਕੀ ਆ? ਇਹ ਦੋਏ ਕੀ ਹੈਗੀ? ਦੇਖੋ ਆਪਣਾ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਆ ਉਸ ਮਾਲਕ ਪਰਮਾਤਮਾ ਤੋਂ ਪੈਦਾ ਹੋਈ ਹੈ। ਸਾਰੀ ਦੀ ਸਾਰੀ ਸ੍ਰਿਸ਼ਟੀ, ਧਰਤੀ ਔਰ ਆਕਾਸ਼, ਸਾਰੀ ਦੀ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਉਸ ਮਾਲਕ ਪਰਮਾਤਮਾ ਤੋਂ ਪੈਦਾ ਹੋਈ ਹੈ। ਔਰ ਆਪਾਂ ਜਿਹੜੇ ਹੈਗੇ ਆ ਇਹਨੂੰ ਜਿਹੜਾ ਹੈਗਾ ਵੱਖ ਸਮਝਦੇ ਹਾਂ। ਜੋ ਆਕਾਰ ਜੋ ਵੀ ਆਪਾਂ ਨੂੰ ਆਕਾਰ ਦੇ ਵਿੱਚ ਦਿਸ ਰਿਹਾ ਆ ਉਹਨੂੰ ਆਪਾਂ ਸਮਝਦੇ ਹਾਂ ਇਹ ਵੱਖ ਹੈਗਾ। कबीर धरती और आकाश में दोए मतलब डुअलिटी। धरती और आकाश में दोए तू बड़ी अबध।
ਅਬੱਧ ਕਹਿੰਦੇ ਆ ਵੀ ਜਿਹਦਾ ਵੱਧ ਨਾ ਕੀਤਾ ਜਾ ਸਕੇ, ਜਿਹਨੂੰ ਜਿੱਤਿਆ ਨਾ ਜਾ ਸਕੇ, ਜਿਹਨੂੰ ਮਾਰਿਆ ਨਾ ਜਾ ਸਕੇ, ਆਸਾਨੀ ਨਾਲ ਨਹੀਂ ਜਿੱਤਿਆ ਜਾਏ। ਆਹੀ ਗੇਮ ਹੈਗੀ ਆ। ਜਿਹੜਾ ਇਨਸਾਨ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਇਹ ਦੋਏ ਜਿਹੜੀ ਹੈਗੀ ਆ ਦੁਨੀਆ ਦੇ ਪਦਾਰਥ, ਰਸ ਕਾ ਸਵਾਦ ਜਿਹੜੇ ਹੈਗੇ, ਹੋਰ ਆਕਾਰ ਜਿਹੜੇ ਹੈਗੇ, ਉਹਨਾਂ ਦੇ ਨਾਲ ਮੋਹ ਕਿਉਂ ਆਊਗਾ ਪਾਏ? ਜਦ ਉਹਨੂੰ ਪਤਾ ਲੱਗੂਗਾ ਵੀ ਇਹ ਤਾਂ ਜਿਹੜੀ ਹੈਗੀ ਮਾਲਕ ਪਰਮਾਤਮਾ ਹੀ ਹੈਗਾ, ਇਹ ਤਾਂ ਉਹਦੀ ਸ਼ਕਤੀ ਦੇ ਨਾਲ ਹੈਗਾ, ਪੰਜਾਂ ਤੱਤਾਂ ਦੀ ਰਚਨਾ ਹੈ ਸਾਰੀ ਦੀ ਸਾਰੀ। ਜਿੱਥੇ ਆਪਾਂ ਡੁਐਲਿਟੀ ਦੇ ਵਿੱਚ ਆ ਗਏ, ਜਿੱਥੇ ਦੂਸਰਾ ਤੀਸਰਾ ਜਿਹੜਾ ਹੈ ਆਪਣੇ ਆਪ ਨੂੰ ਆਪਾਂ ਨੇ ਸਮਝ ਲਿਆ ਵੀ ਆਪਣੀ ਹਉਮੈ ਆ ਗਈ, ਉੱਥੇ ਜਿਹੜੀ ਹੈਗੀ ਆਪਾਂ ਹਉਮੈ ਹੋ ਗਏ ਤੇ ਫਿਰ ਦੂਸਰਾ ਤੀਸਰਾ ਵੀ ਸ਼ੁਰੂ ਹੋ ਜਾਏਗਾ। ਆਪਾਂ ਡਿਫਰੈਂਟ ਹੋ ਗਏ, ਮੈਂ ਹੋ ਗਈ, ਤੇ ਦੂਸਰਾ ਤੀਸਰਾ ਆਟੋਮੈਟਿਕਲੀ ਆ ਜਾਣਾ। ਆ ਯਾਤਰਾ ਹੈਗੀ ਆ। ਕਬੀਰ ਧਰਤੀ ਔਰ ਆਕਾਸ਼ ਮੈਂ ਦੋਏ ਤੂੰ ਬੜੀ ਅਬੱਧ। ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ ਇਹਨੂੰ। ਆ ਜਿਹੜੀ ਲਾਸਟ ਜਿਹੜੀ ਹਉਮੈ ਜਿਹੜੀ ਹੈਗੀ ਸਾਰਿਆਂ ਦੇ ਵਿੱਚ ਇੱਕ ਮਾਲਕ ਪਰਮਾਤਮਾ ਨੂੰ ਦੇਖਣਾ ਜਿਹੜਾ ਹੈਗਾ ਬਹੁਤ ਔਖਾ, ਬਹੁਤ ਔਖਾ ਹੈ। ਪਰ ਇਹ ਜਿਹੜੀ ਹੈਗੀ ਆ ਇਹ ਇੰਪੋਸੀਬਲ ਨਹੀਂ ਹੈਗੀ, ਪੋਸੀਬਲ ਹੈ। ਇਹ ਹੋ ਸਕਦਾ ਹੈ ਜੇ ਆਪਾਂ ਬ੍ਰਹਮ ਗਿਆਨੀਆਂ ਦੇ ਅਨੁਸਾਰ, ਗੁਰੂ ਦੇ ਅਨੁਸਾਰ ਇਹ ਜਿਹੜਾ ਹੈਗਾ ਇਹ ਦੁਨੀਆ ਦੇ ਵਿੱਚ ਜਿਹੜੀ ਹੈਗੀ ਆਪਣੀ ਯਾਤਰਾ ਜਿਹੜੀ ਹੈਗੀ ਗੁਰੂ ਨੂੰ ਨਾਲ ਲੈ ਕੇ, ਬ੍ਰਹਮ ਗਿਆਨ ਨੂੰ ਨਾਲ ਲੈ ਕੇ, ਔਰ ਜਿਵੇਂ ਉਹ ਕਹਿ ਰਹੇ ਆ ਭਾਈ ਗੁਰੂ ਦੀ ਮੱਤ ਨੂੰ ਜਿਹੜਾ ਹੈਗਾ ਇਹ ਗਿਆਨ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ, ਜਿਸ ਤਰ੍ਹਾਂ ਕੋਈ ਚੀਜ਼ ਦਾ ਰਸ ਲੈਣਾ ਹੈ ਉਹਨੂੰ ਚਬਾ ਚਬਾ ਕੇ ਜਿਹੜਾ ਹੈਗਾ ਤੂੰ ਉਹਨੂੰ ਸਵਾਦ ਲੈਣਾ ਉਹਦਾ, ਉਸੇ ਤਰੀਕੇ ਦੇ ਨਾਲ ਇਹ ਗੁਰੂ ਦੀ ਮੱਤ ਨੂੰ ਜਿਹੜਾ ਹੈਗਾ, ਗਿਆਨ ਨੂੰ ਜਿਹੜਾ ਹੈਗਾ ਇਹਨੂੰ ਚਬਾ ਚਬਾ ਕੇ ਜਿਹੜਾ ਹੈਗਾ ਇਹਦਾ ਰਸ ਲੈ, ਇਹਨੂੰ ਐਵੇਂ ਨਾ ਨਗਾ। ਇਹ ਕੀ ਕਹਿੰਦੀ ਆ? ਇਹਨੂੰ ਅੰਦਰ ਆਪਣੇ ਵਸਾ, ਆਪਣੇ ਹਿਰਦੇ ਦੇ ਵਿੱਚ ਇਹ ਗਿਆਨ, ਉਸ ਤੋਂ ਬਾਅਦ ਧਿਆਨ। ਆ ਦੋ ਚੀਜ਼ਾਂ ਹੈਗੀਆਂ ਆਪਾਂ ਨੂੰ ਇਹ ਦੋਏ ਨੂੰ ਜਿੱਤਣ ਵਾਸਤੇ, ਹੋਰ ਕੋਈ ਰਸਤਾ ਨਹੀਂ ਹੈਗਾ। ਇਹ ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਇਹ ਕੁਬੁੱਧੀ ਜਿਹੜੀ ਦੋਏ ਵਾਲੀ ਜਿਹੜੀ ਹੈਗੀ ਆ ਇਹ ਸਵਾਦਾਂ ਦਾ ਜਿਹੜਾ ਹੈਗਾ ਆਪਣੇ ਉੱਤੇ ਕਵਚ ਹੈਗਾ। ਇਹ ਜਿਹੜਾ ਹੈਗਾ ਮਾਇਆ ਨੇ ਐਸਾ ਕਵਚ ਆਪਾਂ ਨੂੰ ਦਿੱਤਾ ਹੈ ਬੁਲੇਟ ਪ੍ਰੂਫ ਕਿ ਇਹਦੇ ਨਾਲ ਇਹ ਹੋਰ ਕੋਈ ਭਗਤੀ ਜਿਹੜੀ ਹੈਗੀ, ਕੋਈ ਕਰਮਕਾਂਡ ਜਿਹੜਾ ਇਸ ਕਵਚ ਨੂੰ ਨਹੀਂ ਵੇਦ ਸਕਦਾ। ਇਹਨੂੰ ਸਿਰਫ ਜਿਹੜਾ ਹੈਗਾ ਸਿਰਫ ਔਰ ਸਿਰਫ ਗੁਰੂ ਦਾ ਗਿਆਨ ਔਰ ਧਿਆਨ ਉਹੀ ਇਹਨੂੰ ਵੇਦ ਸਕਦੇ ਆ। कबीर धरती और आकाश में दोए तो बड़ी अबद, खट दर्शन संसे परे और 84 सिद्ध। 6 ਜਿਹੜੇ ਹੈਗੇ ਦਰਸ਼ਨ ਸ਼ਾਸਤਰ ਹੈਗੇ, ਉਹਨਾਂ ਦੇ ਜਿਹੜੇ ਹੈਗੇ ਚੰਗੇ ਚੰਗੇ ਗਿਆਨੀ ਧਿਆਨੀ ਜਿਹੜੇ ਹੈਗੇ ਸੰਸੇ ਦੇ ਸਹਿਮ ਦੇ ਵਿੱਚ ਹੈ, ਇਸ ਦੋਏ ਤੋਂ, ਇਸ ਡੁਆਲਿਟੀ ਤੋਂ। ਸੇਵੀ ਜੀ ਆ ਕੀ ਕਰ ਰਹੇ ਹੋ ਜੀ? ਦੇਖੋ ਇਹ ਕੀ ਫਿਰ ਦੁਬਾਰਾ ਤੁਸੀਂ ਖੋਲਤਾ ਮਾਈਕ। ਇਹ ਤਾਂ ਦੇਖੋ ਕੋਈ ਪਰਪਸਲੀ ਕੀ ਪਤਾ ਨਹੀਂ ਸਮਝ ਆ ਰਹੀ ਕੀ ਹੋ ਰਿਹਾ। ਖਟ ਦਰਸ਼ਨ ਸੰਸੇ ਪਰੇ ਔਰ 84 ਸਿੱਧ। ਕਹਿੰਦੇ ਚੰਗੇ ਚੰਗੇ ਗਿਆਨੀ ਧਿਆਨੀ ਜਿਹੜੇ ਹੈਗੇ ਦਰਸ਼ਨ ਸ਼ਾਸਤਰ ਵਾਲੇ 6 ਖਟ ਦਾ ਮਤਲਬ 6 ਕਹਿੰਦੇ ਉਹ ਵੀ ਜਿਹੜੇ ਹੈਗੇ ਸਹਿਮ ਦੇ ਵਿੱਚ ਹੈ। ਇਹ ਦੋਏ ਦੀ ਡੁਆਲਿਟੀ ਦੀ ਸਹਿਮ ਦੇ ਵਿੱਚ ਹੈ। ਇਹ ਮਾਇਆ ਦੇ ਜਿਹੜੇ ਹੈਗੇ ਹਥਿਆਰ ਤੋਂ ਜਿਹੜੇ ਹੈਗੇ ਉਹ ਬੰਨੇ ਹੋਏ ਹੈ। ਔਰ 84 ਸਿੱਧ, ਔਰ 84 ਸਿੱਧ ਜਿਹੜੇ ਹੈਗੇ ਸਿੱਧ ਲੋਕੀ ਜਿਹੜੇ ਹੈਗੇ ਦੁਨੀਆ ਤੋਂ ਜਿਹੜੇ ਹੈਗੇ ਉੱਪਰ ਉੱਠੇ ਹੋਏ ਜਿਹੜੇ ਹੈਗੇ ਸਿੱਧੀਆਂ ਕਰਨ ਵਾਲੇ ਜਿਹੜੇ ਹੈਗੇ, ਜਿਹੜੇ ਧਿਆਨ ਸਿਮਰਨ ਤੋਂ ਇਲਾਵਾ ਜਿਹੜੇ ਹੈਗੇ ਹੋਰ ਜਿਹੜੇ ਹੈਗੇ ਯੋਗ ਸਾਧਨਾ ਦੇ ਨਾਲ ਜਿਹੜੇ ਹੈਗੇ ਰੇਚਕ ਪੂਰਕ ਕੁੰਭਕ ਜਿਹੜੇ ਹੈਗੇ ਉਹਦੇ ਨਾਲ ਸਵਾਸ ਚੜਾਉਣੇ ਅਤੇ ਉੱਥੇ ਜਿਹੜਾ ਹੈਗਾ ਰੋਕਣਾ ਸਵਾਸਾਂ ਨੂੰ ਜਿਹੜਾ ਹੈਗਾ ਅਤੇ ਔਰ ਫਿਰ ਸਵਾਸ ਉਤਾਰਨੇ। ਇਹ ਸਾਰੇ ਵੀ ਕਹਿੰਦੇ ਆ ਇਹ ਵੀ ਸੰਸੇ ਦੇ ਵਿੱਚ ਹੈ, ਸਹਿਮ ਦੇ ਵਿੱਚ ਹੈ। ਇਹ ਵੀ ਨਹੀਂ ਦੋਏ ਨੂੰ ਜਿੱਤ ਸਕੇ। ਗੁਰਕੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਫੇਰ ਲੇਟ ਗਿਆ। ਨਹੀਂ ਕੋਈ ਨਹੀਂ ਜੀ, ਕੋਈ। ਹਾਂ ਠੀਕ ਹੈ। 202ਵਾਂ ਲੈ ਰਹੇ ਹਾਂ ਆਪਾਂ, ਤੇ ਦੋਏ ਦੀ ਗੱਲ ਹੋ ਰਹੀ ਹੈ, ਡੁਆਲਿਟੀ ਦੀ ਗੱਲ ਹੋ ਰਹੀ ਹੈ 1375 ਅੰਗ ਦੇ ਉੱਤੇ। ਦੇਖੋ ਸਾਧ ਸੰਗਤ ਜੀ, ਜੈਸਾ ਮੈਂ ਕੱਢ ਲਿਆ ਅੰਗ। ਹਾਂਜੀ ਬਿਲਕੁਲ ਠੀਕ ਹੈ ਜੀ। 1375 ਹਾਂਜੀ 202 ਨੰਬਰ। ਇਹ ਸਾਧ ਸੰਗਤ ਜੀ ਦੇਖੋ ਇੱਕ ਚੀਜ਼ ਨੂੰ ਆਪ ਸਮਝੋ ਪਲੀਜ਼।
ਜਿਹੜੀ ਸਾਡੀ ਬਣਤਰ ਹੈ ਨਾ ਉਹ ਮਾਇਆ ਤੋਂ ਬਣੀ ਹੈ। ਪਰ ਜਦ ਤੱਕ ਮਾਇਆ ਹੈ, ਦੇਖੋ ਇੱਕ ਚੀਜ਼ ਨੂੰ ਆਪ ਸਮਝੋ, ਐਸ ਕੰਮ ਬਹੁਤ ਆਸਾਨ ਹੈ। ਇਹ ਗ੍ਰੰਥਾਂ ਦੇ ਵਿੱਚ ਬੜੇ ਸਾਲ ਪਹਿਲਾਂ ਹੀ ਇਹ ਭੇਦ ਨੂੰ ਜਾਣਿਆ ਗਿਆ ਸੀ। ਕੋਈ ਨਾ ਕੋਈ ਮਹਾਂਪੁਰਸ਼ ਪਹਿਲਾਂ ਆਇਆ ਹੋਊਗਾ ਪਰਮਾਤਮਾ ਤੋਂ, ਗਿਆਨ ਉੱਥੋਂ ਹੀ ਆਉਣ ਸਕਦਾ। ਜੇ ਨਹੀਂ ਉਹ ਦੱਸਣਾ ਚਾਹੁੰਦਾ ਤੇ ਕਿਸੇ ਨੇ ਲੱਭਣਾ ਵੀ ਨਹੀਂ ਸੀ, ਲੱਭਿਆ ਵੀ ਨਹੀਂ ਜਾ ਸਕਦਾ। ਆਪ ਜਸਟ ਇੱਕ ਚੀਜ਼ ਨੂੰ ਸਮਝੋ, ਗ੍ਰੰਥਾਂ 'ਚ ਰੌਲਾ ਪਾਇਆ, ਪੂਰਾ ਰੌਲਾ ਪਿਆ, ਕਿੰਨੇ ਗ੍ਰੰਥ, ਕਿੰਨੇ ਬ੍ਰਹਮ ਗਿਆਨੀ, ਪਰ ਬੰਦੇ ਦੇ ਕਿਤੇ ਕੰਨ ਤੇ ਜੂੰ ਸਿਰਕੰਦੀ ਆ ਇਸ ਟਾਈਮ। ਤੁਸੀਂ ਵੇਖ ਲਓ, ਮੈਂ ਤੁਹਾਨੂੰ ਐਸੇ ਵੈਸੇ ਬੰਦੇ ਮਿਲਾ ਦਾਂਗਾ, ਮੈਂ ਕੀ ਮਿਲਾਵਾਂਗਾ ਤੁਸੀਂ ਖੁਦ ਜਾਣਦੇ ਜੋ। ਉਹ ਸਾਰਾ ਦਿਨ ਧਾਰਮਿਕ ਸਥਾਨਾਂ ਤੇ ਰਹਿੰਦੇ ਨੇ ਤੇ ਉਹਨਾਂ ਦਾ ਜੀਵਨ ਤੁਸੀਂ ਵੇਖ ਲਓ। ਐਸੇ ਬੰਦੇ ਮਿਲਾ ਦਾਂਗਾ ਜਿਨ੍ਹਾਂ ਨੇ ਜ਼ਿੰਦਗੀ ਭਰ ਕੇਵਲ ਪਾਠ ਹੀ ਕੀਤਾ, ਬਹੁਤ ਜ਼ਿਆਦਾ ਕੀਤਾ, ਇੰਨਾ ਜ਼ਿਆਦਾ ਕੀਤਾ ਕਿ ਦਿਨ 'ਚ ਪਤਾ ਕਿੰਨੀਆਂ ਰੌਲਾਂ ਲਾਉਂਦੇ ਨੇ। ਉਹਨਾਂ ਦਾ ਜੀਵਨ ਦੇਖ ਲਓ। ਆਪ ਜਸਟ ਸੋਚੋ ਕਿ ਕਿੰਨੀ ਪਾਵਰਫੁਲ ਮਾਇਆ ਹੈ। ਕਿ ਉਹ ਬੰਦੇ ਨੂੰ ਯਕੀਨ ਆਉਂਦਾ ਉੱਥੇ ਧਾਰਮਿਕ ਸਥਾਨ 'ਚ ਵੀ ਜਿਹੜਾ ਬੰਦਾ ਬੈਠਾ ਉਹਨੂੰ ਵੀ ਵਿਚਾਰੇ ਨੂੰ ਪਤਾ ਲੱਗਣ ਦਿਆ। ਆਵੇ ਉਹ ਇਹ ਨਹੀਂ ਮੈਂ ਕਹਿਣ ਦਿਆ ਕਿ ਉਹ ਵਿਚਾਰੇ ਮਾੜੇ ਨੇ ਜਾਂ ਉਹਨਾਂ 'ਚ ਕਮੀ ਹੈ। ਆਪ ਜਸਟ ਦੇਖੋ ਕਿ ਮਾਇਆ ਜਿਹੜੀ ਕਿੰਨੀ ਪਾਵਰਫੁਲ ਹੈ, ਬਹੁਤ ਜ਼ਿਆਦਾ ਇੰਨੀ ਜ਼ਿਆਦਾ ਪਾਵਰਫੁਲ। ਕਿਉਂਕਿ ਜਦੋਂ ਮੰਨ ਲਓ ਸਾਰਾ ਕੁਝ ਇਹ ਨਸ਼ਟ ਹੋ ਜਾਏ ਤੇ ਬਾਕੀ ਕੌਣ ਰਹਿ ਗਿਆ? ਬ੍ਰਹਮ, ਨਿਰਗੁਣ ਬ੍ਰਹਮ। ਉਹ ਇੱਕ ਐਸਾ ਤੱਤ ਜਿਹੜਾ ਚੱਲਦਾ ਨਹੀਂ, ਪਰ ਜੋ ਵੀ ਕੋਈ ਚੱਲਣ ਦਿਆ ਉਹਦੇ ਕਰਕੇ ਹੀ ਚੱਲਣ ਦਿਆ। ਮੈਂ ਬੋਲਣ ਦਿਆ ਉਹਦੇ ਕਰਕੇ ਬੋਲਣ ਦਿਆ, ਤੁਸੀਂ ਸੁਣਦੇ ਪਏ ਉਹਦੇ ਕਰਕੇ ਸੁਣਦੇ ਪਏ। ਇੰਦਰੀਆਂ ਦੇ ਪਿੱਛੇ ਜਿਹੜਾ ਸੁਣਨ ਵਾਲਾ ਹੈ, ਜਿਹਦੇ ਕਰਕੇ ਮਨ ਸੁਣਦਾ ਹੈ, ਉਹ ਬ੍ਰਹਮ ਹੈ। ਜਿੱਦਾਂ ਤੁਹਾਡੇ ਘਰ ਬੱਤੀ ਆ ਰਹੀ ਹੈ, ਮਸ਼ੀਨਾਂ ਬੱਤੀ ਨਾਲ ਚੱਲਣ ਦੀਆਂ, ਬੱਤੀ ਦਾ ਹੋਣਾ ਹੀ ਕਾਫੀ ਹੈ ਇਹ ਕੰਮ ਸ਼ੁਰੂ। ਬੱਤੀ ਨੂੰ ਤੁਸੀਂ ਮੋਟਰ 'ਚ ਲੱਭੋ, ਉਹ ਲੱਭਣੀ ਨਹੀਂ, ਪਰ ਉਹਦੇ ਵਿੱਚ ਉਹਦੇ ਕਰਕੇ ਸਾਰਾ ਕੁਝ ਚੱਲਦਾ। ਆਤਮਾ ਅੱਗੇ ਪਿੱਛੇ ਨਹੀਂ ਹੋ ਸਕਦੀ। ਆਤਮਾ ਇੱਕ ਸਥਿਰ ਤੱਤ ਹੈ, ਸਰਵ ਵਿਆਪਕ। ਆਤਮਾ ਉਹਦਾ ਰੂਪ ਨਹੀਂ, ਉਹਦਾ ਰੰਗ ਨਹੀਂ, ਉਹ ਰੇਖ ਨਹੀਂ। ਕਿਉਂ? ਕਿਉਂਕਿ ਉਹ ਪੰਜਾਂ ਤੱਤਾਂ ਤੋਂ ਪਰੇ ਦੀ ਚੀਜ਼ ਹੈ, ਬਹੁਤ ਸੂਖਮ। ਇੰਨਾ ਜ਼ਿਆਦਾ ਉਹ ਸਮਾਧੀ ਲੀਨ ਅਵਸਥਾ ਹੈ। ਆਪ ਦੇਖੋਗੇ ਜਦੋਂ ਤੁਸੀਂ ਭਗਤੀ ਕਰੋਗੇ ਨਾ, ਤੁਹਾਨੂੰ ਤਾਂ ਹੀ ਇਸ ਦਾ ਪਤਾ ਲੱਗਣਾ। ਮੈਂ ਕੀ ਕਹਿਣਾ ਚਾਹੁੰਦਾ, ਆਮ ਬੰਦੇ ਦੇ ਵਾਦੀ ਗੱਲ ਨਹੀਂ ਆ। ਉਹ ਜਾਂ ਕਿਤਾਬਾਂ ਵਿੱਚ ਬੈਠਾ ਉਹਨੂੰ ਤਾਂ ਬਿਲਕੁਲ ਨਹੀਂ ਪਤਾ ਲੱਗੇਗਾ। ਇਹ ਕੇਵਲ ਸਾਧਕ ਜਾਣੂਗਾ। ਤੁਸੀਂ ਜਾਣੋਗੇ, ਤੁਹਾਡੀ ਸੁਰਤੀ ਨੂੰ ਬਹੁਤ ਟਰੈਵਲ ਕਰਨਾ ਪੈਣਾ, ਬਹੁਤ। ਦੇਖੋਗੇ ਤੁਹਾਡੀ ਸੁਰਤੀ ਕਿੱਦਾਂ ਚੜ੍ਹਦੀ ਆ, ਤੁਰੀ ਜਾਂਦੀ। ਆਪ ਜਸਟ ਸੋਚੋ, ਉਹ ਤੱਤ ਹੈ ਤੁਹਾਡੇ ਅੰਦਰ ਹੈ, ਬਾਹਰ ਤੇ ਹੈ ਨਹੀਂ। ਉਹ ਕਦੇ ਇਹ ਥੋੜੀ ਕਿ ਮੇਰੀ ਸੁਰਤੀ ਕਿਤੇ ਉਸਮਾਨ ਤੇ ਜਾ ਰਹੀ ਹੈ ਜਾਂ ਕਿਤੇ ਇੱਥੋਂ ਸਿੱਧੀ ਤੁਰੀ ਜਾ ਰਹੀ ਹੈ। ਸੁਰਤੀ ਮੇਰੇ ਅੰਦਰ ਹੀ ਆ, ਪਰ ਉਹਨੂੰ ਆਪਣੇ ਆਪ 'ਚ ਆਖਰੀ ਬਿੰਦੂ ਤੱਕ ਪਹੁੰਚਣ ਦੇ ਲਈ ਇਹ ਪੰਜਾਂ ਤੱਤਾਂ ਤੋਂ ਅੱਗੇ ਜਾਣਾ ਪਊ ਆਪਾਂ ਨੂੰ। ਇਹ ਨਹੀਂ ਤੁਹਾਨੂੰ ਜਾਣਾਂਗੇ। ਦੇਖੋ, ਮੈਂ ਤੇ ਤੂੰ ਤਾਂ ਸਾਰਾ ਭੇਦ ਆ। ਜਦ ਤੱਕ ਮੈਂ ਹੈਗਾ ਨਾ, ਉਹਨਾਂ ਚਿਰ ਤੱਕ ਤੂੰ ਨਹੀਂ ਜੋ ਹੈਗਾ। ਮੈਂ ਤੇ ਤੂੰ ਇਹ ਦੋਨੋਂ ਇੰਨੇ ਇਕੱਠੇ ਨੇ ਨਾ। ਆਪ ਇਹ ਜਿਹੜਾ ਮੈਂ ਵਾਂ ਨਾ, ਉਹਦੇ ਨਾਲ ਵਿਚਾਰ ਜੇ, ਤੇ ਤੂੰ ਦੇ ਨਾਲ ਕੁਝ ਵੀ ਨਹੀਂ ਹੈਗਾ। ਨਿਜਰ ਸਾਹਿਬ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਯਾਤਰਾ ਇਹੀ ਹੈ, ਇੱਥੇ ਮੈਂ ਔਰ ਤੂੰ ਦੀ ਯਾਤਰਾ ਹੈਗੀ, ਬਸ ਇੰਨੀ ਕੀ ਯਾਤਰਾ ਹੈ। ਕੋਈ ਜ਼ਿਆਦਾ ਨਹੀਂ, ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਕਿਤੇ ਇਹ ਨਾ ਸੋਚਿਓ ਪਤਾ ਨਹੀਂ ਕਿੱਥੇ ਜਾਣਾ। ਜਾਣਾ ਤੇ ਬਹੁਤ। ਆਪ ਜਸਟ ਸੋਚੋ, ਇੰਨਾ ਬਰੀਕ ਪੜਦਾ ਤੁਹਾਨੂੰ ਵਿਚਾਰ ਚਿੰਬੜ ਜਾਂਦਾ, ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿੰਨਾ ਬਰੀਕ ਹੋ। ਤੁਸੀਂ ਇੱਥੇ ਕਿਤਾਬ ਦੀ ਲਾਈਨ ਪੜ੍ਹਦੇ ਤੇ ਪਤਾ ਨਹੀਂ ਮਨ ਨੂੰ ਕੀ ਚਿੰਬੜ ਗਿਆ, ਪਤਾ ਵੀ ਨਹੀਂ ਲੱਗਾ। ਮਨ ਜਿਹੜਾ ਹੈ, ਕਬੀਰ ਸਾਹਿਬ ਉਹ ਗੱਲ ਨੂੰ ਕਹਿੰਦੇ ਆ, ਤੂੰ ਕਦਮ ਕਰਾਰੀ ਜੇ ਕਰੇ ਤੇ ਹਾਜ਼ਰਾ ਹਜੂਰ ਖੁਦਾਏ। ਕਿ ਜੇ ਤੇਰਾ ਮਨ ਇਹ ਮੌਜੂਦਾ ਲਮਹੇ ਦੇ ਵਿੱਚ ਰੁਕ ਜਾਵੇ ਤੇ ਫਿਰ ਜਿਹਨੂੰ ਤੂੰ ਵੇਖੇਗਾ ਉਹ ਬ੍ਰਹਮ ਹੈ, ਹੋਰ ਕਿਤੇ ਨਹੀਂ ਹੈਗਾ। ਕਹਿੰਦੇ ਮੂਰਖ ਜਾਣੇ ਦੂਰ, ਤੇ ਉਹ ਜਦ ਕਿ ਤੇਰੇ ਹਾਜ਼ਰਾ ਹਜੂਰ ਆ। ਕਿਉਂ? ਕਿਉਂਕਿ ਉਸ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਉਹ ਪਹਿਲਾ ਤੇ ਉਹ ਆਖਰੀ, ਉਹੀ ਸਭ ਕੁਝ ਹੈ। ਆਖਰ ਚ ਜੋ ਵੀ ਪ੍ਰਕਿਰਤੀ ਬਣੀ ਹੈ, ਮਾਇਆ ਕਹਿ ਲੋ, ਕੁਛ ਵੀ ਕਹਿ ਲੋ, ਪੰਜ ਤੱਤ ਕਹਿ ਲੋ,
ਮਾਇਆ ਕੀ ਹੈ? ਮਾਇਆ ਦਾ ਮਤਲਬ ਲੋਕੀ ਪੈਸੇ ਨੂੰ ਮਾਇਆ ਕਹੀ ਜਾਣਦੇ ਆ, ਉਹ ਨਹੀਂ ਮਾਇਆ, ਉਹ ਤੇ ਪੈਸਾ। ਮਾਇਆ ਤੋਂ ਭਾਵ ਜੋ ਵੀ ਤੁਹਾਨੂੰ ਦਿਖਾਈ ਦੇ ਰਿਹਾ, A to Z ਮਾਇਆ, ਇਹ ਮਾਇਆ ਹੈ। ਪਰ ਲੋਕੀ ਵਿਚਾਰੇ ਪੈਸੇ ਨੂੰ ਮਾਇਆ ਕਹੀ ਜਾਂਦੇ ਆ। ਪੈਸੇ ਤੋਂ ਬਿਨਾਂ ਕਿੱਦਾਂ ਕੰਮ ਚੱਲੇ ਤੁਹਾਡਾ? ਨਹੀਂ ਚੱਲੇਗਾ, ਪੋਸੀਬਲ ਹੀ ਨਹੀਂ। ਉਹ ਕਾਗਜ਼ ਤੁਰੇ ਫਿਰਦੇ ਆ। ਹੁਣ ਮੈਂ ਇੱਥੇ ਕਲੀਨਿਕ 'ਚ ਗਿਆ ਕਿਉਂਕਿ ਮੇਰੇ ਕੋਲ ਕਾਗਜ਼ ਮਿਲੇ, ਉਹੀ ਕਾਗਜ਼ਾਂ ਦੇ ਨਾਲ ਮੈਂ ਘਰ ਦਾ ਕੋਈ ਕੰਮ ਕਰੂੰਗਾ, ਬੱਚਿਆਂ ਦੀਆਂ ਫੀਸਾਂ ਦਊਂਗਾ ਜਾਂ ਰਾਸ਼ਨ ਪਾਣੀ ਲਿਆਉਂਗਾ ਜਾਂ ਕੋਈ ਗੱਡੀ 'ਚ ਮੈਂ ਤੇਲ ਪਾਊਂਗਾ। ਇਹ ਪੈਸਾ ਤੁਰਿਆ ਫਿਰਦਾ, ਉੱਦਾਂ ਤਾਂ ਕੋਈ ਘਰੋਂ ਨਿਕਲੇ ਨਾ, ਕੋਈ ਨਹੀਂ ਕੰਮ ਕਰੂਗਾ। ਇਹ ਪੈਸੇ ਦੇ ਕਰਕੇ ਸਾਡੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ, ਇਸ ਕਰਕੇ ਪੈਸਾ ਹੀ ਕਮਾਉਂਦੇ ਆ। ਹੁਣ ਤੁਸੀਂ ਬਾਹਰਲੇ ਮੁਲਕਾਂ 'ਚ ਜਾਂਦੇ ਜੋ, ਕੀ ਕਰਨ ਜਾਂਦੇ? ਪੈਸਾ। ਤਾਂ ਜੋ ਜ਼ਿੰਦਗੀ 'ਚ ਹੋਰ ਸੁੱਖ ਆਵੇ, ਇਸ ਤੋਂ ਵਧੀਆ ਜਗ੍ਹਾ ਆਵੇ। ਹੁਣ ਵਧੀਆ ਜਗ੍ਹਾ 'ਚ ਜਾਓਗੇ, ਚੰਗੀ ਕੰਟਰੀ 'ਚ ਜਾਓਗੇ, ਇਹਦਾ ਮਤਲਬ ਜੇ ਉੱਥੇ ਵਧੀਆ ਸੜਕਾਂ ਤੁਹਾਨੂੰ ਚਾਹੀਦੀਆਂ ਨੇ, ਉਸ ਲੈਵਲ ਦਾ ਤੁਹਾਨੂੰ ਖਰਚਾ ਵੀ ਕਰਨਾ ਪਊਗਾ, ਕਿਉਂਕਿ ਉੱਥੇ ਕੀਮਤ ਆ, ਉੱਥੇ ਰਹਿਣ ਦੀ ਕੀਮਤ ਹੈ। ਹੁਣ ਇੰਗਲੈਂਡ 'ਚ ਘੱਟੋ ਘੱਟ ਮੇਰੇ ਹਿਸਾਬ ਨਾਲ 2-3,000 ਪਾਉਂਡ ਮਿਨੀਮਮ ਤੁਹਾਡੇ ਕੋਲ ਚਾਹੀਦਾ ਹੈ ਜੇ ਤੁਸੀਂ ਇੰਗਲੈਂਡ 'ਚ ਰਹਿਣਾ ਚਾਹੁੰਦੇ ਹੋ। ਆਮ ਬੰਦਾ ਇੰਨੇ ਪੈਸੇ ਨਹੀਂ ਆ, ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਕੋਲ ਪੈਸਾ ਹੀ ਨਹੀਂ ਹੈਗਾ। ਫਿਰ ਰੋਟੀ, ਕੱਪੜਾ ਔਰ ਮਕਾਨ, ਫਿਰ ਇਹ 'ਚ ਗੜਬੜ ਹੋ ਜਾਏਗੀ। ਇਹ ਜੋ ਪ੍ਰਮਾਤਮਾ ਨੇ ਪ੍ਰਕਿਰਤੀ ਬਣਾਈਆਂ, ਇੰਨੇ ਇੰਟੈਲੀਜੈਂਟ ਤਰੀਕੇ ਨਾਲ ਬਣਾਈਆਂ। ਦੇਖੋ ਡਿਵੈਲਪਮੈਂਟ ਕਰਨ ਦੇ ਪਿੱਛੇ ਕੀ ਆ? ਸਾਡੀਆਂ ਜ਼ਰੂਰਤਾਂ ਮਾਇਆ ਪਸਾਰਾ ਕਰ ਰਹੀ ਹੈ। ਵੇਖੋ ਇਹਦੇ ਵਿੱਚ ਮੈਂ ਤੁਸੀਂ ਨਹੀਂ, ਦੇਸ਼ ਲੱਗੇ ਹੋਏ ਨੇ। ਇੱਕ ਦੇਸ਼ ਅੱਗੇ ਲੰਘਣਾ ਚਾਹੁੰਦਾ ਹੈ, ਦੂਜਾ ਦੇਸ਼ ਉਸ ਤੋਂ ਵੀ ਅੱਗੇ ਲੰਘਣਾ ਚਾਹੁੰਦਾ ਹੈ, ਔਰ ਹਰ ਕੋਈ ਚਾਹੁੰਦਾ ਕਿ ਮੈਂ ਟੌਪ ਤੇ ਰਵਾਂ। ਇਸੇ ਜਿੱਦਾਂ ਆਪਾਂ ਛੋਟੇ ਲੈਵਲ ਤੇ ਆਪਾਂ ਅੱਗੇ ਲੰਘਣਾ ਚਾਹੁੰਦੇ ਨੇ, ਉਸੇ ਤਰ੍ਹਾਂ ਦੇਸ਼ ਇਸ ਚੱਕਰ 'ਚ ਪਏ ਨੇ। ਸਭ ਮਾਇਆ ਦੇ ਕਰਕੇ ਹੈ। ਮਾਇਆ, ਹਰ ਕੋਈ ਚਾਹੁੰਦਾ ਮੈਂ ਉੱਪਰ ਜਾਵਾਂ, ਔਰ ਜਦੋਂ ਮੈਂ ਉੱਪਰ ਜਾਊਗੀ ਤੇ ਫਿਰ ਤੂੰ ਨਹੀਂ ਜਾਣਾ, ਕਿਉਂਕਿ ਮੈਂ ਹਰ ਇੱਕ ਚੀਜ਼ ਦੇ ਅੰਦਰ ਆ। ਧਰਤੀ 'ਚ ਮੈਂ ਹੈਗੀ ਆ, ਸੂਰਜ 'ਚ ਮੈਂ ਹੈਗੀ ਆ, ਕਿ ਮੈਂ ਤੋਂ ਬਿਨਾਂ ਸਿਸਟਮ ਨਹੀਂ ਚੱਲ ਸਕਦਾ। ਕਿਉਂਕਿ ਬ੍ਰਹਮ ਨੇ ਕਮਾਂਡ ਕਰਨੀ ਆ ਤੇ ਕਿੱਦਾਂ ਕਰੂਗਾ ਉਹ? ਜਦ ਤੱਕ ਮੈਂ ਤੇ ਤੂੰ ਦਾ ਭੇਦ ਨਹੀਂ ਹੁੰਦਾ, ਉਹ ਕਮਾਂਡ ਨਹੀਂ ਕਰ ਸਕਦਾ। ਫਿਰ ਤੇ ਤੂੰ ਹੀ ਆ, ਤੇ ਤੂੰ ਤੇ ਥੋੜੀ ਕਮਾਂਡ ਹੋਣੀ ਹੈ। ਇਸੇ ਕਰਕੇ ਬਾਣੀ ਕਹਿੰਦੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਸਭ ਕੁਝ ਹੈਗਾ। ਇਹਦਾ ਮਤਲਬ ਕਿ ਹੁਕਮ ਕਰਨ ਵਾਲਾ ਨਿੱਜਾ ਸਭ ਉਹ ਫੋਲੋ ਕਰਨ ਵਾਲਾ ਬੰਦਾ ਵੀ ਤੇ ਚਾਹੀਦਾ ਨਾ। ਮੈਂ ਆਪਣੇ ਹੱਥ ਨੂੰ ਜੇ ਕਮਾਂਡ ਕਰਾਂਗੇ ਤੇ ਮੇਰਾ ਹੱਥ ਕਹਿਣਾ ਮੰਨੂਗਾ ਨਾ। ਬਿਲਕੁਲ ਸਹੀ ਹੈ ਨਾ। ਹੁਣ ਮੈਂ ਪੈਰ ਅੱਗੇ ਕਰਨਾ ਚਾਹੁੰਦਾ, ਇਹਦਾ ਮਤਲਬ ਕਿ ਜੇ ਮੈਂ ਭਾਵੇਂ ਮੈਂ ਹੀ ਆਪਣੇ ਸਰੀਰ ਨੂੰ ਅੱਗੇ ਪਿੱਛੇ ਕਰਨਾ ਚਾਹੁੰਦਾ, ਜਦ ਤੱਕ ਮੈਂ ਕਮਾਂਡ ਨਹੀਂ ਦੇਵਾਂਗਾ ਮੇਰਾ ਪੈਰ ਅੱਗੇ ਕਿੱਦਾਂ ਜਾਊਗਾ? ਪਰ ਪੈਰ ਨੂੰ ਪਤਾ ਹੋਣਾ ਚਾਹੀਦਾ ਗੁਰਕੀ ਸਾਹਿਬ ਕਿ ਮੈਂ ਸਰੀਰ ਹੀ ਹੈਗਾ ਹਾਂ। ਪਰ ਮੰਨਦਾ ਕਿੱਥੇ? ਵੈਰ ਮੰਨਦਾ ਥੋੜੀ ਆ, ਉਹ ਤੇ ਵੱਖਰਾ। ਹੁਣ ਦਰਦ ਹੁੰਦੀ ਤੇ ਰੌਲਾ ਪਾਉਂਦਾ ਵਾ, ਭਾਵੇਂ ਤੁਸੀਂ ਸੂਈ ਮਾਰੋ ਤੇ ਤੁਹਾਨੂੰ ਤੇ ਪਤਾ ਮੈਂ ਹੀ ਸੂਈ ਮਾਰਦਾ। ਬਿਲਕੁਲ ਜੇ ਮੇਰੀ ਅੱਖ ਮੇਰੀ ਆ, ਮੰਨ ਲਓ ਇਸ ਤੇ ਮੈਂ ਗੱਲ ਕਰਦਾ, ਮੇਰੀ ਅੱਖ ਮੇਰੀ ਆ। ਹੁਣ ਅੱਖ ਦੇ ਘੜੀ ਉਂਗਲ ਖੜੋ, ਅੱਖ ਬੰਦ ਹੋ ਜਾਂਦੀ। ਜਦੋਂ ਮੇਰੀ ਆ ਤੇ ਫਿਰ ਬੰਦ ਕਿਉਂ ਹੁੰਦੀ ਹੈ? ਮੈਂ ਹੀ ਤੇ ਅੰਦਰ ਖਾਣਾ ਆ, ਉਹ ਮੇਰੇ ਤੇ ਵੀ ਯਕੀਨ ਨਹੀਂ ਕਰਦੇ ਅਗਲਾ। ਤੁਸੀਂ ਧੱਕੇ ਦਾ ਕੋਈ ਚੀਜ਼ ਅੰਦਰ ਵਾੜੋ ਆਪਣੇ ਮੂੰਹ 'ਚ, ਤੁਹਾਡੇ ਸਰੀਰ ਨੇ ਕਹਿਣਾ ਤੂੰ ਪਾਗਲ ਹੈਗਾ, ਇਹ ਕੀ ਮੇਰੇ ਮੂੰਹ 'ਚ ਵੜੀ ਜਾਂਦਾ, ਉਲਟੀ ਆ ਜੂਗੀ। ਤੁਸੀਂ ਦੇਖੋ, ਤੁਸੀਂ ਆਪਣੀ ਉਂਗਲ ਕੱਟਣ ਦੀ ਕੋਸ਼ਿਸ਼ ਕਰੋ, ਸਰੀਰ ਰੌਲਾ ਪਾਉਂਦਾ, ਉਹ ਮੂਰਖਾ ਮੈਨੂੰ ਕੋ ਵੱਢੀ ਜਾਂਦੇ ਆ। ਬਿਲਕੁਲ। ਜਦਕਿ ਵੱਢਣ ਵਾਲਾ ਤੇ ਵਢਾਉਣ ਵਾਲਾ ਇੱਕੋ ਹੀ ਆ, ਪਰ ਸਰੀਰ ਨਹੀਂ ਜੇ ਕਹਿੰਦਾ ਮੰਨਦਾ ਤੁਹਾਡਾ। ਕੋਈ ਬੰਦਾ ਬੇਵਕੂਫ ਹੋਵੇ ਤੇ ਵੱਖਰੀ ਗੱਲ, ਕੋਈ ਕਰ ਲੇ, ਪਰ ਸਰੀਰ ਆਪਣੀ ਤਰਫੋਂ ਪੂਰਾ ਹੁਕਮ ਦਾ ਪਾਲਣ ਕਰਦਾ। ਵੇਖੋ ਕੁਝ ਚੀਜ਼ਾਂ ਜਿਹੜੀਆਂ ਸਾਡੇ ਕੰਟਰੋਲ 'ਚ ਨੇ, ਜਿੱਦਾਂ ਮੈਂ ਖਾਣਾ ਪੀਣਾ, ਪਿਸ਼ਾਬ ਕਰਨਾ, ਇੱਥੋਂ ਤੱਕ ਪੋਟੀ ਤੇ ਪਿਸ਼ਾਬ ਵੀ ਕੁਦਰਤ ਨੇ ਸਾਡੇ ਕੰਟਰੋਲ 'ਚ ਨਹੀਂ ਛੱਡਿਆ। ਕਿਉਂਕਿ ਬੰਦਾ ਬੜਾ ਗੰਦਾ ਬੰਦਾ ਵਾ, ਇਹ ਬੜਾ ਤੜਾ ਆਲਸੀ ਹੈ। ਜੇ ਪਿਸ਼ਾਬ ਨਹੀਂ ਕਰਨ ਜਾਣਾ ਨੇ ਇਸ ਟਾਈਮ ਤੇ, ਜਦੋਂ ਆਪਾਂ ਨੂੰ ਰੂਟੀਨ ਆਉਂਦੀ ਹੈ ਤੇ ਵੇਖੋ ਪਿਸ਼ਾਬ ਸ਼ੂਬ, ਅਸੀਂ ਸਾਰੇ ਕੰਮ ਛੱਡ ਕੇ ਭੱਜੇ ਜਾਂਦੇ ਹਾਂ। ਕਿਉਂ? ਪਰਮਾਤਮਾ ਨੂੰ ਪਤਾ ਹੈ ਬੰਦਾ ਏਦਾਂ ਦਾ। ਤੁਸੀਂ ਬ੍ਰਸ਼ ਨਹੀਂ ਕਰਨਾ, ਤੁਹਾਡੇ ਮੂੰਹ 'ਚ ਬੋ ਡੇ ਪੈਣੀ। ਤੁਸੀਂ ਅੱਖਾਂ ਧੋਣੀਆਂ ਬਹੁਤ ਜ਼ਰੂਰੀ ਨੇ ਤੇ ਤੁਸੀਂ ਨਹੀਂ ਧੋਣੀਆਂ, ਇਸ ਕਰਕੇ ਵੇਖੋ ਸਵੇਰੇ ਗਿੱਡ ਆ ਜਾਂਦੀ। ਤੁਸੀਂ ਨਹਾਉਣਾ ਨਹੀਂ ਆ, ਤੁਹਾਡੇ ਕੱਛਾਂ 'ਚ ਪਸੀਨਾ ਆਊਗਾ, ਤੁਹਾਨੂੰ ਨਹਾਉਣਾ ਹੀ ਪਊਗਾ। ਪ੍ਰਕਿਰਤੀ ਨੇ ਕੁਝ ਚੀਜ਼ਾਂ ਜਿਹੜੀਆਂ ਨੇ, ਹੁਣ ਵੇਖੋ ਸਾਡੇ ਅੰਦਰ ਜਿੰਨਾ ਵੀ ਆਪਾਂ ਖਾਣਾ ਖਾਂਦੇ ਆ, ਸਾਡੇ ਸਰੀਰ ਦੇ ਵਿੱਚ ਰਾਤ ਨੂੰ ਡਿਵਾਈਡੇਸ਼ਨ ਹੁੰਦੀ ਹੈ। ਰਾਤ ਨੂੰ ਨਿੱਜਾ ਸਾਹਿਬ ਹਰ ਟਾਈਮ ਤੇ ਸਪਲਾਈ ਜਾਰੀ ਹੈ ਨਾ। ਬਿਲਕੁਲ, ਹਰੇਕ ਅੰਗ ਨੂੰ ਪਹੁੰਚ ਰਹੀ ਹੈ ਸਪਲਾਈ। ਇੱਕ ਜਿਹੜਾ ਤੁਹਾਡਾ ਵਾਲ ਆ,
ਉਹਨੂੰ ਵੀ ਸਪਲਾਈ ਜਾ ਰਹੀ। ਇੱਕ ਤੁਹਾਡੀ ਬੋਡੀ ਦਾ ਰੋਮ ਰੰਗ ਵੀ ਜਿਹੜਾ ਉਹ ਵੀ ਉਹਦੇ ਲਈ ਹਰ ਦਿਨ ਪ੍ਰੋਡਕਸ਼ਨ ਹੋ ਰਹੀ ਹੈ, ਤਾਂ ਹੀ ਉਹ ਚੱਲ ਰਿਹਾ। ਹੱਡੀ ਟੁੱਟ ਜਾਂਦੀ ਹੈ, ਕੁਦਰਤ ਨੂੰ ਪਤਾ ਹੈ ਹੱਡੀ ਟੁੱਟ ਜਾਣੀ ਹੈ, ਪਰ ਉਹਨੇ ਇੱਕ ਕਲਾਉਜ਼ ਬਣਾਇਆ, ਬੇਸ਼ੱਕ ਡਾਕਟਰ ਵਿੱਚ ਲੋਹਾ ਲਾਵਾ ਪਾ ਦੇਣ, ਪਰ ਉਹਨਾਂ ਚਿਰ ਤੱਕ ਉਹ ਹੱਡੀ ਜੁੜੇਗੀ ਨਹੀਂ ਜਿੰਨਾ ਚਿਰ ਤੱਕ ਉਹ ਹੱਡੀ ਦੇ ਵਿੱਚੋਂ ਜਿਹੜਾ ਲਿਕੁਇਡ ਆਪਣੇ ਆਪ ਨਹੀਂ ਨਿਕਲਦਾ। ਬੰਦਾ ਪੁੱਛੋ ਤੁਹਾਡੀ ਲੱਕੜ ਕਿਉਂ ਨਹੀਂ ਜੁੜ ਜਾਂਦੀ? ਨਜਰ ਸਾਹਿਬ, ਹੱਡੀਆਂ ਤੇ ਟੁੱਟੀਆਂ ਪਈਆਂ ਨੇ, ਉਹਦੇ ਚ ਤੇ ਜਾਨ ਕੋਈ ਨਹੀਂ ਗਈ, ਪਰ ਉਹ ਕਿਹਦੇ ਹੁਕਮ ਚ ਚੱਲਣੀ ਹੈ? ਕਿੰਨੇ ਕਮਾਂਡ ਕੀਤੀ ਉਹਨਾਂ ਨੂੰ? ਐ ਨਜਰ ਸਾਹਿਬ, ਬਿਲਕੁਲ ਗੱਲ ਬਿਲਕੁਲ। ਤੁਸੀਂ ਆਪਣੀਆਂ ਹੱਡੀਆਂ ਦਾ ਡਿਜ਼ਾਈਨ ਵੇਖੋ, ਚੱਪਣੀ ਲੱਗੀ ਅਗਲੇ ਬੰਨੇ, ਕੋਈ ਚੱਪਣੀ ਨਾ ਹੋਵੇ। ਤੁਹਾਡੇ ਨੌ ਨਾ ਹੋਣ, ਤੁਸੀਂ ਚੀਜ਼ ਨਹੀਂ ਫੜ ਸਕਦੇ, ਕੁਛ ਨਹੀਂ ਕਰ ਸਕਦੇ ਤੁਸੀਂ। ਇਹ ਤਾਂ ਮਤਲਬ ਇਹ ਡਿਜ਼ਾਈਨਿੰਗ ਕੀਤੀ ਅਗਲੇ ਨੇ, ਉਹਨੂੰ ਪਤਾ ਕਿ ਇਹ ਚੀਜ਼ਾਂ ਦੀ ਲੋੜ ਹੈ। ਹੱਥ ਵੇਖੋ ਕਿੱਦਾਂ ਕੰਮ ਕਰਦੇ, ਤੁਹਾਡੇ ਸਰੀਰ ਨੂੰ ਕਿੱਦਾਂ ਉਹ ਮੇਨਟੇਨ ਕਰਕੇ ਰੱਖਦੇ ਆ, ਉਹ ਖੁਦ ਵੀ ਆਪਣੀ ਮੇਨਟੇਨੈਂਸ ਕਰਦੇ ਆ। ਮੇਰੀ ਉਂਗਲ ਤੇ ਸੱਟ ਲੱਗਾ ਸੀ, ਮੁੜ ਕੇ ਨਾਲਾ ਬੰਨਣਾ ਮੇਰੇ ਤੋਂ ਔਖਾ ਹੋ ਗਿਆ ਸੀ। ਇੱਕ ਹੱਥ ਨਾਲ ਵੀ ਕੰਮ ਚੱਲ ਸਕਦਾ ਹੈ। ਰੱਬ ਨੇ 2 ਕਿਉਂ ਦਿੱਤੇ? 5 ਉਂਗਲਾਂ ਕਿਉਂ ਦਿੱਤੀਆਂ? ਇੱਕ ਉਂਗਲ ਵੱਢ ਕੇ ਵੇਖੋ, ਤੁਹਾਨੂੰ ਪਤਾ ਲੱਗ ਜੂਗਾ। ਨਿਜਤਾ ਬਿਲਕੁਲ ਕੰਮ ਹੀ ਨਹੀਂ ਹੋਣਾ। ਬਿਲਕੁਲ, ਉਹਦਾ ਡਿਜ਼ਾਈਨ ਤਾਂ ਪਰਫੈਕਟ ਹੈਗਾ ਜੀ, ਉਹਦਾ ਡਿਜ਼ਾਈਨ ਦੇ ਵਿੱਚ ਤਾਂ ਕਮੀ ਆਪਾਂ ਕੱਢ ਹੀ ਨਹੀਂ ਸਕਦੇ। ਨਹੀਂ ਨਿਜਤਾ, ਪਰ ਇਹ ਵੀ ਤੇ ਬ੍ਰਹਮ ਦਾ ਵਿਚਾਰ ਹੀ ਹੋ ਰਿਹਾ। ਬਿਲਕੁਲ, ਤੁਸੀਂ ਕਹਿ ਦੋ ਇੱਥੇ ਕੰਨਾਂ ਦੀ ਲੋੜ ਨਹੀਂ। ਤੁਹਾਡੇ ਕੰਨ ਦੇ ਵੇਖੇ ਕੰਨ ਕਿੱਦਾਂ ਡਿਜ਼ਾਈਨ ਕੀਤੇ, ਐਨਕਾਂ ਟੰਗਣ ਦੇ ਲਈ, ਪਲੱਸ ਤੁਹਾਡੇ ਸਿਰ 'ਚ ਪਾਣੀ ਪਵੇ ਉਹ ਕੰਨਾਂ 'ਚ ਨਾ ਵੜੇ, ਉਸ ਲਈ ਤੇ ਕਵਰ ਦਿੱਤੇ ਨੇ ਸਪੈਸ਼ਲ। ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਜਿਹੜਾ ਤੁਹਾਡੇ ਕੰਨ ਦਾ ਡਰਾਮਾ ਆ, ਕਿੱਡਾ ਜ਼ਬਰਦਸਤ ਪਰਦਾ ਬਣਾਇਆ, ਇੱਕਦਮ ਢੋਲ ਦੇ ਵਾਂਗੂ ਸਾਰੀਆਂ ਆਵਾਜ਼ਾਂ। ਆਪ ਜਸਟ ਸੋਚੋ ਯਾਰ, ਕਿੰਨੀ ਸਫਾਈ ਨਾਲ ਕੰਮ ਕੀਤਾ ਹੈ। ਇੱਧਰ ਮੈਂ ਆਵਾਜ਼ ਸੁਣਨਾ, ਮੈਨੂੰ ਇੱਕ ਆਵਾਜ਼ ਨਿੱਜਰ ਸਾਹਿਬ ਦੀ ਆਵਾਜ਼ ਦਾ ਪਤਾ, ਮੇਰੀ ਮਾਤਾ ਦਾ ਆਵਾਜ਼ ਦਾ ਪਤਾ ਹੈ, ਤੁਹਾਨੂੰ ਚਾਚਿਆਂ ਭੂਆ ਫੁੱਫੜਾਂ ਜਿੱਥੋਂ ਜਾਨਵਰਾਂ ਦੀ ਆਵਾਜ਼ਾਂ ਦਾ ਪਤਾ ਹੈ। ਇਹਦਾ ਮਤਲਬ ਕਿ ਆਵਾਜ਼ਾਂ ਨੂੰ ਸਮਝਣ ਦੇ ਲਈ ਤੁਹਾਡੇ ਅੰਦਰ ਕੋਈ ਮਸ਼ੀਨ ਲੱਗੀ ਹੈ, ਉਹ ਤੇ ਦੱਸਦੀ ਹੈ ਇਹ ਫਲਾਣਾ ਬੰਦਾ ਬੋਲਦਾ। ਬਿਲਕੁਲ ਬਿਲਕੁਲ ਸਹੀ ਹੈ। ਅੱਛਾ, ਉਹ ਵੀ ਛੱਡੋ, ਇੱਥੋਂ ਤੱਕ ਤੁਹਾਡੀ ਜ਼ਿੰਦਗੀ 'ਚ 50 ਬੰਦੇ 60 ਬੰਦੇ 100 ਬੰਦੇ, ਜਿਹੜੀ ਗੱਲ ਨਿੱਜਰ ਸਾਹਿਬ ਨਾਲ ਮੈਂ ਕੱਲ ਕੀਤੀ ਆ, ਮੈਨੂੰ ਪਤਾ ਵਾ ਮੈਂ ਨਿੱਜਰ ਸਾਹਿਬ ਨਾਲ ਕੱਲ ਗੱਲ ਕੀਤੀ ਆ, ਉਹ ਪੁਰਜਾ ਕਿਹਨੇ ਲਾਇਆ? आपने नोटिस किया कदे? आप देखो, आप किसी बंदे ਨੂੰ ਮਿਲਦੇ ਜੋ, ਇਹਦਾ ਮਤਲਬ ਕਿ ਇੱਕ ਬੰਦੇ ਦੇ ਅੰਦਰ ਫਾਈਲ ਬਣੀ ਹੋਈ ਹੈ। ਮਤਲਬ ਨਹੀਂ, ਅੰਦਰ ਇੰਨੀ ਵੱਡੀ ਸੈਟਿੰਗ, ਇੰਨੀ ਵੱਡੀ ਮੈਮਰੀ। ਆਪਨੇ ਜਾਣਾ ਹੈ, ਕਿਤੇ ਪਹੁੰਚਣਾ ਹੈ, ਜਿਹੜੀ ਚੀਜ਼ ਦੀ ਲੋੜ ਆ, ਤੁਹਾਡਾ ਮਨ ਕੇਵਲ ਉਹ ਦੇਖਦਾ ਹੈ। ਫਾਲਤੂ ਦੀਆਂ ਗੱਡੀਆਂ ਕਾਰਾਂ ਇੱਧਰ ਉੱਧਰ ਸੜਕ ਤੇ ਕੀ ਲੱਗਾ ਹੈ, ਕਿੰਨੀਆਂ ਲਾਈਟਾਂ ਲੱਗੀਆਂ, ਵੇਲੇ ਤੁਸੀਂ ਪੈ ਜਾਓ, ਪਰ ਉਹ ਚੋਂ ਡਾਟਾ ਕੋਈ ਇਕੱਠਾ ਨਹੀਂ ਜੋ ਕਰਦਾ। ਉਸ ਟਾਈਮ ਤੇ ਕੇਵਲ ਉਹਨਾਂ ਕੀ ਬ੍ਰੇਨ ਕੰਮ ਕਰਦਾ ਹੈ ਕਿ ਟ੍ਰੈਫਿਕ 'ਚ ਕਿੱਦਾਂ ਲੰਘਣਾ, ਗੱਡੀ 'ਚ ਤੇਲ ਹੈਗਾ ਕਿ ਨਹੀਂ ਹੈਗਾ, ਕਿੰਨੀ ਸਪੀਡ ਨਾਲ ਗੱਡੀ ਚਲਾਉਣੀ ਆ, ਰਸਤੇ 'ਚ ਟ੍ਰੈਫਿਕ ਆ ਗਈ ਆ, ਜਾਂ ਕੋਈ ਫੋਨ ਆ ਗਿਆ ਜਾਂ ਫੋਨ ਕਰਨਾ, ਬਸ ਉਹਨਾਂ ਕੁ ਲਿਮਿਟਡ ਡਾਟਾ ਯੂਜ਼ ਕਰਦਾ। ਇਹਦਾ ਮਤਲਬ ਕਿ ਇਹ ਮਸ਼ੀਨ ਕਿੰਨੇ ਬਣਾਈ ਆ, ਉਹਨੂੰ ਪਤਾ ਹੈ ਕਿ ਇਹਦੀ ਕਿੰਨੀ ਕੁ ਲੋੜ ਆ, ਔਰ ਕਿਸ ਟਾਈਮ ਤੇ ਕਿੰਨਾ ਕੁ ਦਿਮਾਗ ਵਰਤਣਾ ਹੈ, ਕਿਸ ਟਾਈਮ ਤੇ ਕਿੰਨਾ ਕੁ ਵਰਤਣਾ ਹੈ। ਰਾਤ ਨੂੰ ਜਦੋਂ ਆਪਾਂ ਸੌ ਜਾਂਦੇ ਹਾਂ, ਆਹ ਸਾਡੇ ਹੱਥ ਨਹੀਂ ਛੱਡਿਆ ਰੱਬ ਨੇ, ਉਹਨੂੰ ਪਤਾ ਹੈ ਭੁਲੱਕੜ ਹੈਗਾ, ਇੱਥੇ ਅਲਮਾਰੀ 'ਚ ਰੱਖ ਕੇ ਚੀਜ਼ ਭੁੱਲ ਜਾਂਦਾ, ਇਹ ਸਾਹ ਲੈਣਾ ਵੀ ਭੁੱਲ ਸਕਦਾ। ਉਹ ਕੰਟਰੋਲ 'ਚ ਨਹੀਂ ਸਾਡੇ ਦਿੱਤਾ ਉਹਨੇ। ਦਿਲ ਦਾ ਧੜਕਣਾ ਉਹ ਵੀ ਸਾਡੇ ਕੰਟਰੋਲ 'ਚ ਨਹੀਂ, ਰੋਟੀ ਨੂੰ ਪਚਾਉਣਾ ਉਹ ਵੀ ਸਾਡੇ ਕੰਟਰੋਲ 'ਚ ਨਹੀਂ, ਹਵਾ ਲੈਣੀ ਵੀ ਸਾਡੇ ਕੰਟਰੋਲ 'ਚ ਨਹੀਂ ਆ। ਤੁਸੀਂ ਸਾਹ ਨਹੀਂ ਲੈ ਸਕਦੇ, ਨਾ ਤੁਸੀਂ ਸਾਹ ਛੱਡ ਸਕਦੇ। ਤੁਹਾਡੇ ਅੰਦਰ ਇੱਕ ਪ੍ਰੋਗਰਾਮ ਨਹੀਂ ਹੈ, ਜਿੱਥੇ ਤੁਹਾਡੀ ਰੋਟੀ ਜਾਂਦੀ ਆ ਉੱਥੇ ਹੀ ਤੁਹਾਡਾ ਸਾਹ ਜਾਂਦੇ ਆ। ਦੇਖੋ ਨਿੱਜਰ ਸਾਹਿਬ, ਕਿਆ ਕਮਾਲ ਦੀ ਚੀਜ਼। ਬਿਲਕੁਲ, ਕਿੱਡੀ ਚਲਾਕੀ। ਇਹ ਸਾਰਾ ਬ੍ਰਹਿਮੰਡ ਉਹਨੇ ਬੁੱਧੀ ਨਾਲ ਬਣਾਇਆ, ਉਹਦੀ ਬੁੱਧੀ ਸਾਡੇ ਕੋਲ ਹੈਗੀ ਆ। ਜਿਹੜਾ ਇੱਕ ਪੇਂਟਰ ਹੈ ਨਾ, ਇਹ ਪਰਮਾਤਮਾ ਦਾ ਗੁਣ ਹੈ। ਲੇਖਕ ਵੀ ਪਰਮਾਤਮਾ ਹੈ, ਰਾਈਟਰ ਹੈ ਪਰਮਾਤਮਾ, ਲਿਖਦਾ ਹੈ ਬੜਾ ਕੁਝ। ਮੈਥ ਦਾ ਗੁਣ ਵੀ ਪਰਮਾਤਮਾ ਤੋਂ ਸਾਡੇ ਕੋਲ ਆਇਆ। ਇਹ ਸਾਰਾ ਸੰਸਾਰ ਕਿਹਦੀ
ਇਹ ਮਾਇਆ ਇਹ ਬਣਿਆ ਮੈਥ ਦੇ ਨਾਲ ਬਣਿਆ। ਧਰਤੀ ਦੀ ਸਪੀਡ, ਸੂਰਜ ਕਿੰਨਾ ਦੂਰ ਹੋਵੇਗਾ, ਹਵਾ ਦੀ ਸਪੀਡ, ਪ੍ਰਕਾਸ਼ ਦੀ ਸਪੀਡ, ਹਰ ਚੀਜ਼, ਆਕਾਰ, ਸਾਰਾ ਮੈਥ। ਜਿੱਦਾਂ ਆਪਾਂ ਘਰ ਬਣਾਉਂਦੇ ਹਾਂ, ਤੁਸੀਂ ਵੇਖੋ ਤੁਹਾਨੂੰ ਆਰਕੀਟੈਕਟ ਦੀ ਡਿਜ਼ਾਈਨ ਚਾਹੀਦਾ, ਬੂਹਾ ਕਿੱਡਾ ਬਾਰੀ ਕਿੱਡੀ, ਪੱਖਾ ਕਿੱਡਾ ਹੋਊਗਾ, ਥੱਲੇ ਫਰਸ਼ ਦੀ ਚੱਲ ਕਿੱਡੀ ਲੱਗੂਗੀ। ਅੱਜ ਕੱਲ੍ਹ ਮੈਜਰਮੈਂਟ ਨਹੀਂ ਆਪਾਂ ਫਿੱਟ ਕਰਦੇ ਨਾ ਸਾਰਾ ਕੁਛ। ਦੀਵਾਰ ਕਿੰਨੀ ਉੱਚੀ ਹੋਊਗੀ, ਕਮਰਾ ਕਿੱਡਾ ਵੱਡਾ ਹੋਊਗਾ, ਸਭ ਕੁਛ ਮੈਥ। ਇਹ ਜੋ ਸ੍ਰਿਸ਼ਟੀ ਚ ਬਣਿਆ A to Z ਮੈਥ ਪਰਮਾਤਮਾ ਨੇ ਬਣਾਇਆ, ਬਹੁਤ ਜ਼ਬਰਦਸਤ। ਫਿਰ ਉਹ ਐਸਾ ਬਣਾ ਬਣਾਉਂਦਾ ਹੈ ਰੁੱਖ ਨੂੰ, ਰੁੱਖ ਵੀ ਜਿੰਦਾ ਹੈ, ਘਾਹ ਵੀ ਜਿੰਦਾ ਜੀ। ਪਸ਼ੂਈ में ਵੇਖੋਗੇ ਨਾ, ਉਹਨੂੰ ਹੱਥ ਲਾਓਗੇ ਨਾ, ਉਹ ਹੱਥ ਐਨ ਇਕੱਠੀ ਹੋ ਜਾਂਦੀ ਹੈ। ਇਹਦਾ ਮਤਲਬ ਕਿ ਉਹਨੂੰ ਪਤਾ ਹੈ ਇਨਸਾਨ ਹੈ, ਸੈਂਸ ਹੈਗਾ ਉਹਦੇ ਵਿੱਚ, ਨਿਜਰ ਸਾਹਿਬ ਸੈਂਸ ਹੈਗਾ। ਅਬ ਜਦ ਸੋਚੋ, ਹੁਣ ਤੁਸੀਂ ਕਹੋਗੇ ਉਹਦੇ ਚ ਦਿਮਾਗ ਨਹੀਂ ਹੈਗਾ ਨਾ, ਉਹਦੀਆਂ ਲੱਤਾਂ ਲੁੱਤਾਂ ਬਾਹਾਂ ਬੂਹਾਂ ਨਾ, ਪਰ ਉਹ ਕਿੱਦਾਂ ਮਹਿਸੂਸ ਕਰ ਜਾਂਦੀ ਹੈ। ਇਹਦਾ ਮਤਲਬ ਕਿ ਉਹ ਜਿੰਦਾ ਵਾ। ਬਿਲਕੁਲ। ਹੁਣ ਜਿੱਦਾਂ ਆਪਾਂ ਬਾਜ਼ਾਰ ਗਏ ਆ, ਸਾਹਮਣੇ ਸੱਪ ਵੇਖਿਆ, ਆਪਾਂ ਡਰ ਗਏ, ਪਿੱਛੇ ਹੋ ਜਾਂਦੇ, ਉਸੇ ਤਰ੍ਹਾਂ ਉਹ ਕਰ ਰਹੀ। ਇਹਦਾ ਮਤਲਬ ਪੌਦੇ ਜਿੰਦਾ ਵਾ ਸਾਰੇ, ਪਰ ਉਹ ਜਿੰਦਾ ਨਹੀਂ। ਬਹੁਤ ਵੱਡੀ ਗੱਲ, ਬਹੁਤ ਜ਼ਿਆਦਾ ਵੱਡੀ। ਜੇਕਰ ਇਹਨਾਂ ਗੱਲਾਂ ਨੂੰ ਆਪਾਂ ਨਹੀਂ ਨਾ ਵਿਚਾਰ ਕਰਦੇ ਤੇ ਤੁਹਾਨੂੰ ਪਤਾ ਥੋੜੀ ਲੱਗਣਾ ਕਿ ਮਾਇਆ 'ਚ ਬੈਠੇ ਆ। ਉੱਥੇ ਕਿਤੇ ਪਤਾ ਲੱਗ ਜਾਂਦੇ ਆ। ਇਸੇ ਲਈ ਸੰਗਤ ਕਰਨੀ ਆ ਕਿ ਸੰਗਤ 'ਚ ਗੱਲਾਂ ਹੁੰਦੀਆਂ ਰੱਬ ਦੀਆਂ ਤਾਰੀਫਾਂ ਕਰੀਏ। ਤੁਸੀਂ ਮੇਰੀ ਤਾਰੀਫ ਕਰੋਗੇ ਨਾ, 2-4 ਮਿੰਟ 'ਚ ਕਹਾਣੀ ਖਤਮ। ਕੌਣ ਹੈ ਚਰਨਜੀਤ ਜੀ, 42-43 ਸਾਲ ਉਮਰ ਆ, ਫਲਾਣੇ ਪਿੰਡ 'ਚੋਂ ਨਿਕਲਿਆ ਸੀ, ਏਦਾਂ ਨੇ ਕੰਮ ਕੀਤੇ ਆ, ਇੱਥੇ ਮਾੜਾ ਮੋਟਾ ਕੰਮ ਕਰਕੇ ਹੁਣ ਫਲਾਣੀ ਜਗ੍ਹਾ 'ਚ ਬੈਠਾ ਹੈ, ਇੱਕ ਮਕਾਨ ਹੈ ਨਿੱਕਾ ਜਿਹਾ, 2 ਬੱਚੇ ਨੇ, ਇੱਕ ਘਰ ਦੀ ਉੱਤੇ ਵੀ ਗੱਲ ਖਤਮ ਹੋ ਗਈ। 2-4 ਪੇਜਾਂ 'ਚ ਕਹਾਣੀ ਖਤਮ। ਤੇ ਪਰਮਾਤਮਾ ਦੇ ਗੁਣਾਂ ਦੀ ਤੁਸੀਂ ਤਾਰੀਫ ਕਰੋ। ਰੇਤਾ ਦੇ ਕਣ ਦੀ ਗੱਲ ਚਾਲੂ ਕਰ ਲਓ, ਅੰਗੂਰਾਂ ਦੀ ਗੱਲ ਕਰ ਲਓ, ਸੇਬ ਦੀ ਗੱਲ ਕਰ ਲਓ, ਉਹਦੇ ਬੜੀ ਵੱਡੀ ਕਹਾਣੀ ਆ। ਆਪਾਂ ਕਹਿੰਦੇ ਸੇਬ ਹੈ, ਗੱਲ ਖਤਮ। ਕੀ ਹੈਗੇ ਜੀ, ਫਲਾਣੇ ਤੱਤ ਹੈ, ਪਰ ਉਹ ਤੱਤ ਤੇ ਨਹੀਂ ਨਾ ਹੈਗੇ। ਕੀੜੀ ਕਹਿ ਦੋ, ਕੀੜੀ ਜੀ, ਉਹ ਸਾਇੰਸ ਕਹਿੰਦੀ ਜੀ ਇਹ ਕੀੜੀ ਗੀ, ਉਹ ਗੱਲ ਤੇ ਖਤਮ ਹੋ ਗਈ, ਕੀੜੀ ਆ, ਪਰ ਉਹਦੀ ਚ ਪੁਰਜਾ ਕਿੱਥੋਂ ਲਾਇਆ? ਉਹ ਕੌਣ ਹੈ ਕਲਾਕਾਰ? ਉਹਨਾਂ ਅੱਖਰ ਤੇ ਤੂੰ ਛੋਟਾ ਲਿਖ ਨਹੀਂ ਸਕਦਾ, ਉਹਦੇ ਜੀ ਬਣਾ ਦਿੰਦਾ ਐਡਾ ਪਾਵਰਫੁਲ। ਅਬ ਜਸਟ ਸੋਚੋ, ਮੇਰੇ ਵਰਗੇ ਨੂੰ ਕਹੋ ਨਾ ਬਰੀਕ ਤੋਂ ਬਰੀਕ ਲਿਖ, ਮੈਂ ਕਿੰਨਾ ਕੁ ਬਰੀਕ ਲਿਖ, ਛੋਟਾ ਜਿਹਾ ਲਿਖੂੰਗਾ, ਪਰ ਉਹ ਮੇਰੀ ਲਿਖਤ ਤੋਂ ਵੀ ਛੋਟਾ ਕੀੜਾ ਜਾਨਵਰ ਐਸੇ ਕੀੜੇ ਤਿਆਰ ਕਰ ਦਿੰਦਾ ਜਿਹੜੀ ਹਵਾ 'ਚ ਹੀ ਰਹਿੰਦੇ ਨੇ, ਦਿਸਦੇ ਵੀ ਨਹੀਂ ਆ, ਦਿਸਦੇ ਵੀ ਨਹੀਂ, ਅੱਖਾਂ ਨਾਲ ਵੀ ਨਹੀਂ ਦੇਖ ਸਕਦੇ। ਉਹ ਕਹਿੰਦੇ ਕੀਟਾਂ ਅੰਦਰ ਕੀਟ ਹੈ, ਕੀੜਿਆਂ ਦੇ ਅੰਦਰ ਵੀ ਕੀਟ ਹੈਗੇ। ਬਹੁਤ ਬੋਲੇ ਤਾਂ ਬਹੁਤ, ਕਹਿੰਦੇ ਵੱਡਾ ਕਹੀਏ, ਕਿੱਡਾ ਕਹਿ ਦੇਗਾ? ਵੱਡਾ ਤਾਂ ਕਵੇਂਗਾ ਉਹਦੇ ਲੈਵਲ ਦਾ ਕੋਈ ਹੋਰ ਹੋਵੇ, ਤੂੰ ਕੰਪੇਅਰ ਕਰਦੇ ਆ ਰੁੱਖ ਛੋਟਾ ਤੇ ਆ ਰੱਖੋ ਵੱਡਾ। ਕਹਿੰਦੇ ਜਦੋਂ ਹੈ ਹੀ ਉਹ ਆ, ਤੂੰ ਇਹ ਵੀ ਨਾ ਕਹਿ ਕਿ ਵੱਡਾ ਵਾ, ਕਿਉਂਕਿ ਵੱਡਾ ਕਹਿਣਾ ਵੀ ਕਿੱਡਾ ਕੁ ਵੱਡਾ ਤੂੰ ਕਹਿੰਦੇ ਹੁਣ ਬਹੁਤਾ ਵੱਡਾ। ਹੁਣ ਵੱਡੇ ਕਹਿਣ ਦੇ ਲਈ ਤੇ ਇਹਦਾ ਮਤਲਬ ਪਹਿਲਾਂ ਤੂੰ ਵੇਖਿਆ ਹੋ ਕਿਸੇ ਨੂੰ, ਫਿਰ ਹੀ ਕਵੇਂਗਾ ਬਹੁਤਾ ਵੱਡਾ। ਇਹ ਸੋ ਪਰਮਾਤਮਾ ਦੀ ਗੱਲ ਹੋ ਗਈ। ਇਹ ਜਿੰਨਾ ਵੀ ਬਣਿਆ ਮਾਇਆ, ਇਹ ਪਰਮਾਤਮਾ ਨੇ ਬਣਾਇਆ, ਆਪਣੇ ਹੱਥੀਂ ਬਣਾਇਆ ਉਹਨੇ। ਹੱਥੀਂ ਮਤਲਬ ਉਹਦੇ ਹੱਥ ਤੇ ਨਹੀਂ ਹੈਗੇ, ਬਟ ਕਹਿਣ ਤੋਂ ਭਾਵ ਹੈ ਕਿ ਉਹਨੂੰ ਹੱਥਾਂ ਦੀ ਲੋੜ ਨਹੀਂ ਪੈਂਦੀ, ਪਰ ਬਣਾਇਆ ਉਹਨੇ ਆਪ। ਕਿ ਸਾਰਾ ਕੁਝ ਬਹੁਤ ਪਰਫੈਕਟ ਆ, ਬਹੁਤ ਜ਼ਿਆਦਾ। ਔਰ ਐਸਾ ਨਾ ਬਣਾਇਆ ਹੈ, ਪਤਾ ਹੀ ਨਹੀਂ ਕਿੰਨੇ ਸਾਲ ਜਨਮਾਂ ਤੱਕ ਏਦਾਂ ਚੱਲੇਗਾ। ਇੰਨਾ ਅਪਗ੍ਰੇਡ ਹੈ, ਇਹ ਰੁਕੇਗਾ ਨਹੀਂ, ਅੱਗੇ ਹੋਰ ਪ੍ਰੋਗਰੈਸ ਹੋਈ ਜਾਣੀ ਬਹੁਤ ਫਾਸਟ। ਔਰ ਅੱਜ ਦੇ ਯੁੱਗ 'ਚ ਜਿਹੜਾ ਆਪਾਂ ਬੈਠੇ ਨਾ, ਆਪਾਂ ਕਹਿੰਦੇ ਕਿ ਅਸੀਂ ਬੜੇ ਪਹੁੰਚ ਗਏ ਹਾਂ ਤੇ ਬਹੁਤ ਤਰੱਕੀ ਹੋ ਗਈ। ਤੁਸੀਂ 100-150 ਸਾਲ ਬਾਅਦ ਵੇਖੋਗੇ ਨਾ, ਤੇ ਤੁਸੀਂ, ਤੁਹਾਡੇ ਨਿਆਣਿਆਂ ਨੇ ਕਹਿਣਾ ਉਹ ਸਾਡੇ ਬਜ਼ੁਰਗਾਂ ਨੂੰ ਤੇ ਪਤਾ ਕੁਛ ਨਹੀਂ ਸੀ, ਪਤਾ ਨਹੀਂ ਕਿਹੜੇ ਮਤਲਬ ਪੁਰਾਣੇ ਯੁੱਗ ਦੇ ਵਿੱਚ ਬੈਠੇ ਸੀ। ਆਹ ਵੇਖੋ ਹੁਣ ਸਾਡੇ ਕੋਲ ਟੈਕਨੋਲੋਜੀ। ਆਪ ਜਸਟ ਸੋਚੋ ਅੱਗੇ ਆਉਣ ਵਾਲਾ ਸਮਾਂ ਕਿੰਨਾ ਨਿੱਜਰ ਸਾਹਿਬ ਡਿਵੈਲਪ ਹੋ ਜਾਣਾ। ਉਹਨੂੰ ਕਹਿੰਦੇ ਆ ਦਕੀਆ ਨੂੰ ਸੀ, ਬਈ ਮਾਂ ਬਾਪ ਤਾਂ ਸਾਡੇ ਐਵੇਂ ਹੀ ਦਕੀਆ ਨੂੰ ਸੀਗੇ, ਕੁਛ ਨਹੀਂ ਪਤਾ ਸੀਗਾ। ਅੱਜ ਤਾਂ ਆਪਾਂ ਬਜ਼ੁਰਗਾਂ ਨੂੰ ਕਹਿ ਦਿੰਦੇ ਆ, ਸਾਡਿਆਂ ਕੋ ਵਿਚਾਰਿਆਂ ਕੋ ਦੇਸੀ ਸੀ। 30-35-40 ਸਾਲ 'ਚ ਜੋ ਮੈਂ ਕੁਝ ਵੇਖ ਲਿਆ, ਇਹ ਚੀਜ਼ਾਂ ਤੇ ਬਹੁਤ ਪਿੱਛੇ ਰਹਿ ਜਾਣੀਆਂ। ਬਿਲਕੁਲ, ਇਹ ਤਾਂ ਬਹੁਤ ਅੱਗੇ ਚੱਲ ਜਾਣਾ। ਤੋ ਇੱਥੇ ਆਪਾਂ ਕਥਾ ਤੇ ਆਪਾਂ ਗੱਲ ਕਰਦੇ ਹਾਂ। ਇਸ ਮੈਂ ਦੇ ਲਾਗੇ ਤੂੰ ਆ, ਮੈਂ ਦੇ ਅੰਦਰ ਤੂੰ ਆ, ਉਸ ਤੂੰ ਦੇ ਕੋਲ ਪਹੁੰਚਣਾ। ਔਰ ਮੈਂ ਤੇ ਤੂੰ ਦੇ ਵਿਚਕਾਰ ਕੀ ਆ? ਵਿਚਾਰਵਾਦ। ਸਿੰਪਲ, ਆਪ ਵਿਚਾਰ ਨੂੰ ਕਰੇ ਪਰੇ ਕਰ ਦੋ,
ਤੇ ਫਿਰ ਮੈਂ ਜਿਹੜਾ ਤੂੰ ਨੂੰ ਵੇਖ ਲੈਂਦਾ। ਇੰਨਾ ਸਿੰਪਲ। जब हम होते तब तुम नहीं, जब तुम होते तब हम। तो एक ਤੇ ਮੈਂ ਦਾ ਨਾ ਹੋਣਾ ਵਿਚਾਰ ਗਏ, ਉਹ ਫਿਰ ਗੁਰੂ ਨਾਨਕ ਪਾਤਸ਼ਾਹ ਦੀ ਤੁਕ ਦੇ ਵਿੱਚ ਫਿਰ ਵਾਪਸ ਜਾਣਾ ਪੈਣਾ। ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ। ਬਸ ਵਿਚਾਰ ਕਿੱਥੋਂ ਆਉਂਦੇ ਨੇ? ਕਿਉਂਕਿ ਉਹਨਾਂ ਨੂੰ ਸਪੋਰਟ ਕਰ ਰਿਹਾ ਸਾਡੇ ਅੰਦਰ ਕੋਈ ਤੱਤ। ਅਸੀਂ ਦੇਖੋ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਬਾਣੀ ਚ ਨਹੀਂ ਕਿਹਾ ਕਿ ਤੁਸੀਂ ਇਹਨਾਂ ਦਾ ਤਿਆਗ ਕਰੋ, ਕਿਉਂਕਿ ਤੁਸੀਂ ਤਿਆਗ ਨਹੀਂ ਕਰ ਸਕਦੇ। ਇਹ ਚੀਜ਼ ਛੁੱਟ ਜਾਵੇ। ਜਿੱਦਾਂ ਇੱਕ ਦਰਖਤ ਦੇ ਨਾਲ ਫਲ ਲੱਗਾ, ਪੱਕ ਕੇ ਆਪੇ ਅਲੱਗ ਹੋ ਜੇ, ਪਤਾ ਦਰਖਤ ਨੂੰ ਨਾ ਲੱਗੇ ਨਾ ਫਲ ਨੂੰ ਨਾ ਲੱਗੇ, ਦੋਨੋਂ ਹੀ ਇੱਕਦਮ ਸ਼ਾਂਤੀ ਨਾਲ ਅਲੱਗ ਹੋ ਜਾਣ। ਇਸੇ ਹੀ ਤਰ੍ਹਾਂ ਅਵਗੁਣਾਂ ਨੂੰ ਸਪੋਰਟ ਕਰਨ ਦੇ ਲਈ ਸਾਡੇ ਅੰਦਰ ਕਾਰਨ ਸਰੀਰ ਆ। ਤੁਸੀਂ ਚਾਹ ਕੇ ਵੀ ਤੁਸੀਂ ਉਹਨੂੰ ਰੋਕ ਸਕਦੇ। ਤੁਹਾਡੇ ਮਨ 'ਚ ਕੋਈ ਚੀਜ਼ ਖਾਣ ਨੂੰ ਜੀ ਕੀਤਾ, ਕੋਈ ਚੀਜ਼ ਪੀਣ ਨੂੰ ਜੀ ਕੀਤਾ, ਜਾਂ ਕੁਝ ਵੇਖਣ ਨੂੰ ਦਿਲ ਕੀਤਾ, ਜਾਂ ਕੋਈ ਚੀਜ਼ ਭੋਗਣ ਨੂੰ ਦਿਲ ਕੀਤਾ, ਤੁਸੀਂ ਨਹੀਂ ਕੀਤਾ, ਘਰੇ ਆ ਗਏ, ਤੁਹਾਡਾ ਮਨ ਉੱਥੇ ਬੈਠਾ ਜੇ, ਉੱਥੇ ਬੈਠਾ, ਬਾਰ-ਬਾਰ ਤੁਹਾਨੂੰ ਚੇਤਾ ਕਰਾਓ ਉਹ ਚੀਜ਼। ਇਸੇ ਕਰਕੇ ਮੈਂ ਤੁਹਾਨੂੰ ਖਾਸ ਕਰਕੇ ਕਹਿਣਾ, ਤੁਸੀਂ ਕਿਤੇ ਜ਼ਿੰਦਗੀ 'ਚ ਇਹ ਨਹੀਂ ਕਹਿਣਾ ਆਪਣੇ ਮਨ ਨੂੰ ਕਿ ਮੈਂ ਆਹ ਕੰਮ ਨਹੀਂ ਕਰਨਾ, ਪੰਗਾ ਪੈ ਜਾਣਾ ਜੇ, ਫਿਰ ਇਹਦੀ ਸੂਈ ਫਸ ਜਾਣੀ ਉੱਥੇ ਜਾ ਕੇ। ਨਿਜਾ ਸਾਹਿਬ ਪਰ ਦੇਖੋ ਗੁਰਕਿ ਸਾਹਿਬ, ਜਿਹੜਾ ਆਪਾਂ ਹੁਣ ਕਹਿੰਦੇ ਨਾ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ, ਜੇ ਇਹਨੂੰ ਹੋਰ ਜ਼ਿਆਦਾ ਬਰੀਕੀ ਦੇ ਵਿੱਚ ਜਾਈਏ ਤੇ ਵਿਚਾਰ ਦੇ ਰਾਰੇ ਨੂੰ ਸਿਆਰੀ ਲੱਗੀ ਹੋਈ ਆ। ਵਿਚਾਰ ਨੂੰ ਮਾਰਨਾ ਨਹੀਂ ਹੈ, ਕਹਿੰਦੇ ਵਿਚਾਰ ਤੂੰ ਇਸ ਚੀਜ਼ ਨੂੰ ਵਿਚਾਰ ਕੇ ਕੀ ਕਰ, ਮਾਰਨਾ ਹੈਗਾ ਆਪਾਂ ਨੇ ਆਪਣੇ ਮਨ ਨੂੰ। ਕੰਟਰੋਲ ਮਨ ਤੇ ਕਰਨਾ ਹੈ। ਜੇ ਆਪਾਂ ਜਿਹੜਾ ਹੈਗਾ ਇਹ ਵਿਚਾਰਾਂ ਦੇ ਉੱਤੇ ਜਿੱਧਰ ਨੂੰ ਜਾ ਰਿਹਾ ਹੈ ਉਹਨਾਂ ਨੂੰ ਕੰਟਰੋਲ ਕਰਨ ਲੱਗ, ਕਹਿੰਦੇ ਮਨ ਨੂੰ ਰੋਕ। ਮਨ ਹੈਗਾ ਜਿਹੜਾ ਪਤੰਦਰ, ਜਿਹੜੀ ਸੁਰਤ ਹੈਗੀ ਤੇਰੀ ਜਾ ਰਹੀ ਹੈ ਉਸ ਪਾਸੇ ਨੂੰ, ਉਹਨੂੰ ਰੋਕ, ਤਾਂ ਜਿਹੜਾ ਹੈਗਾ ਤਰ ਜਾਏਗਾ ਤੇ ਜੂਨਾਂ ਦੇ ਵਿੱਚ ਨਹੀਂ ਆਏਗਾ। ਹਾਂਜੀ ਵੀਰ ਜੀ। ਨਿਜਾ ਸਾਹਿਬ, ਆਪਨੇ ਇੱਕ ਕਥਾ ਨਹੀਂ ਸੁਣੀ? ਉਹ ਇੱਕ ਬੰਦਾ ਸੀ, ਉਹ ਕਹਿੰਦਾ ਸੰਤ ਨੂੰ ਕਿ ਵੀ ਮੈਨੂੰ ਸ਼ਕਤੀ ਸ਼ੁਕਤੀ ਦੇ ਦੇ, ਕੋਈ ਮੰਤਰ ਦੇ ਦੇ। ਬਾਬਾ ਸਾਲ ਉਹਦੀ ਜਾਨ ਖਾਂਦਾ ਰਿਹਾ ਤੇ ਬਾਬਾ ਬੜਾ ਦੁਖੀ ਹੋ ਗਿਆ। ਉਹ ਕਹਿੰਦਾ ਯਾਰ ਆਹ ਨੰਬਰ ਆਹ ਲੈ ਲਾ, ਨਾਮ ਇਹਦਾ ਜਾਪ ਕਰੀ ਤੇ ਸ਼ਕਤੀ ਆਉ ਜੂ, ਜੋ ਮਰਜ਼ੀ ਕਰਦੀ। ਉਹ ਜਦੋਂ ਉਹਨੇ ਲਿਆ ਮੰਤਰ, ਉਹਨੇ ਤੇ ਬਾਬੇ ਵਾਲੇ ਵੇਖਿਆ ਨਹੀਂ, ਸਿੱਧਾ ਭੱਜ ਪਿਆ ਤੇ ਬਾਬੇ ਨੇ ਉਹਨੂੰ ਆਵਾਜ਼ ਮਾਰੀ, ਥੋੜਾ ਦੂਰ ਚੱਲ ਗਿਆ ਸੀ। ਕਹਿੰਦਾ ਮੇਰੀ ਗੱਲ ਸੁਣ ਜਾ। ਕਹਿੰਦਾ ਕਿਹੜੀ ਗੱਲ? ਕਹਿੰਦਾ ਇੱਕ ਗੱਲ ਯਾਦ ਰੱਖੀ, ਜਦੋਂ ਤੂੰ ਮੰਤਰ ਦਾ ਜਾਪ ਕਰੇ ਤੈਨੂੰ ਬਾਂਦਰ ਦੀ ਯਾਦ ਨਹੀਂ ਹੋਣੀ ਚਾਹੀਦੀ। ਉਹ ਕਹਿੰਦਾ ਕਿਹੜੀ ਗੱਲ ਹੈ? ਮੈਨੂੰ ਤਾਂ ਪਤਾ ਵੀ ਨਹੀਂ ਬਾਂਦਰ ਨਾਮ ਦੀ ਕੋਈ ਚੀਜ਼ ਦਾ, ਤੂੰ ਛੱਡੋ ਖੜਾ, ਇਹ ਮੈਨੂੰ ਨਹੀਂ ਯਾਦ ਆਊ। ਉਹ ਅਗਲੇ ਦਿਨ ਜਦੋਂ ਉਹਨੇ ਨਾਮ ਜਪਿਆ ਤੇ ਉਹ ਬਾਂਦਰ ਹੀ ਅੱਗੇ ਤੁਰਿਆ ਫਿਰੇ। ਬਾਂਦਰ ਦੀ ਗੱਲ ਦਿਨ ਨਿਕਲੇ। 2-3 ਦਿਨ ਟਰਾਈ ਕੀਤੀ, ਹਾਰ ਕੇ ਉਹ ਮੰਤਰ ਦੇਗਾ ਬਾਬੇ ਨੂੰ ਆਵਾਜ਼। ਉਹ ਕਹਿੰਦਾ ਕਿ ਮੇਰੀ ਜ਼ਿੰਦਗੀ 'ਚ ਇੰਨੇ ਬਾਂਦਰ ਆ ਗਏ ਆ ਕਿਉਂਕਿ ਤੁਸੀਂ ਕਹਿਤਾ। ਕਹਿੰਦਾ ਤੁਹਾਨੂੰ ਕੀ ਲੋੜ ਪਈ ਦੱਸਣ ਦੀ ਕਿ ਮੈਨੂੰ ਬਾਂਦਰ ਨਾ ਯਾਦ ਕਰੋ? ਉਹ ਤਾਂ ਮੈਨੂੰ ਪਤਾ ਵੀ ਨਹੀਂ ਸੀ, ਉਹ ਤੁਸੀਂ ਨਹੀਂ ਦੱਸਿਆ ਤੇ ਸਗੋਂ ਚੰਗਾ ਸੀ, ਮੈਨੂੰ ਤਾਂ ਖਿਆਲ 'ਚ ਨਹੀਂ ਹੋਣਾ। ਤੁਸੀਂ ਜਿਉਂਦਾ ਦੱਸਤਾ ਤੇ ਸਿਆਪਾ ਪੈ ਗਿਆ। ਹੁਣ ਬਾਂਦਰ ਹੀ ਆ, ਮੈਂ ਜਦੋਂ ਪਾਠ ਨੂੰ ਆਉਂਦਾ ਸਾਹਮਣੇ ਬਾਂਦਰ ਖੜਾ ਹੋ ਜਾਂਦਾ। ਇਸੇ ਕਰਕੇ ਜਦੋਂ ਆਪਾਂ ਚੀਜ਼ ਨੂੰ ਛੱਡਦੇ ਹਾਂ ਨਾ ਨਿੱਜਰ ਸਾਹਿਬ, ਉਹ ਚੀਜ਼ ਉੱਥੇ ਖਲੋਤੀ ਰਹਿੰਦੀ ਹੈ। ਤੁਸੀਂ ਇਹ ਨਹੀਂ ਕਹਿਣਾ ਮੈਂ ਕਰਨਾ, ਤੁਸੀਂ ਇਹ ਨਹੀਂ ਕਹਿਣਾ ਮੈਂ ਨਹੀਂ ਕਰਨਾ। ਆਪ ਇਹਨੂੰ ਨਾ ਰਾਜਨੀਤੀ ਵਾਲਾ ਇਹਨੂੰ ਨਾ ਦੇਣੀ। ਜਦੋਂ ਨਿੱਜਰ ਸਾਹਿਬ ਆਪਾਂ ਕਹਿੰਦੇ ਨਹੀਂ ਕਰਨਾ, ਉਹ ਫਿਰ ਉੱਥੇ ਕੀ ਇੱਕ ਨਾ ਬੜਾ ਸੋਲਿਡ ਜਾਂ ਬੜੀ ਵੱਡੀ ਗੱਲ ਹੋ ਜਾਂਦੀ ਹੈ। ਤੁਸੀਂ ਕੋਈ ਨਾ ਜ਼ਿੰਦਗੀ 'ਚ ਵੇਖੋ, ਕੋਈ ਕੰਮ ਕਹਿ ਕੇ ਕਿ ਆਹ ਕੰਮ ਮੈਂ ਨਹੀਂ ਕਰਨਾ, ਫਿਰ ਸਮਾਂ ਵੇਖਿਓ, ਉਹ ਪਤਾ ਨਹੀਂ ਜ਼ਿੰਦਗੀ ਦੇ ਏਦਾਂ ਦੇ ਹਾਲਾਤ ਆ ਜਾਂਦੇ, ਬੰਦੇ ਨੂੰ ਕੰਮ ਕਰਨੇ ਹੀ ਪੈਂਦੇ, ਮੁੜ ਮਜਬੂਰ ਹੋ ਜਾਂਦਾ ਬੰਦਾ। ਇਸ ਕਰਕੇ ਕਮਿਟਮੈਂਟ ਨਹੀਂ ਕਰਨੀ। ਤੁਸੀਂ ਕਹਿਣਾ ਕਿ ਹਜੇ ਮੈਨੂੰ ਲੋੜ ਨਹੀਂ ਆ, ਹਾਂ ਮੈਂ ਕਰ ਵੀ ਸਕਦਾ ਤੇ ਮੈਂ ਨਹੀਂ ਵੀ ਕਰ ਸਕਦਾ। ਉਹਨੂੰ ਏਦਾਂ ਡਬਲ ਜਿਹਾ ਜਵਾਬ ਦਿਓ ਤੇ ਤੁਸੀਂ ਭਾਵੇਂ ਕਰਿਓ ਨਾ ਹੀ, ਬਸ ਇਹਨੂੰ ਕਹਿਣਾ ਕਿ ਫਿਕਸ ਨਹੀਂ ਹੈਗਾ। ਠੀਕ ਹੈ ਨਿਜਾ ਸਾਹਿਬ? ਹਾਂ, ਬਸ ਆਪਾਂ ਨੇ ਟਰਾਈ ਕਰਨੀ ਹੈ ਗੁਰਕੀ ਸਾਹਿਬ। ਬਸ ਜੇ ਇਸੇ ਤਰੀਕੇ ਦੇ ਨਾਲ ਜਿਹੜਾ ਪਹਿਲਾਂ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਅਵਗੁਣ ਕਿਹਨਾਂ ਨੂੰ ਕਹਿੰਦੇ ਆ, ਹੁਣ ਜਦ ਅਵਗੁਣ ਪਤਾ ਲੱਗ ਗਿਆ ਤੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਆਪਾਂ ਨੇ ਜਿਹੜਾ ਹੈਗਾ ਟਰਾਈ ਕਰਨਾ ਹੈ ਕਿ ਅਵਗੁਣ ਜਿਹੜੇ ਹੈਗੇ ਬਈ, ਹੁਣ ਜਿਹੜਾ ਕ੍ਰੋਧ ਆ ਗਿਆ, ਇੱਕ ਨੂੰ ਕਾਮ ਆ ਗਿਆ, ਤੇ ਉਹ ਉਸ ਤੋਂ ਆਪਾਂ ਚੇਤਦੇ ਸੀ, ਉਸ ਤੋਂ ਬਾਅਦ ਜਦੋਂ ਜਿਹੜਾ ਹੈਗਾ ਆਪਾਂ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਆਪਾਂ ਨੂੰ ਹਰਾ ਕੇ ਚਲੇ ਜਾਂਦਾ ਹੈ।
ਤੇ ਉਸ ਤੋਂ ਬਾਅਦ ਜਿਹੜਾ ਹੌਲੀ ਹੌਲੀ ਆਪਾਂ ਨੂੰ ਪਤਾ ਲੱਗਣ ਲੱਗ ਜਾਊਗਾ ਭਾਈ ਵੀ ਆਹ ਇਸ ਟਾਈਮ ਜਿਹੜਾ ਅਗਲੇ ਨੇ ਕੁਛ ਕਹਿਤਾ ਤੇ ਆਪਣੇ ਅੰਦਰ ਜਿਹੜਾ ਇੱਕਦਮ ਕ੍ਰੋਧ ਆ ਰਿਹਾ ਹੈ ਤੇ ਉਦੋਂ ਆਪਾਂ ਰੋਕ ਸਕਦੇ ਹਾਂ ਉਸ ਨੂੰ। ਬਸ ਇਸ ਤਰੀਕੇ ਦੇ ਨਾਲ ਫਿਰ ਜਿਹੜਾ ਉੱਠੂਗਾ ਹੀ ਨਹੀਂ। ਮਾਈਕ ਬੰਦ ਹੋ ਗਿਆ। ਹੋ ਮਾਫ ਕਰਨਾ ਜੀ, ਮੈਂ ਇਹ ਕਹਿ ਰਿਹਾ ਸੀਗਾ ਕਿ ਇਹ ਆਪਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਆਪਣੇ ਅੰਦਰ ਜਿਹੜਾ ਹੈਗਾ ਅਵਗੁਣ ਜਿਹੜੇ ਹੈਗੇ ਆਪਣੇ ਅੰਦਰ ਜਿਹੜੀ ਹੈਗੀ ਆ ਚੀਜ਼ਾਂ ਅਵਗੁਣ ਹੈਗੇ ਤੇ ਗੁਣ ਵੀ ਹੈਗੇ। ਅਵਗੁਣਾਂ ਦੇ ਬਾਰੇ ਆਪਾਂ ਨੂੰ ਗਿਆਨ ਹੋਣਾ ਚਾਹੀਦਾ ਹੈ। ਫਿਰ ਆਪਾਂ ਜਿਹੜੇ ਹੈਗੇ ਕਿਉਂਕਿ ਜਦ ਜਿਸ ਤਰ੍ਹਾਂ ਕਾਮ ਹੋਇਆ, ਕ੍ਰੋਧ ਹੋਇਆ, ਇਹ ਚੀਜ਼ ਆਉਂਦੀ ਆ ਆਪਾਂ ਨੂੰ ਜਿਹੜਾ ਹੈਗਾ ਇੱਕਦਮ ਪ੍ਰਾਣ ਸ਼ਕਤੀ ਲੈ ਕੇ ਔਰ ਆਪਾਂ ਨੂੰ ਪੂਰੀ ਤਰ੍ਹਾਂ ਹਰਾ ਕੇ ਫਲੈਟ ਕਰਕੇ ਜਿਹੜਾ ਆਪਾਂ ਨੂੰ ਤਾਰਾਸ਼ਾਹੀ ਕਰਕੇ ਚਲੇ ਜਾਂਦੇ ਆ। ਉਸ ਤੋਂ ਬਾਅਦ ਆਪਾਂ ਉੱਠਦੇ ਹਾਂ, ਫਿਰ ਆਪਾਂ ਨੂੰ ਪਤਾ ਲੱਗਦਾ ਹੈ ਮੈਨੂੰ ਤਾਂ ਇਹਨੇ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ ਨਸ਼ਟ ਕਰਤਾ। ਇਸ ਤੋਂ ਬਾਅਦ ਹੌਲੀ ਹੌਲੀ ਜਿਹੜਾ ਆਪਾਂ ਨੂੰ ਜਦ ਇਹ ਧਿਆਨ ਸਿਮਰਨ ਕਰਾਂਗੇ, ਗੁਰੂ ਦੀ ਮੱਤ ਲਈ ਜਾਵਾਂਗੇ ਤੇ ਮਾਲਕ ਨੂੰ ਜਿਹੜਾ ਹੈਗਾ ਹਾਜ਼ਰ ਨਾਜ਼ਰ ਜਾਣਾਂਗੇ ਤੇ ਜਿਹੜਾ ਹੈਗਾ ਉਹ ਪਹਿਲਾਂ ਹੀ ਪਤਾ ਲੱਗਣ ਲੱਗ ਜੂਗਾ। ਜਦੋਂ ਜਿਹੜਾ ਹੈਗਾ ਉਹ ਆਪਾਂ ਨੂੰ ਆਪਣੇ ਵੱਲ ਨੂੰ ਵਿਚਾਰਾਂ ਦੇ ਵਿੱਚ ਆਊਗਾ ਤੇ ਉਦੋਂ ਹੀ ਆਪਾਂ ਉਹਨੂੰ ਜਿਹੜਾ ਹੈਗਾ ਰੋਕ ਸਕਦੇ ਹਾਂ। ਇਸ ਤੋਂ ਬਾਅਦ ਫਾਈਨਲੀ ਜਿਹੜਾ ਹੈਗਾ ਉਹ ਇਹਦੇ ਵਿਚਾਰ ਉੱਠਣੇ ਹੀ ਨਹੀਂ ਹੈਗੇ। ਆਹੀ ਯਾਤਰਾ ਹੈਗੀ ਆ। ਤੇ ਇਹਦੇ ਵਾਸਤੇ ਜਿਹੜਾ ਹੈਗਾ ਕਬੀਰ ਜੀ ਜਿਹੜੇ ਹੈਗੇ ਇਸ ਤੋਂ ਅਗਲਾ ਜਿਹੜਾ ਸ਼ਲੋਕ ਹੈ ਉਹ ਕਹਿੰਦੇ ਆ, ਕਬੀਰ ਮੇਰਾ ਮੁਝ में किछ नहीं, जो किछ है सो तेरा। ਆ ਦੇਖ ਲਓ, ਆ ਚੀਜ਼ ਮਾਲਕ ਦੇ ਕੇ ਹਮੇਸ਼ਾ ਯਾਦ ਰੱਖੀਏ ਵੀ ਆਪਣਾ ਕੁਛ ਵੀ ਨਹੀਂ ਹੈ ਆਪਣੇ ਕੋਲ। ਜੋ ਕੁਛ ਵੀ ਹੈਗਾ ਉਸ ਮਾਲਕ ਪਰਮਾਤਮਾ ਦਾ ਹੈਗਾ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਕਹਿੰਦੇ ਤੇਰੀ ਚੀਜ਼ ਤੈਨੂੰ ਦੇਣ ਨੂੰ ਜਿਹੜਾ ਹੈਗਾ ਮੇਰਾ ਕੀ ਜਾ ਰਿਹਾ ਇਹਦੇ 'ਚ, ਮੇਰਾ ਕੀ ਘਿਸ ਰਿਹਾ ਹੈ ਭਾਈ। ਉਹਦੀ ਚੀਜ਼ ਹੈਗੀ ਸਾਰੀ ਦੀ ਸਾਰੀ। ਉਹ ਜਿਵੇਂ ਕਹਿ ਰਿਹਾ ਆ ਉਵੇਂ ਉਹਨੂੰ ਸੌਂਪਣਾ ਕੀ ਹੈਗਾ ਵੀ ਜਿਵੇਂ ਕਹਿ ਰਿਹਾ ਉਹ ਉਸ ਤਰੀਕੇ ਨਾਲ ਚੱਲ ਪਈ ਆਪਾਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਹਿੰਦੇ ਕਬੀਰ ਮੇਰਾ ਮੁਝ में कुछ नहीं, जो कुछ है सो तेरा, तेरा तुझको सौंप दूं क्या लागे मेरा। मेरा ਕੀ ਲੱਗਦਾ ਹੈ ਭਾਈ। ਜਦੋਂ ਮੇਰਾ ਨਹੀਂ ਹੈਗਾ ਤੇਰਾ ਹੈ। ਹਾਂ, ਜਦੋਂ ਤੇਰਾ ਤੈਨੂੰ ਮੈਂ ਦੇ ਦਾਂ ਫਿਰ ਮੇਰਾ ਕੀ ਆ ਗਿਆ ਬਸ। ਪਰ ਜਦੋਂ ਮੇਰਾ ਕਹਿ ਦਿੰਦੇ ਆ ਫਿਰ ਪੰਗਾ ਪੈ ਜਾਂਦਾ, ਫਿਰ ਤੇਰਾ ਕਿੱਥੋਂ ਹੋਇਆ। ਬਸ ਉੱਥੇ ਹੀ ਤਾਂ ਫਿਰ ਡੁਐਲਿਟੀ ਸ਼ੁਰੂ ਹੋ ਗਈ ਨਾ। ਡੁਐਲਿਟੀ ਆ ਗਈ, ਦੋਏ ਆ ਗਈ। ਜਿਹੜੀ ਅਬੱਧ ਆ, ਜਿਹਨੂੰ ਵੱਧ ਨਹੀਂ ਕਰ ਸਕਦੇ ਆਪਾਂ। ਇਹਨੂੰ ਜਿਹੜਾ ਹੈਗਾ ਖੇਡ ਤਾਂ ਇਹੀ ਹੈ ਨਾ ਸਾਰੀ। ਹਾਂ, ਉਹਨੂੰ ਜੇ ਆਪਾਂ ਉਹਨੂੰ ਨਹੀਂ ਮੰਨਦੇ ਤੇ ਫਿਰ ਪੰਗਾ। ਹਾਂਜੀ ਨਿਜਲ ਸਾਹਿਬ ਅੱਗੇ ਚੱਲੀਏ। ਹਾਂਜੀ। ਕਬੀਰ ਤੂੰ ਕਰਤਾ ਤੂੰ ਭਇਆ ਮੁਝ ਮੇ ਰਹਾ ਨਾ ਹੂੰ। ਇਹਦੇ ਵਾਸਤੇ ਆ ਜਿਹੜੀ ਐਕਸ਼ਨ ਹੈਗੀ ਹੁਣ ਦੇਖ ਲਓ, ਆ ਜਿਹੜੀ ਐਕਸ਼ਨ ਆ ਕੰਮ ਕਰਨ ਵਾਲਾ ਹੈਗਾ। ਤੂੰ ਕਰਨਾ ਹੈ ਆਪਾਂ ਨੇ, ਤੂੰ ਕਰਨਾ। ਇਹਨੂੰ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਕਹਿ ਲਓ। ਜੇ ਇਸ ਤੋਂ ਬਾਅਦ ਜਿਹੜਾ ਹੈਗਾ ਮਾਲਕ ਨੂੰ, ਆਪਣੀ ਆਤਮਾ ਨੂੰ ਯਾਦ ਕਰ ਲਓ, ਉਹਦੇ ਵੱਲ ਨੂੰ ਚੁੱਪ ਹੋ ਜਾਓ, ਵਿਚਾਰ ਸ਼ੂਨਯ ਹੋ ਜਾਓ। ਇਹ ਕਹਿੰਦੇ ਆ ਤੂੰ ਕਰਨਾ। ਕਬੀਰ ਤੂੰ ਕਰਤਾ ਤੂੰ ਹੁਆ। ਕਹਿੰਦੇ ਉਹ ਤੂੰ ਹੀ ਹੋ ਗਿਆ ਭਾਈ। ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੂੰ ਤਤ ਤੂੰ। ਜਦ ਜਿਹੜਾ ਹੈਗਾ ਆ ਮੈਂ ਹੈਗਾ ਤੇ ਆ ਪਰਾਇਆ ਹੈਗਾ ਤੇ ਆ ਮੈਂ ਹੈਗਾ, ਆ ਮੇਰਾ ਆਪਣਾ ਹੈਗਾ ਤੇ ਆ ਪਰਾਇਆ ਹੈਗਾ। ਜਦ ਆ ਭੇਦ ਮਿਟ ਗਿਆ ਤੇ ਪਰਾਇਆ ਆਪਣਾ ਕੋਈ ਰਿਹਾ ਹੀ ਨਹੀਂ। ਸਾਰੀ ਜਗ੍ਹਾ ਤੇ ਉਹ ਤੂੰ ਹੀ ਹੋ ਗਿਆ, ਉਹ ਮਾਲਕ ਹੀ ਹੋ ਗਿਆ ਸਾਰੀ ਜਗ੍ਹਾ ਦੇ ਉੱਤੇ। ਫਿਰ ਕਹਿੰਦੇ ਆ ਜਿੱਧਰ ਵੀ ਦੇਖਦਾ ਹੈ ਤੇ ਤੂੰ ਹੀ ਤੂੰ ਹੈ, ਫਿਰ ਤਾਂ ਬਾਹਰ ਹੋ ਜਾਏਗਾ ਗੇਮ ਤੋਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਜਦੋਂ ਸਾਨੂੰ ਪਤਾ ਲੱਗ ਜਾਂਦਾ ਹੈ ਤੇ ਬ੍ਰਾਹਮੀ ਆ ਸਾਰਾ। ਮੈਂ ਇੱਕ ਭਰਮ 'ਚ ਬੈਠਾ ਕਿ ਮੈਂ ਕਰ ਰਿਹਾ, ਫਿਰ ਜਦੋਂ ਮੈਂ ਜ਼ਿੰਮੇਵਾਰੀ ਚੁੱਕ ਲੈਣਾ ਤੇ ਫਿਰ ਨੈਚੁਰਲੀ ਮੇਰੀ ਜ਼ਿੰਮੇਵਾਰੀ ਬਣਦੀ ਹੈ। ਜਦੋਂ ਮੈਂ ਕੋਈ ਕੰਮ ਕੀਤਾ, ਮੈਂ ਕਹਿੰਦਾ ਕਿ ਮੈਂ ਕੀਤਾ ਤੇ ਨੈਚੁਰਲੀ ਉਹਦਾ ਜੋ ਵੀ ਰਿਜ਼ਲਟ ਨਿਕਲੇਗਾ ਉਹਦੇ ਲਈ ਜ਼ਿੰਮੇਵਾਰੀ ਵੀ ਤੇ ਮੈਂ ਹੀ ਹੋਵਾਂਗਾ ਨਾ। ਬਿਲਕੁਲ। ਜਦ ਤੱਕ ਮੈਂ ਜ਼ਿੰਮੇਵਾਰ ਹਾਂ ਤੇ ਫਿਰ ਤੇ ਪ੍ਰਕਿਰਤੀ ਹੈ। ਪਰ ਜਦੋਂ ਆਪਾਂ ਵਿਵੇਕ ਬੁੱਧੀ ਦੇ ਇਸਤੇਮਾਲ ਦੇ ਨਾਲ ਸਹੀ ਅਤੇ ਗਲਤ ਦਾ ਵੇਖ ਲੈਂਦੇ ਹਾਂ ਕਿ ਤੇ ਕੀ ਫਾਇਦਾ ਹੈ, ਕੀ ਨੁਕਸਾਨ ਹੈ, ਪਤਾ ਹੁੰਦਾ ਸਾਨੂੰ ਸਾਰਾ। ਉਹ ਕੀ ਕਹੀ ਜਾਵੇ ਮੈਨੂੰ ਨਹੀਂ ਪਤਾ, ਉਹ ਗੱਲ ਵੱਖਰੀ ਆ। ਸਾਡੀ ਬੁੱਧੀ ਸਾਨੂੰ ਅਲਰਟ ਕਰਦੀ, ਬੁਰਾਈ ਤੋਂ ਸਾਨੂੰ ਰੋਕਦੀ ਹੈ।
ਦੱਸਦੀ ਹੈ ਬੜੀ ਦੂਰ ਤੱਕ ਲੈ ਕੇ ਜਾ। ਇੱਥੋਂ ਤੱਕ ਜੇ ਤੁਸੀਂ ਆਪਣਾ ਨੁਕਸਾਨ ਵੀ ਕਰਨਾ ਚਾਹੋ ਨਾ, ਤੁਹਾਡੇ ਕੋਲ ਪੈਸੇ ਨੇ, ਤੁਸੀਂ ਜੂਏ ਤੇ ਦਾਅ ਤੇ ਲਾਉਣਾ ਚਾਹੁੰਦੇ ਜੋ, ਤੁਹਾਡੀ ਬੁੱਧੀ ਕਹਿੰਦੀ ਨਾ ਬਈ ਨਾ ਲਾ। ਇਹਦਾ ਮਤਲਬ ਹੁਣ ਤੁਸੀਂ ਹੈਰਾਨ ਹੋਵੋਗੇ, ਜੂਆ ਤੁਸੀਂ ਖੇਡਣਾ ਹੈ, ਪੈਸੇ ਤੁਹਾਡੇ, ਪਰ ਤੁਹਾਡੀ ਬੁੱਧੀ ਫਿਰ ਵੀ ਕਹਿੰਦੀ ਨਹੀਂ ਤੂੰ ਗਲਤੀ ਕਰ ਰਿਹਾ। ਆਪ ਜਸਟ ਦੇਖੋ, ਤੁਹਾਡੇ ਪਰਮਾਤਮਾ ਨੇ ਇੱਕ ਐਸਾ ਸਿਸਟਮ ਤੁਹਾਡੇ ਅੰਦਰ ਬਣਾਇਆ ਹੈ, ਤੁਹਾਨੂੰ ਗਲਤ ਕੰਮ ਕਰਨ ਤੋਂ ਰੋਕ ਰਿਹਾ, ਪਰ ਬੰਦਾ ਸੁਣਦਾ ਹੀ ਨਹੀਂ ਉਹਦੀ। ਕਿਉਂ ਨਹੀਂ ਸੁਣਦਾ? ਇਹ ਹੁਣ ਬੰਦੇ ਦੀ ਮਰਜ਼ੀ। ਤੁਸੀਂ ਚੰਗਾ ਕੰਮ ਕਰਨ ਜਾਓਗੇ, ਕੋਈ ਬੁੱਧੀ ਕਹਿੰਦੀ ਦਫਾ ਕਰ, ਇਹਨੂੰ ਕੋਈ ਮਦਦ ਕਰ ਰਿਹਾ, ਮਿੱਟੀ ਪਾ, ਇਹ ਤੇ ਬੰਦਾ ਨਹੀਂ ਸਹੀ। ਪਰ ਵਿਵੇਕ ਕਹਿੰਦਾ ਨਹੀਂ ਯਾਰ, ਉਹਦੀ ਮਦਦ ਕਰੋ, ਉਹਦੇ ਆਪਾਂ ਕੰਮ ਆਈਏ, ਉਹਦੀ ਹੋ ਸਕਦਾ ਕੋਈ ਹੈਲਪ ਹੋ ਜਾਏ। ਇਹ ਜਸਟ ਦੇਖੋ ਕਿ ਪਰਮਾਤਮਾ ਨੇ ਐਸਾ ਮੈਕੈਨਿਜ਼ਮ ਬਣਾਇਆ, ਤੁਸੀਂ ਚੰਗਾ ਕੰਮ ਕਰਨ ਜਾਓ ਤਾਂ ਵੀ ਰੋਕਦੀ ਹੈ, ਤੁਸੀਂ ਬੁਰਾ ਕੰਮ ਕਰਨ ਜਾਓ ਤਾਂ ਵੀ ਰੋਕਦੀ ਹੈ ਬੁੱਧੀ ਤੇ ਕਬੁੱਧੀ ਦੋਨੋਂ ਹੈਗੀ। ਔਰ ਜਦ ਤੱਕ ਮੈਂ ਬੈਠਾ ਹਾਂ ਉਹਨਾਂ ਚ ਤੂੰ ਨਹੀਂ ਪੈਦਾ ਹੋਣਾ, ਔਰ ਤੂੰ ਨੂੰ ਪੈਦਾ ਕਰਨ ਦੇ ਲਈ ਤੁਹਾਨੂੰ ਭਗਤੀ ਕਰਨੀ, ਉਹਦਾ ਤੂੰ ਪੈਦਾ ਹੀ ਨਹੀਂ ਹੋ ਸਕਦਾ। ਕਹਿਣ ਦੇ ਨਾਲ ਤੂੰ ਨਹੀਂ ਜਾਵੇਗਾ, ਕਹਿ ਲਓ ਜਿੰਨਾ ਮਰਜ਼ੀ ਕਰੋ, ਪਰ ਅੰਦਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਹੈ। ਕਿੱਥੋਂ ਉਹਨੂੰ ਕਿੱਥੇ ਲਗਾ ਲੋਗੇ? ਹੁਣ ਮੇਰਾ ਘਰ ਹੈ, ਮੇਰੇ ਵਰਗਾ ਕਈ ਤੇ ਜਾਂਦਾ ਹੈ, ਪਰਮਾਤਮਾ ਨੇ ਦਿੱਤਾ। ਦੂਜੀ ਤਰਫ ਮੈਨੂੰ ਪਤਾ ਕਿ ਇਹ ਤੇ ਮੈਂ ਬਣਾਉਂਦਾ, ਮੈਂ ਪੈਸੇ ਲਾਏ ਮੇਜਰ ਸਾਹਿਬ, ਮੈਂ ਖਰੀਦਿਆ, ਮੇਰਾ ਨਾਂ ਰਜਿਸਟਰੀ ਤੇ, ਫਿਰ ਉਹ ਵੱਖਰੀ ਗੱਲ ਮੈਂ ਲੋਕਾਂ ਨੂੰ ਕਹੀ ਜਾਵਾਂ ਕਿ ਇਹ ਪਰਮਾਤਮਾ ਨੇ ਦਿੱਤਾ। ਪਰ ਜੇਕਰ ਮੈਂ ਹਉਮੈ ਦਾ ਸ਼ਿਕਾਰ ਹਾਂ, ਔਰ ਮੈਨੂੰ ਪਤਾ ਹੈ ਮੇਰਾ ਹੈ, ਮੈਂ ਬਣਾਇਆ, ਤੇ ਫਿਰ ਜਿਹੜਾ ਹੈਗਾ ਬੰਦੇ ਨੂੰ ਕਹਿ ਦੋ, ਕਿਸੇ ਬੰਦੇ ਨੂੰ ਕਹਿ ਦੋ ਨੇਜਰ ਸਾਹਿਬ ਨੌਕਰੀ ਮਿਲੀ ਆ, ਉਹਨੂੰ ਕਹੋ ਕਿ ਤੈਨੂੰ ਰੱਬ ਨੇ ਦਿੱਤੀ ਆ, ਉਹ ਕਹਿੰਦਾ ਕਿਹੜੇ ਰੱਬ ਨੇ ਦਿੱਤੀ ਆ, ਮੈਂ ਪੜ੍ਹਾਈ ਕੀਤੀ ਆ ਤਾਂ ਮਿਲੀ ਆ ਮੈਨੂੰ। ਪਰ ਤੁਸੀਂ ਇਹਨੂੰ ਕਹੋ ਤੇ ਤੋਂ ਵੱਧ ਪੜ੍ਹੇ ਲਿਖੇ ਲੋਕ ਤੁਰੇ ਫਿਰਦੇ ਬਾਜ਼ਾਰ 'ਚ, ਜੇ ਮਨ 'ਚ ਵਰਕਾ ਪਾਲਦੇ, ਤੈਨੂੰ ਦਿੱਤਾ ਵਾ ਕਿਸੇ ਨੇ ਸ਼ਕਤੀ, ਤੇਰੇ ਤੂੰ ਕੋਈ ਪਤਾ ਨਹੀਂ ਹੈਗਾ। ਪਰ ਬੰਦਾ ਕਿੱਥੇ ਮੰਨਦਾ ਨੇਜਰ ਸਾਹਿਬ? ਬਿਲਕੁਲ, ਬੰਦਾ ਭੁੱਲ ਜਾਂਦਾ। ਬੰਦਾ ਕਹਿੰਦਾ ਮੇਰੀ ਸ਼ਕਤੀ, ਮੈਂ ਪੜ੍ਹਿਆ, ਮੈਂ ਨੌਕਰੀ ਕੀਤੀ। ਫਿਰ ਉਹਨੂੰ ਕਹੋ ਕਿ ਤੁਸੀਂ 4 ਭਰਾ ਸੀ, ਫਿਰ ਚਵੇਂ ਕਿਉਂ ਨਹੀਂ ਇਸ ਨੌਕਰੀ ਤੇ ਆ ਕੇ ਬਹਿ ਗਏ, ਤੂੰ ਇਕੱਲਾ ਕਿਉਂ ਆ ਕੇ ਬਹਿ ਗਿਆ? ਇਹ ਉਹ ਬੰਦਾ ਸੋਚਦੇ ਪੜ੍ਹਾਈ ਤੇ ਬਰਾਬਰ ਮਿਲੀ ਸੀ, ਨਹੀਂ ਤੇਰੇ ਕੋਈ ਪੱਲੇ ਆ, ਤੂੰ ਇੱਥੇ ਬੈਠਾ, ਕੁਛ ਹੈ ਸੀ ਤੇ ਬਾਣੀ ਕਹਿੰਦੀ ਤਪੋ ਰਾਜੋ ਨਰ। ਹੁਣ ਜਿੱਥੇ ਤੂੰ ਬੈਠਾ ਹੈ, ਤੂੰ ਇੱਥੇ ਪਾਪ ਕਿਉਂ ਕਰਨੀ ਆ? ਕਿਉਂਕਿ ਮਾਇਆ ਨੇ ਤੇ ਤੈਨੂੰ ਕਹਿ ਦਿੱਤਾ ਕਿ ਬਈ ਇਹ ਤੇਰੀ ਮਿਹਨਤ ਹੈ, ਤੂੰ ਬਹੁਤ ਮਿਹਨਤ ਕੀਤੀ ਆ, ਬਹੁਤ ਪੜ੍ਹਾਈ ਕੀਤੀ ਹੈ, ਕਰਕੇ ਬੈਠਾ ਹੈ। ਉਹਨੇ ਤੇ ਕਹਿਣਾ ਹੀ ਨਹੀਂ ਕਿ ਤੂੰ ਵੇਖ, ਇਹ ਚੀਜ਼ ਹੈਗੀ। ਹਾਂਜੀ ਨੇਜਰ ਸਾਹਿਬ, ਇਹ ਐਕਚੁਅਲੀ ਗੋਰਖੀ ਸਾਹਿਬ ਹੁੰਦਾ ਕਿਉਂ ਹੈ ਨਾ, ਐਕਚੁਅਲ ਮੇਨ ਬੇਸਿਕ ਜਿਹੜਾ ਹੈ ਇਹਦੀ ਹੋਰ ਰੂਟ ਦੇ ਉੱਤੇ ਜਾਈਏ ਆਪਾਂ, ਤੇ ਆਪਾਂ ਨੂੰ ਸਰੀਰ ਮਿਲਿਆ ਹੋਇਆ ਆ, ਔਰ ਇਹ ਸਰੀਰ ਦੇ ਨਾਲ ਆ ਸਵਾਦ ਦੁਨੀਆ ਦੇ ਪਦਾਰਥ ਜੋਗਾ ਪੂਰਾ ਖਿਲ ਰਿਹਾ ਪਿਆ ਆ, ਔਰ ਆਪਾਂ ਜਿਹੜੇ ਹੈਗੇ ਇਹਨੂੰ ਪ੍ਰੈਫਰੈਂਸ ਦਿੰਦੇ ਹਾਂ। ਆਪਾਂ ਸੋਚਦੇ ਹਾਂ ਕਿ ਮੈਂ ਆਹ ਸਰੀਰ ਹੀ ਹੈਗਾ, ਔਰ ਇਹ ਭੋਗ ਵਿਲਾਸ ਦੁਨੀਆ ਦੇ ਪਦਾਰਥ ਜਿਹੜੇ ਹੈਗੇ ਇਹੀ ਮੇਰਾ ਸਭ ਕੁਛ ਹੈਗੇ ਆ। ਔਰ ਆਪਾਂ ਨਹੀਂ ਸੋਚਦੇ ਕਿ ਪਿਆਰਿਆ ਇਹ ਜਿਹੜਾ ਹੈਗਾ ਪਤਾ ਨਹੀਂ ਕਿੰਨਾ 40 50 60 70 20 30 ਕਿੰਨੀ ਕੁ ਉਮਰ ਹੈਗੀ ਤੇਰੀ, ਸਿਰਫ ਇਹਦੇ ਵਾਸਤੇ ਤੂੰ ਜਿਹੜਾ ਹੈਗਾ ਮਨੁੱਖੀ ਜੂਨ ਜਿਹੜੀ ਹੈਗੀ ਦਾਅ ਤੇ ਲਾ ਰਿਹਾ ਹੈ। ਪਤਾ ਨਹੀਂ ਕਿੰਨੇ ਕੁ ਸਾਲ ਜਿਹੜੇ 1 ਲੱਖਾਂ ਕਰੋੜਾਂ ਸਾਲ ਤੈਨੂੰ ਜਿਹੜਾ ਹੈਗਾ ਦੂਸਰੀਆਂ ਜੂਨੀਆਂ 'ਚ ਗੁਜ਼ਾਰਨੇ ਪੈਣੇ ਆ, ਤਕਲੀਫਾਂ ਉਠਾਏਗਾ, ਤੇ ਤੂੰ ਇਹ ਤਾਂ ਆਪਸ਼ਨ ਆਪਣਾ ਗਲਤ ਹੋ ਗਿਆ ਨਾ ਗੋਰਖੀ ਸਾਹਿਬ। ਆਪਾਂ ਨੇ ਜਿਹੜਾ ਹੈਗਾ ਕੱਚ ਨੂੰ ਜਿਹੜਾ ਹੈਗਾ, ਝੂਠ ਨੂੰ ਜਿਹੜਾ ਹੈਗਾ ਪ੍ਰੈਫਰੈਂਸ ਦੇ ਦਿੱਤੀ। ਇਹੀ ਮਾਇਆ ਹੈਗੀ ਆ, ਇਹ ਮਾਇਆ ਦੀ ਵਜ੍ਹਾ ਨਾਲ ਆਪਾਂ ਜਿਹੜੇ ਹੈਗੇ ਧੋਖਾ ਖਾ ਜਾਂਦੇ ਆ ਭਾਈ। ਇਹਨੂੰ ਟਰੈਪ ਕਹਿੰਦੇ, ਇਹਨੂੰ ਧੋਖਾ ਕਹਿੰਦੇ, ਇਹਨੂੰ ਛਲ ਕਹਿੰਦੇ, ਇਹਨੂੰ ਕਪਟ ਕਹਿੰਦੇ ਆ। ਤੇ ਅਗਲਾ ਸ਼ਲੋਕ ਜਿਹੜਾ ਕਬੀਰ ਜੀ ਨੇ ਲਾਇਆ ਉਹ ਇਸੇ ਵਾਸਤੇ ਜਿਹੜਾ ਹੈਗਾ ਕਬੀਰ ਜੀ ਇਹੀ ਕਹਿੰਦੇ ਆ, ਕਬੀਰ ਵਿਕਾਰਾਂ ਚਿਤਵਤੇ ਝੂਠੇ ਕਰਤੇ ਆਸ। ਕਹਿੰਦੇ ਤੂੰ ਪ੍ਰੈਫਰੈਂਸ ਦੇਤੀ ਵਿਸ਼ੇ ਵਿਕਾਰਾਂ ਨੂੰ, ਇਹ ਜਿਹੜੇ ਹੈਗੇ ਚੋਗੇ ਨੂੰ ਪ੍ਰੈਫਰੈਂਸ ਦੇ ਦਿੱਤੀ, ਝੂਠੀਆਂ ਆਸਾਵਾਂ ਬਣ ਗਈਆਂ। ਆਹ ਵੀ ਲੈ ਲਾਂ, ਆਹ ਵੀ ਸਵਾਦ ਲੈ ਲਾਂ, ਇਹਨੂੰ ਵੀ ਭੋਗ ਲਾਂ, ਇੰਨੇ ਆਹ ਵੀ ਕਾਰ ਲੈ ਲਾਂ, ਆਹ ਵੀ ਇੱਥੇ ਵੀ ਆਹ ਵੀ ਘਰ ਬਣਾ ਲਾਂ, ਐ ਮੈਂ ਉੱਪਰ ਇੱਕ ਹੋਰ 2-4 ਮੰਜ਼ਿਲਾਂ ਬਣਾ ਲਾਂ। ਕਹਿੰਦੀਆਂ ਝੂਠੀਆਂ ਆਸਾਂ ਇਹਨਾਂ ਨੇ ਖਤਮ ਹੀ ਨਹੀਂ ਹੋਣਾ। ਤੂੰ ਇਹ ਝੂਠ ਨੂੰ ਪ੍ਰੈਫਰੈਂਸ ਦੇ ਦਿੱਤੀ ਮਿੱਤਰਾ, ਤੂੰ ਝੂਠ ਨੂੰ ਪ੍ਰੈਫਰੈਂਸ ਦੇ ਦਿੱਤੀ। ਕਬੀਰ ਵਿਕਾਰਾਂ ਚਿਤਵਤੇ ਝੂਠੇ ਕਰਤੇ ਆਸ।
ਫਿਰ ਕੀ ਹੋਇਆ ਫਾਈਨਲੀ? ਮਨੋਰਥ ਕੋਏ ਨਾ ਪੂਰਿਓ, ਚਾਲੇ ਊਠ ਨਿਰਾਸ। ਕੋਈ ਵੀ ਤੇਰਾ ਅੱਛਾ ਦੁਨੀਆ ਦੇ ਵਿੱਚ ਚਲੋ ਮਨੋਰਥ ਕਹਿੰਦੇ ਚਲੋ ਮੈਂ ਜੀ ਘਰ ਬਣਾ ਲਿਆ, ਆਹ ਕਰ ਲਿਆ, ਉਹ ਕਰ ਲਿਆ, ਬੜੀ ਮੈਂ ਤਾਂ ਬਿਲੀਅਨ ਲੱਖ ਟ੍ਰਿਲੀਅਨ ਕਰ ਲਿਆ। ਉਹ ਫਾਈਨਲੀ ਕੀ ਹੋਇਆ? ਡਿਸਪੋਜ਼ਲ। ਉਹਦੇ ਵਿੱਚੋਂ ਕੁਝ ਵੀ ਨਹੀਂ ਤੇਰਾ ਹੋਇਆ, ਲੈ ਕੇ ਕੁਝ ਵੀ ਨਹੀਂ ਗਿਆ। ਤੇ ਉਹਦੇ ਵਾਸਤੇ ਤੂੰ ਆਪਣਾ ਜਿਹੜਾ ਹੈਗਾ ਆ ਮਨੁੱਖੀ ਜੂਨ ਦਾਅ ਦੇ ਉੱਤੇ ਲਗਾ ਦਿੱਤੀ। ਇੱਥੇ ਪ੍ਰੋਬਲਮ ਹੈਗੀ ਗੋਰਖੀ ਸਾਹਿਬ, ਇੱਥੇ ਜਿਹੜਾ ਡਿਸਕਸ ਕਰੋ ਆ ਪ੍ਰੋਬਲਮ। ਜੀ ਸਰ ਮੈਂ ਇੱਕ ਮਿੰਟ ਮੈਂ ਬਿਜੀ ਬੋਲਣਾ ਚਾਹੁੰਦਾ ਥੋੜਾ ਜਿਹਾ ਇਸ ਪੁਆਇੰਟ ਤੇ, ਮਾੜਾ ਜਿਹਾ 1 ਮਿੰਟ। ਹਾਂਜੀ ਹਾਂਜੀ ਬੋਲੋ ਜੀ ਸਰ ਬੋਲੋ। ਮੈਨੂੰ ਐਂ ਲੱਗ ਰਿਹਾ ਵੀ ਸਰ ਜਿਹੜੇ ਬੇਕਾਰ ਨਾ ਵੀ ਉਹ ਬੰਦੇ ਦੀ ਪਾਵਰ ਨਹੀਂ ਉੱਥੇ ਚੱਲ ਰਹੀ, ਉਹ ਤੋਂ ਉਹਨੂੰ ਛੱਡਣੇ ਔਖੇ ਲੱਗ ਰਹੇ ਆ। ਇੱਥੇ ਉਹਨੂੰ ਛੱਡਣੇ ਔਖੇ ਲੱਗ ਰਿਹਾ ਵੀ ਉੱਥੇ ਆਪਣੀ ਗੱਲ ਆ ਗਈ ਪਾਵਰ ਦੋਨਾਂ ਨਹੀਂ ਇੱਕ ਥਾਂ ਤੋਂ ਲੈਣੀ ਆ, ਆਪਣੇ ਵਿਕਾਰਾਂ ਨੇ ਵੀ ਔਰ ਚੰਗਿਆਈ ਨੇ ਵੀ ਜੀ। ਉਹ ਜਦੋਂ ਉਹ ਤੋਂ ਛੱਡੇ ਨਹੀਂ ਜਾ ਰਹੇ, ਇੱਥੇ ਆਪਣੀ ਇਹ ਗੱਲ ਆ ਗਈ ਵੀਰ ਜੀ ਆਪਣੇ ਗੋਰਖੀ ਸਾਹਿਬ ਵਾਲੀ ਆ ਗਈ ਵੀ ਆਪਾਂ ਆਪਣੇ ਆਪ ਨੂੰ ਤਕੜਾ ਕਰਨ ਲਈ ਆਪਾਂ ਉਹਨੂੰ ਅਜੇ ਉਨਾ ਚਿਰ ਉੱਥੇ ਰੱਖ ਲਓ ਗੱਲ ਨੂੰ ਵੀ ਕੋਈ ਨਹੀਂ ਵੀ ਮੈਂ ਹੋਰ ਸਟਰੋਂਗ ਹੋ ਜੂ, ਮੈਂ ਤੈਨੂੰ ਹੌਲੀ ਹੌਲੀ ਛੱਡ ਦੂੰ। ਸਾਡਾ ਮਨ ਉਹਨਾਂ ਮਨ ਤਾਕਤਵਰ ਨਹੀਂ ਆਪਾਂ ਛੱਡ ਨਹੀਂ ਸਕਦੇ। ਬਿਲਕੁਲ ਤੁਹਾਡੀ ਗੱਲ ਬਹੁਤ ਵਜਨਦਾਰ ਆ। ਬਿਲਕੁਲ ਆਪਾਂ ਵੀਰ ਜੀ ਉਹਨੇ ਤਾਕਤਵਰ ਨਹੀਂ ਹੁੰਦੇ ਸੀ ਉਹਨੂੰ, ਫਿਰ ਉਹਨਾਂ ਚਿਰ ਉਹਨੂੰ ਸਾਈਡ ਤੇ ਰੱਖ ਲਓ ਵੀ ਨਹੀਂ ਪਾਵਰ ਆ ਗਈ ਸਾਈਡ ਤੇ ਨਹੀਂ ਵੀਰ ਜੀ। ਜਦ ਪਤਾ ਲੱਗ ਗਿਆ ਆਪਾਂ ਨੂੰ ਵੀ ਆਹ ਚੀਜ਼ ਹੈਗੀ ਆ, ਕਬੀਰ ਜੀ ਕਹਿੰਦੇ ਵਿਕਾਰ ਹੈ ਚਿਤਵ ਤੇ ਆਪਾਂ ਜਿਹੜੇ ਚਿਤਵਰ ਹੈ ਉਹਨਾਂ ਨੂੰ ਆਪਾਂ ਜਿਹੜੇ ਹੈਗੇ ਉਹਨਾਂ ਦੇ ਵਿੱਚ ਹੀ ਗਤੀ ਕਰ ਰਹੇ ਨਾ। ਆਪਣੇ ਕੋਲ ਸਵਾਸ ਤਾਂ ਉਨੇ ਹੀ ਦਿੱਤੇ ਆ ਨਾ, 24 ਘੰਟੇ ਆਪਣੇ ਕੋਲ। ਜੇ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਸਾਈਡ ਤੇ ਕਿਹਨੂੰ ਰੱਖਾਂਗੇ ਆਪਾਂ? ਜੇ ਵਿਕਾਰਾਂ ਨੂੰ ਆਪਣੇ ਕੋਲ ਸ਼ਕਤੀ ਨਹੀਂ ਹੈਗੀ ਨਾ ਛੱਡਣ ਦੀ, ਉਹਨਾਂ ਨੂੰ ਛੱਡ ਨਹੀਂ ਨਾ ਸਕਦਾ। ਮੈਂ ਕਹੇ ਤਾਂ 10 ਵਾਰੀ ਵੀ ਮੈਂ ਮੇਰੇ ਤੋਂ ਛੱਡੇ ਨਹੀਂ ਜਾ ਰਹੇ, ਮੰਨ ਕੇ ਚੱਲੋ ਜੀ ਛੱਡੇ ਨਹੀਂ ਜਾ ਰਹੇ। ਤੇ ਫਿਰ ਜਿਹੜਾ ਹੈਗਾ ਆਪਾਂ ਮਾਲਕ ਪਰਮਾਤਮਾ ਦੇ ਕੋਲ ਜਿਹੜਾ ਹੈਗਾ ਉਹਦੇ ਅੱਗੇ ਫਲੈਟ ਹੋ ਜਾਈਏ ਨਾ। ਉਹ ਕਹਿੰਦਾ ਵੀ ਧਿਆਨ ਸਿਮਰਨ ਕਰੀਏ ਨਾ, ਜੋ ਕਹਿ ਰਿਹਾ ਛੱਡਣ ਦੇ ਵਾਸਤੇ ਉਹ ਕੰਮ ਕਰੀਏ ਨਾ ਆਪਾਂ। ਹਾਂਜੀ ਮੰਨ ਲਓ ਉਹਦੀ ਮਜਬੂਰੀ ਇਹ ਬਣ ਜਾਂਦੀ ਆ, ਉਹ ਤੋਂ ਛੱਡੇ ਨਹੀਂ ਜਾ ਰਹੇ। ਭਾਰੀ ਪਾਵਰ ਵਿਕਾਰਾਂ ਨੇ ਵੀ ਸਰ ਉੱਥੋਂ ਹੀ ਲੈਣੀ ਆ ਨਾ ਜਿੱਥੋਂ ਆਪਣੀ ਚੰਗਿਆਈ। ਪਾਵਰ ਤਾਂ ਇੱਕ ਥਾਂ ਤੇ ਆ ਰਹੀ ਹੈ ਨਾ। ਪਾਵਰ ਆਪਣੇ ਕੋਲ ਉਹੀ ਹੈ ਨਾ। ਦੇਖੋ 24 ਘੰਟੇ ਹੀ ਆ ਆਪਣੇ ਕੋਲ। ਜੋ ਆਪਣਾ ਰੂਟੀਨ ਹੈ ਜੇ ਉਹਦੇ ਵਿੱਚ ਤਬਦੀਲੀ ਨਹੀਂ ਆਏਗੀ ਤੇ ਤਾਂ ਜਨਮ ਚਲੇ ਗਿਆ ਨਾ। ਹੁਣ ਜਿੰਨੇ ਸਾਲ ਆਪਣੇ ਲੰਘੇ ਆ ਉਮਰ ਦੇ ਦੇਖ ਲਓ, ਉਹਦੇ ਵਿੱਚ ਖੱਟੀ ਕੀ ਹੈ ਆਪਣੀ? ਉਹ ਤਾਂ ਉਸੇ ਤਰੀਕੇ ਨਾਲ ਵਿਕਾਰਾਂ ਦੇ ਨਾਲ ਸੁੱਤੇ ਹੋਏ ਲੰਘੇ। ਹੁਣ ਐਟਲੀਸਟ ਆਪਾਂ ਨੂੰ ਸੰਗਤ ਮਿਲ ਗਈ ਆ, ਆਪਾਂ ਨੂੰ ਪਤਾ ਲੱਗ ਗਿਆ ਆ, ਤੇ ਆਪਾਂ ਉਸ ਪਾਸੇ ਨੂੰ ਜਿਹੜਾ ਹੈਗਾ ਜੋ ਗੁਰੂ ਕਹਿ ਰਿਹਾ, ਜੋ ਗਿਆਨ ਕਹਿ ਰਹੇ ਆ, ਜੋ ਬ੍ਰਹਮ ਗਿਆਨੀ ਕਹਿ ਰਹੇ ਆ, ਉਹ ਕੰਮ ਆਪਾਂ ਕਰੀਏ ਤਾਂ ਜਾਣਗੇ। ਆਪਣੇ ਆਪ ਨਹੀਂ ਜਾਣਗੇ। ਆਪਾਂ ਮਨ ਆਪਣੇ ਆਪ ਸੋਚੀਏ ਵੀ ਮੈਂ ਵਿਕਾਰਾਂ ਤੇ ਕਾਬੂ ਪਾ ਲੂੰਗਾ, ਇਹ ਤਾਂ ਕਰੋੜਾਂ ਜਨਮ ਲੈ ਲਾ ਤਾਂ ਕਾਬੂ ਨਹੀਂ ਪਾ ਸਕਦੇ। ਹਾਂਜੀ ਮਾਫ ਕਰਨਾ ਜੀ। ਬਿਲਕੁਲ ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ। ਮੈਂ ਨਾ ਆਪ ਜੀ ਨਾਲੋਂ ਇਹੋ ਗੱਲ ਕਹਿਣਾ ਚਾਹੁੰਦਾ। ਦੇਖੋ ਪਤਾ ਕੀ ਹੁੰਦਾ, ਕੋਈ ਵੀ ਆਪਾਂ ਕੰਮ ਕਰਦੇ ਆ ਨਾ ਉਹਦੇ ਪਿੱਛੇ ਨਾ ਉਹਨੂੰ ਸਪੋਰਟ ਕਰਨ ਵਾਲੀ ਚੀਜ਼ ਹੈਗੀ ਸਾਡੇ ਅੰਦਰ। ਸਾਡੇ ਅੰਦਰ ਹੈ ਵਾ ਕੋਈ ਤਾਂ। ਤੁਸੀਂ ਵੇਖੋ ਇੱਕ ਪਿਓ ਦੇ 3-4 ਬੱਚੇ ਨੇ, ਉਹਨਾਂ ਦੀ ਵੱਖੋ ਵੱਖ ਸੋਚ ਹੈ, ਬਿਲਕੁਲ ਹੀ ਇੱਕ ਦੂਜੇ ਤੋਂ ਡਿਫਰੈਂਟ। ਇਹਦੇ ਨੋਟਿਸ ਕੀਤਾ ਆਪਨੇ? ਕਿਉਂ ਇੰਨਾ ਡਿਫਰੈਂਸ ਹੈ? 4 ਭਰਾ ਵਾ, ਕਮ ਸੇ ਕਮ ਥੋੜੀ ਬਹੁਤੀ ਤੇ ਉਹਨਾਂ ਦੀ ਮੈਚ ਹੋਣੀ ਚਾਹੀਦੀ ਹੈ ਨਾ ਸੋਚ। ਨਹੀਂ, ਕਿਉਂਕਿ ਉਹ ਚਾਰੇ ਬੰਦੇ ਇੱਕੋ ਵੱਖੋ ਵੱਖ ਯਾਤਰਾ ਤੇ ਨਿਕਲੇ ਹੋਏ ਨੇ। ਉਹਨਾਂ ਨੇ ਪਿੱਛੇ ਕੁਝ ਸਫ਼ਰ ਤੈਅ ਕੀਤਾ, ਉਹਨਾਂ ਨੂੰ ਸਪੋਰਟ ਕਰ ਰਿਹਾ। ਤੁਸੀਂ ਗੱਡੀ 'ਚ ਤੇਲ ਪਾਇਆ ਤਾਂ ਹੀ ਤੇ ਗੱਡੀ ਚੱਲਣ ਦੀ ਆ। ਬਿਨਾਂ ਤੇ ਜੇ ਗੱਡੀ 'ਚ ਤੇਲ ਨਹੀਂ ਹੈ ਤੇ ਗੱਡੀ ਬੰਦ ਹੋ ਜਾਣੀ ਚਾਹੀਦੀ। ਇਹਦਾ ਮਤਲਬ ਇੱਛਾਵਾਂ ਹੈਗੀਆਂ ਨੇ ਤੇ ਉਹਨੇ ਉਧਰ ਜਾਣਾ ਹੀ ਜਾਣਾ। ਹੁਣ ਇੱਥੇ ਆਪਾਂ ਇਸ ਚੀਜ਼ ਨੂੰ ਦੇਖੀਏ, ਆਪਾਂ ਪਤਾ ਕੀ ਕਹਿੰਦੇ ਆ, ਮੈਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਭਗਤੀ ਇਸ ਕਰਕੇ ਕਰਨੀ ਆ ਕਿ ਸਾਡੇ ਅੰਦਰ ਇੱਕ ਆਤਮਿਕ ਸ਼ਕਤੀ ਪੈਦਾ ਹੋਵੇ, ਸਾਡੇ ਅੰਦਰ ਪ੍ਰਕਾਸ਼ ਪੈਦਾ ਹੋਵੇ। ਹਨੇਰਾ ਆਪਣੇ ਆਪ ਦੂਰ ਹੋ ਜਾਂਦਾ। ਹਨੇਰੇ ਨੂੰ ਤੁਸੀਂ ਜੇਕਰ ਡਾਇਰੈਕਟ ਦੇਖੋ, ਪਤਾ ਕੀ ਨਾ ਸਮਝੋ, ਤੁਹਾਡੀ ਸੁਰਤੀ ਆ। ਸੁਰਤੀ ਜਦੋਂ ਬਾਹਰ ਮੁਖੀ ਹੈ ਨਾ ਤੇ ਇਹਨੇ ਵਿਕਾਰਾਂ ਦੇ ਵਿੱਚ ਜਾਣਾ ਹੀ ਜਾਣਾ, ਕਿਉਂਕਿ ਇਹਦੇ ਨਾਲ ਇੰਦਰੀ ਜੁੜੇ ਹੋਏ। ਜਦੋਂ ਸੁਰਤੀ ਅੰਦਰ ਮੁਖੀ ਕਰ ਲਈ, ਸੁਰਤੀ ਨੂੰ ਆਤਮਾ ਤੱਤ ਚ ਲੀਨ ਕਰਤਾ, ਇਹ ਪਦਾਰਥ ਉੱਥੇ ਹੀ ਹੈਗੇ ਨੇ, ਪਰ ਹੁਣ ਉਹਨਾਂ ਦੀ ਮੈਗਨੇਟ ਖਤਮ ਹੋ ਗਈ। ਕਿਉਂ? ਕਿਉਂਕਿ ਉਹ ਜਿਹੜਾ ਸੁਰਤੀ ਦਾ ਜਿਹੜਾ ਸੰਬੰਧ ਸੀ ਉਹ ਡਿਸਕਨੈਕਟ ਹੋ ਗਿਆ। ਹੁਣ ਉਹਨਾਂ ਨੂੰ ਪਾਵਰ ਹੀ ਨਹੀਂ। ਹੁਣ ਤੁਹਾਡੇ ਘਰ ਪੱਖਾ ਹੈ ਤੇ ਹੁਣ ਉਹਦੇ ਸੁੱਚ ਲੱਗਾ ਵਾ, ਸੁੱਚ
ਤੁਸੀਂ ਬੰਦ ਕਰ ਦਿਓ, ਪੱਖਾ ਬੰਦ ਹੋ ਗਿਆ, ਪੱਖਾ ਵੀ ਹੈਗਾ, ਬੱਤੀ ਵੀ ਹੈਗੀ ਹੈ, ਪਰ ਦੋਨਾਂ ਦੇ ਵਿੱਚ ਜਿਹੜਾ ਕਨੈਕਸ਼ਨ ਹੀ ਉਹ ਟੁੱਟ ਗਿਆ। ਇਹੋ ਹਿਸਾਬ ਸਾਡਾ। ਜਦੋਂ ਸੁਰਤੀ ਸਾਡੀ ਕਿਸੇ ਚੀਜ਼ ਨਾਲ ਜੁੜਦੀ ਹੈ ਨਾ, ਇੰਦਰੀ ਦੇ ਨਾਲ, ਤਾਂ ਉਸ ਤੋਂ ਬਾਅਦ ਹੀ ਇਹਦੀ ਉਡਾਨ ਹੁੰਦੀ ਹੈ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਹੈ ਗੋਰਖੀ ਸਾਹਿਬ, ਬਿਲਕੁਲ ਸਹੀ ਹੈਗਾ। ਔਰ ਇਹੀ ਚੀਜ਼ ਜਿਹੜੀ ਹੈਗੀ ਅੱਗੇ ਜਿਹੜੇ ਹੈਗੇ ਕਬੀਰ ਜੀ ਕਹਿ ਰਹੇ ਆ, ਸੇਮ ਚੀਜ਼ ਕਹਿ ਰਹੇ ਆ, ਆਹੀ ਪ੍ਰੋਬਲਮ ਨੂੰ ਡਿਸਕਸ ਕਰ ਰਹੇ ਆ ਕਿ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਆਇਆ ਸੁਰਤੀ ਨੂੰ ਜਿਹੜਾ ਹੈਗਾ ਇਹ ਇੰਦਰੀਆਂ ਤੋਂ ਪਰੇ ਕਰਨਾ, ਬਸ ਆਹੀ। ਇਸ ਤੋਂ ਇਲਾਵਾ ਹੋਰ ਕੋਈ ਸਾਧਨ ਹੀ ਨਹੀਂ ਹੈਗਾ, ਕੋਈ ਤਰੀਕਾ ਹੀ ਨਹੀਂ ਹੈਗਾ। ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ, ਇਤ ਉਤ ਕਤੇ ਨਾ ਡੋਲਈ ਜਿਸ ਰਾਖੇ ਸਿਰਜਣਹਾਰ। ਕਹਿੰਦੇ ਨਹੀਂ ਡੋਲੇਗਾ ਮਾਇਆ ਜਿਹੀ ਜੀ, ਜਿੰਨੇ ਮਰਜੀ ਵਿਸ਼ੇ ਵਿਕਾਰ, ਜਿਹੇ ਜਿਹਾ ਮਰਜੀ ਚੋਗਾ ਹੋਏ, ਜਿਹੇ ਜਿਹੇ ਮਰਜੀ ਰਸ का ਜੋ ਮਰਜੀ ਰੂਪ ਹੋਏ, ਜੋ ਮਰਜੀ ਸਵਾਦ ਹੋਣ, ਨਹੀਂ ਇਨਸਾਨ ਓਨਾ ਹੀ ਲਏਗਾ ਜਿੰਨੀ ਕੁ ਉਹਦੀ ਜਿਹੜੀ ਹੈਗੀ ਆ ਨੀਡ ਹੈਗੀ ਆ। ਹਾਂਜੀ ਗੋਰਖੀ ਜੀ। ਹੁਣ ਇਹ ਤਾਂ ਜਵਾਬ ਮੈਂ ਤੁਹਾਨੂੰ ਦੇ ਸਕਦਾ। ਹਾਂਜੀ ਹਾਂਜੀ, ਔਖੇ ਤਰੀਕੇ ਨਾਲ ਦੇਖੋ। ਪਤਾ ਕੀ ਹੁੰਦਾ, ਜਿੰਨਾ ਚਿਰ ਤੱਕ ਤੁਸੀਂ ਉੱਥੋਂ ਲੰਘੋਗੇ ਨਹੀਂ, ਤੁਸੀਂ ਇਹਦਾ ਜਵਾਬ ਨਹੀਂ ਦੇ ਸਕਦੇ। ਇਹ ਬਿਲਕੁਲ ਸਹੀ ਹੈ। ਮੁੜ ਕੇ ਕਹਿੰਦੇ ਨਾ ਕਿ ਮਨ ਡੋਲਦਾ ਨਹੀਂ, ਕੀ ਗਏ ਈਤ ਉਤ ਕਤੇ ਨਾ ਡੋਲੇ ਜਿਸ ਰਾਖੇ ਸਿਰਜਣਹਾਰ। ਫਿਰ ਜਦੋਂ ਤੁਹਾਡਾ ਬ੍ਰਹਮ ਦੇ ਨਾਲ ਸੰਪਰਕ ਜੁੜ ਜਾਂਦਾ, ਫਿਰ ਤੁਹਾਡਾ ਮਨ ਨਹੀਂ ਬਹਿਲਦਾ, ਨਹੀਂ ਇੱਧਰ ਉਧਰ ਡਾਵੇਂ ਡੋਲੇ ਖਾਂਦਾ, ਫਿਰ ਹੋ ਜਾਂਦਾ। ਫਿਰ ਉਹਨੂੰ ਜਿੱਥੇ ਭੱਜਿਆ ਜਾਂਦਾ ਹੁੰਦਾ ਸੀ ਨਾ ਪਹਿਲਾਂ, ਉੱਥੇ ਨਹੀਂ ਜਾਂਦਾ ਹੁਣ। ਇਹ ਨਹੀਂ ਕਿ ਉਹਨਾਂ ਤੋਂ ਦੂਰ ਨਹੀਂ ਭੱਜਦਾ, ਉੱਥੇ ਹੀ ਆ ਸਾਰਾ ਕੁਝ। ਦੇਖੋ, ਚੀਜ਼ ਦੇ ਵੱਲ ਭੱਜਣਾ, ਚੀਜ਼ ਤੋਂ ਦੂਰ ਭੱਜਣਾ, ਇਹ ਦੋਨੋਂ ਇੱਕੋ ਹੀ ਚੀਜ਼ਾਂ ਨੇ। ਤੁਸੀਂ ਇੱਕ ਔਰਤ ਨੂੰ ਦੇਖਿਆ, ਉਹਦੇ ਵੱਲ ਵੇਖ ਕੇ ਉਹਦੇ ਵੱਲ ਜਾਣਾ ਸ਼ੁਰੂ ਕੀਤਾ, ਜਾਂ ਇੱਕ ਮਰਦ ਨੂੰ ਦੇਖ ਕੇ ਤੁਸੀਂ ਉਹਦੇ ਵੱਲ ਅਟਰੈਕਟ ਹੋਏ। ਅਟਰੈਕਟ ਹੋਣਾ, ਉਸ ਤੋਂ ਦੂਰ ਭੱਜਣਾ, ਨਿੱਜਰ ਸਾਹਿਬ, ਇਹ ਦੋਨੋਂ ਇੱਕੋ ਹੀ ਚੀਜ਼ਾਂ ਨੇ। ਕੇਵਲ ਡਾਇਰੈਕਸ਼ਨ ਦਾ ਫਰਕ ਆ। ਇੱਕ ਤੇ ਚੀਜ਼ ਤੁਸੀਂ ਫੜ ਰਹੇ ਜੋ, ਇੱਕ ਚੀਜ਼ ਨੂੰ ਛੱਡ ਰਹੇ ਜੋ, ਚੀਜ਼ਾਂ ਦੋਨੋਂ ਹੀ ਆ। ਆਪ ਮਤਲਬ ਨਾ ਤੇ ਫੜਨਾ ਹੈ ਤੇ ਨਾ ਹੀ ਛੱਡਣਾ। ਸਹਿਜ ਦਾ ਮਤਲਬ ਹੀ ਇਹੋ ਆ, ਨਾ ਉਹਨੂੰ ਫੜਨਾ ਹੈ ਨਾ ਉਹਨੂੰ ਛੱਡਣਾ ਹੈ, ਸਹਿਜ ਦੇ ਵਿੱਚ ਆ ਜਾਣਾ। ਸੁਰਤੀ ਜਦੋਂ ਆਤਮਾ ਤਾਕਤ ਚ ਸਥਿਰ ਹੋ ਜਾਂਦੀ, ਤੁਸੀਂ ਸਹਿਜ ਚ ਆ ਜਾਓਗੇ। ਨਾ ਤੇ ਤੁਸੀਂ ਇਹਨੂੰ ਫੜੋਗੇ, ਨਾ ਤੁਸੀਂ ਇਹਨੂੰ ਛੱਡੋਗੇ। ਤੁਸੀਂ ਵੇਖੋ, ਜਿਹੜਾ ਰਾਜਾ ਜਨਕ ਆ, ਉਹ ਤੇ ਰਾਜਾ, ਉਹਨੇ ਰਾਜ ਭਾਗ ਨੂੰ ਛੱਡਿਆ ਥੋੜੀ ਸੀ, ਉਹਦੇ ਉੱਤੇ ਬੈਠਾ ਰਿਹਾ, ਕਿਉਂਕਿ ਉਹਨੂੰ ਪਤਾ ਹੈ ਜੇ ਮੈਂ ਰਾਜ ਨਹੀਂ ਕਰਾਂਗਾ, ਮੈਂ ਆਪਣੀ ਡਿਊਟੀ ਨਹੀਂ ਨਿਭਾਵਾਂਗਾ, ਤੇ ਕੋਈ ਸ਼ਰਾਰਤੀ ਬੰਦਾ ਵੀ ਆ ਕੇ ਬਹਿ ਸਕਦਾ ਹੈ, ਗਲਤ ਇਸਤੇਮਾਲ ਕਰ ਸਕਦਾ ਹੈ ਸ਼ਕਤੀ ਦਾ। ਇੱਕ ਬੰਦਾ ਜਿਹੜਾ ਹੈ, ਉਹਨੇ ਰਾਜ ਦਾ ਭਾਗ ਦਾ ਤਿਆਗ ਕਰਕੇ ਜੰਗਲਾਂ ਚ ਚਲ ਗਿਆ। ਅਸਲ ਚ ਤੇ ਉਹ ਚਲਾ ਤੇ ਗਿਆ ਹੈ, ਪਰ ਉਹ ਇਹ ਨਹੀਂ ਸੋਚਦਾ ਕਿ ਜਿੱਥੇ ਤੇਰਾ ਮਨ ਜਾਊਗਾ, ਉੱਥੇ ਤੂੰ ਸਾਰਾ ਕੁਝ ਉੱਥੇ ਨਾਲ ਲੈ ਜਾਣਾ ਨੇ। ਆਪਣੇ ਜਿਹੜੇ ਦੇਖੋ, ਆਪਣੇ ਜਿੰਨੇ ਵੀ ਗੁਰੂ ਹੋਏ ਨੇ, ਉਹ ਗ੍ਰਸਤੀ ਕਿਉਂ ਹੋਏ ਨੇ? ਉਹਦਾ ਕਾਰਨ ਹੀ ਇਹੋ ਆ। ਉਹ ਕਹਿੰਦੇ ਕਿ ਜਿਹੜਾ ਤੂੰ ਬਾਣੀ ਚ ਕਹਿੰਦਾ, ਜੰਗਲ ਜੰਗਲ ਕਿਆ ਢੂੰਡੇ, ਵਣ ਕੰਡੇ ਮੋੜੇ, ਵਸੀ ਰੱਬ ਹਿਆਲੀਏ ਜੰਗਲ ਜੰਗਲ ਕਿਆ ਢੂੰਡੇ, ਇਸ ਤਰ੍ਹਾਂ ਹੁੰਦਾ। ਹਾਂ ਹਾਂ, ਤੇ ਤੁਸੀਂ ਜੰਗਲ ਚ ਜਾਏਗਾ, ਉੱਥੇ ਵਣ ਤੇ ਕੰਡੇ ਮੋੜੇ ਆ, ਪਰ ਤੂੰ ਨਹੀਂ ਮਹਿਸੂਸ ਕਰਦਾ। ਜਿੱਥੇ ਤੂੰ ਚਲਾ ਤੇ ਗਿਆ, ਮਨ ਤੇਰਾ ਤੇਰੇ ਨਾਲ ਚੱਲ ਗਿਆ। ਉਹ ਪਰਮਾਤਮਾ ਵੀ ਤੇਰੇ ਨਾਲ ਹੀ ਹੈ, ਹਿਰਦੇ ਦੇ ਵਿੱਚ ਜਿੱਥੇ ਪ੍ਰਗਟ ਹੋਣਾ ਹੈ, ਉੱਥੇ ਉਹ ਵੀ ਵਿੱਚ, ਉਹ ਵੀ ਉਹ ਜਗ੍ਹਾ ਤੇ ਹੈਗਾ। ਭਾਈ ਮੀਟਿੰਗ ਪੁਆਇੰਟ ਤਾਂ ਉੱਥੇ ਹੀ ਹੈਗਾ। ਭਾਵੇਂ ਤੂੰ ਸੰਸਾਰ ਚ ਰਹਿ, ਭਾਵੇਂ ਤੂੰ ਜੰਗਲ ਚ ਚੱਲ ਜਾ। ਬਾਣੀ ਤੇ ਇਹ ਕਹਿੰਦੀ, ਮਨ ਮੈਲੇ ਤੇ ਸਾਰਾ ਕੁਝ ਮੈਲਾ। ਮਨ ਮੈਲਾ ਵਾ ਤੇ ਸਭ ਕੁਝ ਮੈਲਾ। ਇਹ ਜਿੰਨੀ ਵੀ ਤੁਸੀਂ ਭਗਤੀ ਕਰਦੇ ਜੋ, ਇਹਦਾ ਕਾਰਨ ਇੱਕੋ ਕੇਵਲ ਹੈ ਕਿ ਮਨ ਨੂੰ ਮੈਲ ਤੋਂ ਮੁਕਤ ਕੀਤਾ ਜਾਵੇ। ਜਦੋਂ ਤੁਹਾਡਾ ਦੇਖੋ, ਮਨ ਨੂੰ ਮੈਲ ਤੋਂ ਮੁਕਤ ਕਰਨ ਦਾ ਤਰੀਕਾ ਕੀ ਆ? ਇਹਨੂੰ ਆਤਮਾ ਦਾ ਸੰਪਰਕ ਚਾਹੀਦਾ, ਔਰ ਆਤਮਾ ਦੇ ਨਾਲ ਸੰਪਰਕ ਚ ਆਉਣ ਦਾ ਕੇਵਲ ਇੱਕੋ ਤਰੀਕਾ ਹੈ, ਤੁਸੀਂ ਨਿਰਵਿਚਾਰ ਹੋ ਜਾਓ। ਜਿਵੇਂ ਜਿਵੇਂ ਤੁਸੀਂ ਉਸ ਨਿਰਵਿਚਾਰ ਅਵਸਥਾ ਦੇ ਕੰਟੈਕਟ ਚ ਆਏ, ਉਹਦੇ ਨਾਲ ਤੁਹਾਡਾ ਪਿਆਰ ਵਧਿਆ, ਤੇ ਤੁਸੀਂ ਚਿੰਬਕ ਵਾਂਗੂ ਚਿੰਬੜਨਾ ਇੱਕ ਦੂਜੇ ਨੂੰ, ਕਿਉਂਕਿ ਉਹ ਪੁਰਸ਼ ਹੈ ਤੇ ਪ੍ਰਕਿਰਤੀ ਹੈ। ਪਰ ਪ੍ਰਕਿਰਤੀ ਤੇ ਪੁਰਸ਼ ਦਾ ਮਿਲਣ ਉਦੋਂ ਹੋਊਗਾ ਜਦੋਂ ਪ੍ਰਕਿਰਤੀ ਜਿਹੜੀ ਹੈ ਪੰਜਾਂ ਤੱਤਾਂ ਨੂੰ ਵਾਪਸ ਲੀਨ ਕਰ ਦੇ। ਅਸਲ ਚ ਪ੍ਰਕਿਰਤੀ ਵੀ ਤੁਹਾਡੇ ਥਰੂ ਉੱਥੇ ਬ੍ਰਹਮ ਨੂੰ ਜਾਣਨਾ ਚਾਹੁੰਦੀ ਹੈ, ਤੇ ਭਾਵੇਂ ਬ੍ਰਹਮ ਦਾ ਹੀ ਰੂਪ ਆ, ਪਰ ਕੋਈ ਸਾਧਨ ਵੀ ਤੇ ਚਾਹੀਦਾ ਨਾ। ਕੇਵਲ ਮਨੁੱਖਾ ਹੀ ਜਨਮ ਹੈ, ਉਹਦੇ ਪਿੱਛੇ ਸਾਰੀ ਦੌੜ ਆ। ਸ਼ੁਰੂ ਚ ਤੁਹਾਨੂੰ ਪ੍ਰਕਿਰਤੀ ਰੋਕਦੀ ਆ, ਮੁੜ ਕੇ
ਜਦੋਂ ਤੁਸੀਂ ਇਹਦੀ ਮੈਗਨੇਟ ਤੋਂ, ਇਹਦੀ ਚੁੰਬਕ ਤੋਂ ਅੱਗੇ ਲੰਘ ਜਾਂਦੇ ਜੋ, ਕੁਝ ਤੁਹਾਡੇ ਅੰਦਰ ਸਤਾ ਬਣ ਜਾਂਦੀ ਹੈ, ਤੇ ਫਿਰ ਕੀ ਕਰਦੀ ਆ ਨਿੱਜਰ ਸਾਹਿਬ? ਇਹੋ ਹੀ ਪ੍ਰਕਿਰਤੀ ਤੁਹਾਡੀ ਮਦਦ ਕਰਨ ਡੈ ਪੈਂਦੀ, ਮੁੜ ਕੇ ਸਪੋਰਟ ਕਰਦੀ। ਬਿਲਕੁਲ, ਕਿਉਂਕਿ એનર્ਜੀ ਕਿੱਥੋਂ ਮਿਲਣੀ ਹੈ? ਕਬੀਰ ਸਾਹਿਬ ਨੂੰ ਵੇਖੋ, ਉਹਨਾਂ ਸੰਗਲੀਆਂ ਪਾਤੀਆਂ, ਕਈ ਕੋਈ ਕੀਤਾ, ਪ੍ਰਕਿਰਤੀ ਉਹਨਾਂ ਦੀ ਮਦਦ ਵੀ ਕਰ ਰਹੀ ਹੈ। ਕਿਉਂ ਕਰ ਰਹੀ ਹੈ? ਕਿਉਂਕਿ ਉਸ ਟਾਈਮ ਤੇ ਉਹ ਕੰਮ ਹੋਣਾ ਜ਼ਰੂਰੀ ਹੈ। ਤੇ ਜਦੋਂ ਕੋਈ ਵੱਡਾ ਮੋਟੀਵੇਸ਼ਨ ਹੋਵੇ, ਤੇ ਜਦੋਂ ਉਹਦੇ ਵਿੱਚ ਸਾਡੇ ਜਾਣ ਤੋਂ ਬਾਅਦ ਕੋਈ ਵੱਡਾ ਹੋਣਾ ਵਾ, ਤੇ ਫਿਰ ਉਹ ਪ੍ਰਕਿਰਤੀ ਸਾਨੂੰ ਕੀ ਕਰਦੀ ਆ? ਉਹ ਚੀਜ਼ ਤੋਂ ਸਾਨੂੰ ਉੱਥੋਂ ਸਟਾਪ ਕਰ ਦਿੰਦੀ, ਕਿਉਂਕਿ ਉਹਦੇ ਪਿੱਛੇ ਜਿਹੜਾ ਮੈਸੇਜ ਵੱਡਾ ਹੈ, ਔਰ ਮੈਸੇਜ ਵੱਡੇ ਨੂੰ ਡਿਲੀਵਰ ਕਰਨ ਦੇ ਲਈ ਵੱਡਾ ਐਕਸੀਡੈਂਟ ਹੋਣਾ ਬਹੁਤ ਜ਼ਰੂਰੀ ਹੈ। ਉਹਦਾ ਐਕਸੀਡੈਂਟ ਨਹੀਂ ਹੋਵੇਗਾ ਤੇ ਗੱਲ ਵੀ ਨਹੀਂ ਬਣੇਗੀ। ਆਪ ਦੇਖੋ, ਜਿਹੜਾ ਯਿਸੂ ਮਸੀਹ ਹੈ, ਜਦੋਂ ਉਹਨੂੰ ਸੂਲੀ ਤੇ ਚਾੜਿਆ ਗਿਆ, ਉਸ ਤੋਂ ਬਾਅਦ ਨਿੱਜਰ ਸਾਹਿਬ ਕਿੰਨਾ ਜ਼ਿਆਦਾ ਈਸਾਈਆਂ ਦਾ ਇੰਪੈਕਟ ਪੈ ਗਿਆ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ। ਕਾਰਨ ਕੀ ਹੈ? ਮੌਤ ਬੜੀ ਪਾਵਰਫੁਲ ਚੀਜ਼ ਹੁੰਦੀ ਹੈ। ਕੋਈ ਵੀ ਚੀਜ਼ ਜਿਹੜਾ ਵੱਡਾ ਇੰਪੈਕਟ ਕਰਦਾ, ਉਹਦੇ ਪਿੱਛੇ ਕੁਛ ਨਾ ਕੁਛ ਵੱਡਾ ਰੀਜ਼ਨ ਹੁੰਦਾ, ਔਰ ਉਹ ਰੀਜ਼ਨ ਤੁਹਾਨੂੰ ਪਤਾ ਹੀ ਹੈ ਸਾਰੇ। ਠੀਕ ਹੈ ਨਿੱਜਰ ਸਾਹਿਬ? ਆਪਾਂ ਇੱਕ ਗੋਰਖੀ ਸਾਹਿਬ, ਇੱਕ ਆਖਰੀ ਜਿਹੜਾ ਹੈਗਾ ਕਬੀਰ ਜੀ ਦਾ, ਇਸ ਤੋਂ ਅਗਲਾ ਇੱਕ ਸ਼ਲੋਕ 2 ਮਿੰਟ ਹੋਰ ਲਾਵਾਂਗਾ। ਇਹਦੇ ਵਾਸਤੇ ਦੇਖੋ, ਹੁਣ ਇਹਨਾਂ ਨੇ ਜਿਹੜਾ ਹੈਗਾ ਗੁਰਸਿੰਘ ਸੀਗੇ ਸ਼ਾਇਦ, ਨਾਮ ਮੈਨੂੰ ਪਤਾ ਨਹੀਂ, ਗੁਰਸਿੰਘ ਹੀ ਹੈ ਸ਼ਾਇਦ, ਤੇ ਗੁਰਮੀਤ ਸਿੰਘ। ਓਕੇ ਜੀ, ਗੁਰਮੀਤ ਜੀ। ਆਪਣੇ ਜਿਹੜੇ ਹੈ ਨਾ, ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ। ਆ ਦੇਖੋ ਹੁਣ, ਕਹਾਣੀ ਪੀੜ ਤੇ, ਕਿ ਕਹਾਣੀ ਕੀ ਹੁੰਦੀ ਹੈ ਭਾਈ? ਕੋਲੂ ਦਾ ਬਲਦਿਆ ਚੱਲੀ ਜਾ ਰਿਹਾ। ਆਪਾਂ ਵੀ ਦੇਖ ਲਓ ਭਾਈ, ਚੱਕਰਾ ਜਿਹੜਾ ਜਨਮ ਮਰਨ ਦਾ ਗੇੜਾ ਚੱਲੀ ਜਾ ਰਿਹਾ, ਔਰ ਜੂਨਾਂ ਦੇ ਵਿੱਚ ਜਾ ਕੇ ਆਪਾਂ ਕਹਾਣੀਆਂ ਪੀੜ ਰਹੇ ਹਾਂ। ਬਸ ਸਿਰ ਤੇ ਪੰਜਾਲੀ ਲੱਗੀ ਹੋਈ ਹੈ, ਚੱਲੀ ਜਾ ਰਹੇ ਹਾਂ ਬਸ। ਇਸੇ ਤਰੀਕੇ ਦੇ ਨਾਲ ਦੁੱਖਾਂ ਸੁੱਖਾਂ ਦੇ ਵਿੱਚ ਜਿਹੜਾ ਜੀਵਨ ਆਪਣਾ ਜਾਈ ਜਾ ਰਿਹਾ, ਕੋਈ ਸਾਈਕਲ ਤੋੜਨ ਵਾਲਾ ਹੀ ਨਹੀਂ ਹੈਗਾ। ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ। ਆ ਗਿਆਨ ਸਤਿਗੁਰੂ ਜਿਹੜਾ ਹੈਗਾ, ਇਹੀ ਛਡਾ ਸਕਦਾ ਹੈ ਭਾਈ। ਜੋ ਇਹ ਕਹਿ ਰਿਹਾ, ਜੋ ਗਿਆਨ ਕਹਿ ਰਿਹਾ ਆ, ਉਹਦੇ ਆਪਾਂ ਜਿਹੜੇ ਹੈਗੇ, ਜੇ ਇਹਨੂੰ ਲੈ ਕੇ ਇਹਦੇ ਅਨੁਸਾਰ ਜਿਹੜਾ ਹੈਗਾ ਆਪਾਂ ਨੇ ਜਿਹੜਾ ਹੈਗਾ ਆਪਣੇ ਆਪ ਨੂੰ ਘੜਨਾ ਸ਼ੁਰੂ ਕਰ ਦਿੱਤਾ, ਤੇ ਆਪਾਂ ਛੁੱਟ ਸਕਦੇ ਹਾਂ। ਤੇ ਪਿੱਛੇ ਜਿਹੜਾ ਹੈਗਾ, ਜੇ ਆਪਾਂ ਨੇ ਕੁਛ ਪਿੱਛੇ ਵੀ ਭਗਤੀ ਕੀਤੀ ਹੈ, ਜਾਂ ਪਿੱਛੇ ਵੀ ਕੁਛ ਹੈਗਾ ਆਪਣਾ, ਉਹ ਵੀ ਪ੍ਰਗਟ ਹੋ ਜਾਣਾ ਹੈ। ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ, ਪਿਛਲੀ ਵੀ ਤੇਰੀ ਜਿਹੜੀ ਹੈਗੀ ਉਹ ਵੀ ਐਡ ਹੋ ਜਾਣੀ ਹੈ ਭਾਈ। ਜੇ ਕਿਤੇ ਜਿਹੜਾ ਹੈਗਾ ਤੈਨੂੰ ਆ ਬ੍ਰਹਮ ਗਿਆਨ ਜਿਹੜਾ ਹੈਗਾ, ਜੇ ਇਹਦੇ ਤੇਰੇ ਅੰਦਰ ਘਰ ਕਰ ਜਾਏ, ਇਹਦੇ ਨਾਲ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਇਹਦੇ ਉੱਤੇ ਸ਼ਰਧਾ ਆ ਜਾਏ, ਜੇ ਇਹਨੂੰ ਇਸ ਤਰ੍ਹਾਂ ਹੀ ਲੰਘਾ ਦੇਗਾ, ਤੇ ਜਿਹੜਾ ਹੈਗਾ ਫਿਰ ਕੋਈ ਗੱਲ ਬਣਨ ਵਾਲੀ ਨਹੀਂ ਹੈਗੀ ਭਾਈ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ। ਹੁਣ ਕੋਲੂ ਦਾ ਬੈਲ ਆ, ਜਦੋਂ ਉੱਥੇ ਪਹੁੰਚ ਜਾਂਦਾ ਹੈ, ਸਾਰੀ ਜ਼ਿੰਦਗੀ ਚੱਲਦਾ, ਪਰ ਪਹੁੰਚਦਾ ਨਹੀਂ ਕਿਤੇ। ਉਹ ਕਿਉਂ? ਉਹ ਸਰਕਲ ਚ ਘੁੰਮ ਰਿਹਾ। ਬਸ ਐਵੇਂ ਹੀ ਆਪਾਂ ਘੁੰਮ ਰਹੇ। ਆਪਾਂ ਵੀ ਉਹ ਖੂਹ ਦੀਆਂ ਟਿੰਡਾਂ ਵਾਂਗੂ ਲੱਗਦਾ, ਤੇ ਆਪਾਂ ਬਹੁਤ ਤੁਰਦੇ ਫਿਰਦੇ ਹਾਂ, ਪਰ ਪਹੁੰਚਦੇ ਨਹੀਂ ਆਪਾਂ ਕਿਤੇ। ਇਨਸਾਨ ਦੇਖੋ, ਤੁਸੀਂ ਬਹੁਤ ਚੱਲੇ, ਪਹੁੰਚੇ ਕਿਤੇ ਵੀ ਨਹੀਂ ਪਹੁੰਚੇ। ਔਰ ਬੰਦਾ ਇਸੇ ਤਰ੍ਹਾਂ ਤੁਰਦਾ ਰਹਿੰਦਾ, ਪਰ ਆਖਰ ਦੇ ਵਿੱਚ ਹੀ ਸੋਚਦਾ ਨਹੀਂ ਕਿ ਤੂੰ ਆਇਆ ਤੇ ਖਾਲੀ ਹੱਥ ਸਾਂ, ਜਾਣਾ ਵੀ ਤੂੰ ਖਾਲੀ ਹੱਥ ਆ। ਜੇ ਤੂੰ ਜਾਣਾ ਹੀ ਆ ਖਾਲੀ ਹੱਥ, ਤੇ ਫਿਰ ਕੁਝ ਏਦਾਂ ਦਾ ਕੰਮ ਨਾ ਕਰਕੇ ਜਾ ਜਿਹਦੇ ਨਾਲ ਜਦੋਂ ਤੂੰ ਜਾਣਾ ਹੈ, ਤੇਰੇ ਦਿਲ ਤੇ ਬੋਝ ਨਾ ਪਵੇ। ਤੇ ਬੰਦਾ ਤਾਂ ਕੋਈ ਕਰਮ ਵਾਲਾ ਹੀ ਹੋਊਗਾ ਜਿਹੜਾ ਏਦਾਂ ਦਾ ਜੀਵਨ ਬਤੀਤ ਕਰੇ ਜਿਹਦੇ ਦਿਲ ਤੇ ਬੋਝ ਨਾ ਪਵੇ। ਮੋਸਟਲੀ ਆਪਾਂ ਸਾਰੇ ਉਦਾਂ ਦਾ ਜੀਵਨ ਬਤੀਤ ਕਰਦੇ ਹਾਂ। ਆਪਾਂ ਫਿਰ ਉਹ ਬੋਝ ਤੇ ਹੈਗਾ ਹੀ, ਮਨ ਤੇ ਰਹਿੰਦਾ ਹੀ ਆ। ਤੇ ਆਪਾਂ ਇਹੋ ਕੋਸ਼ਿਸ਼ ਕਰਨੀ ਆ ਕਿ ਕੋਲੂ ਤੇ ਬੈਲ ਨਹੀਂ ਬਣਨਾ। ਉਹ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ, ਬਹੁਤ ਵਸਾਏ। ਮੈਨੂੰ ਪਤਾ ਲੱਗ ਗਿਆ ਵਾ, ਇਹ ਤੇ ਸੂਈ ਹੈ, ਸੂਈ ਵਾਂਗੂ ਚੱਲਣ ਤੇ ਦਿਆਂ, ਘੁੰਮਣ ਮੈਂ ਉੱਥੇ ਦਿਆਂ ਵਾ, ਮੈਂ ਕਿਤੇ ਨਹੀਂ ਜਾ ਰਿਹਾ। ਫਿਰ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਗਰਭ में आए। नहीं, सतगुरु इस तरह होंदा, जब हम सतगुरु मतलब बई गुरु ਦੇ ਘਰ ਪੈਦਾ ਹੋ ਗਏ ਜਦ ਅਸੀਂ, ਤਦ ਦੀ ਗੱਲ ਹੈ। ਇਹਦਾ ਅਰਥ ਇਹ ਹੈਗੇ
ਜਦ ਮੈਂ ਗੁਰੂ ਦੇ ਘਰ ਜਨਮ ਲੈ ਲਿਆ, ਮੈਨੂੰ ਗਿਆਨ ਹੋ ਗਿਆ, ਸਤਿਗੁਰੂ ਮਿਲ ਗਿਆ ਮੈਨੂੰ, ਤੇ ਤਾਂ ਜਿਹੜਾ ਮੈਂ ਛੁੱਟਿਆ ਇਸ ਸਾਈਕਲ ਤੋਂ। जब हम राम गर्भ होए हाँ, राम गर्भ होया है, जब हम राम गर्भ होए। बिल्कुल ठीक है। ਸੁਰਿੰਦਰ ਜੀ ਮਾਈਕ ਬੰਦ ਕਰ ਦਿਓ। ਤੇ ਫਿਰ ਜਦੋਂ ਗਿਆਨ ਹੋ ਗਿਆ, ਫਿਰ ਪਤਾ ਲੱਗਾ ਕਿ ਨਹੀਂ, ਕਿ ਮੈਂ ਪਹਿਲਾਂ ਵੀ ਕਰ ਚੁੱਕਿਆ। ਫਿਰ ਉਹ ਕੀ ਕਹਿੰਦੇ ਆ, ਜਦੋਂ ਤੁਸੀਂ ਇਹਨਾਂ ਮਨ 'ਚ ਇੱਕ ਵਿਚਾਰ ਕੀਤਾ, ਦੇਖੋ ਤੁਸੀਂ ਆਪਣੇ ਆਪ ਨੂੰ ਜੇਕਰ ਮੋੜਨਾ ਵੀ ਹੈ ਨਾ, ਤੁਹਾਨੂੰ ਆਪਣੇ ਵਿਚਾਰਾਂ ਨਾਲ ਹੀ ਮੋੜਨਾ ਪਊਗਾ। ਸ਼ੁਰੂਆਤ ਮਨ ਮਾਨਿਆ ਤੇ ਹਰ ਜਾਣਿਆ, ਕਿਉਂਕਿ ਮਨ ਨੂੰ ਮਨਾਉਣਾ ਬੜਾ ਔਖਾ। ਮਨ ਨੂੰ ਹੀ ਮਨ ਨੇ ਮਾਰਨਾ ਹੈ, ਮਨ ਨੂੰ ਹੀ ਮਨ ਨੇ ਜਿੱਤਣਾ ਹੈਗਾ, ਬਸ ਗੱਲ ਤਾਂ ਆਇਆ। ਮਨ ਨੂੰ ਮਨਾਉਣਾ ਬੜਾ ਔਖਾ। ਮਨ ਮੰਨਦਾ ਹੈ, ਮਨ ਨਹੀਂ ਮੰਨਦਾ, ਪਰ ਉਹ ਇੱਕ ਦਿਨ ਮੰਨੇਗਾ। ਬਸ ਇੱਕੋ ਜਗ੍ਹਾ ਤੇ ਬਹਿ ਕੇ ਧਿਆਨ ਸਿਮਰਨ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ। ਜੇ ਤੇ ਆਪਾਂ ਵਿਮਲ ਕੀਰਤੀ ਆ, ਫਿਰ ਤੇ ਗੱਲ ਖਤਮ ਹੋ ਗਈ। ਫਿਰ ਤੇ ਉਹ ਬਾਣੀ ਤੇ ਕਹਿੰਦੀ ਝੂਠ ਨਾ ਬੋਲ, ਤੇ ਝੂਠ ਨਾ ਬੋਲਣਾ ਬੰਦ ਕਰ ਦੋ। ਬਾਣੀ ਕਹਿੰਦੀ ਸੱਚ ਬੋਲੋ, ਤੁਸੀਂ ਸੱਚ ਬੋਲਣਾ ਸ਼ੁਰੂ ਕਰ ਦੋ। ਬਾਣੀ ਕਹਿੰਦੀ ਚੋਰੀ ਨਾ ਕਰ, ਤੁਸੀਂ ਚੋਰੀ ਕਰਨੀ ਬੰਦ ਕਰ ਦੋ। ਬਾਣੀ ਕਹਿੰਦੀ ਇਮਾਨਦਾਰੀ ਨਾਲ ਜੀਵਨ ਬਤੀਤ ਕਰੋ, ਤੇ ਤੁਸੀਂ ਤੇ ਬ੍ਰਹਮ ਗਿਆਨੀ ਹੋ ਗਏ। ਬਿਲਕੁਲ ਹੋ ਗਏ ਜੀ, ਬਿਲਕੁਲ ਠੀਕ ਹੈ। ਤੇ ਜੇ ਨਹੀਂ ਪੱਲੇ ਕੁਝ ਹੈਗਾ ਮੇਰੇ ਵਰਗੇ ਦੇ, ਕੇਵਲ ਗੱਲਾਂ ਹੀ ਕਰਨ ਜੋਗਾ ਵਾ, ਫਿਰ ਮੈਨੂੰ ਭਗਤੀ ਦਾ ਹੀ ਸਹਾਰਾ ਲੈਣਾ ਪੈਣਾ, ਕਿਉਂਕਿ ਉਹ ਗਿਆਨ ਮਾਰਗ, ਕਰਮ ਮਾਰਗ ਤੇ ਭਗਤੀ ਮਾਰਗ। ਫਿਰ ਭਗਤੀ ਦੀ ਲੋੜ ਹੀ ਨਹੀਂ ਆ, ਤੁਸੀਂ ਗਿਆਨ ਪ੍ਰਾਪਤ ਕਰੋ ਤੇ ਕਰਮ ਸਿੱਧੇ ਕਰ ਲਓ। ਪਰ ਇੰਨੀ ਜ਼ਰੂਰਤ ਸਾਰਿਆਂ 'ਚ ਹੁੰਦੀ ਨਹੀਂ ਆ। ਬਾਣੀ ਤੇ ਕਹਿੰਦੀ ਜਾਨਤ ਵੀ ਔਗਣ ਕਰੇ, ਤੁਹਾਨੂੰ ਪਤਾ ਹੈ, ਹੱਥ ਦੀਪਕ ਕੂਏ ਪੈਰ ਧਰੇ। ਹਾਂ, ਕੂਏ ਪਰੇ ਕਾਹੇ ਕੀ ਕੁਸ਼ਲਾਤ, ਬਿਲਕੁਲ ਸਹੀ ਗੱਲ ਹੈ। ਆਹ ਇਹਦਾ ਮਤਲਬ ਜਾਨਤ, ਇਹਦਾ ਮਤਲਬ ਜਾਨਤ ਵੀ ਔਗਣ ਕਰਦਾ ਹੈ। ਬਿਲਕੁਲ ਕਰਦਾ ਹੈ ਜੀ। ਫਿਰ ਕੀ ਕਰੋਗੇ ਦੱਸੋ? ਫਿਰ ਇਹਨੂੰ ਭਗਤੀ ਮਾਰ ਕੇ ਜਾਣਾ ਪੈਣਾ। ਬਿਲਕੁਲ, ਇਹਦੀ ਵਾਦ ਦੀ ਗੱਲ ਨਹੀਂ ਹੈ। ਜਾਨਤ ਵੀ ਔਗਣ ਕਰਦੇ ਆ। ਇੱਕ ਤੇ ਨਹੀਂ ਪਤਾ ਮੇਰੇ ਵਰਗੇ ਨੂੰ ਕਿ ਮੈਂ ਸ਼ਰਾਬ ਪੀਵਾਂ, ਇੱਕ ਬੰਦੇ ਨੂੰ ਪਤਾ ਵੀ ਹੈ ਕਿ ਮੇਰੀ ਕਿਡਨੀ ਖਰਾਬ ਹੋਈ, ਮੇਰਾ ਲੀਵਰ ਖਰਾਬ ਹੋਏ ਨਾ, ਤੂੰ ਫਿਰ ਵੀ ਪੀਵੇ, ਤੇ ਫਿਰ ਕੀ ਕੀਤਾ ਜਾਵੇ? ਔਖਾ ਕੰਮ ਹੈ। ਇਸੇ ਕਰਕੇ ਕਹਿੰਦੇ ਭਗਤੀ ਕਰ, ਕਿਉਂਕਿ ਤੁਹਾਡੇ ਕੋਲ ਪਾਵਰ ਨਹੀਂ ਗਈ, ਸ਼ਕਤੀਹੀਨ ਜੋ ਤੁਸੀਂ, ਕਿਉਂਕਿ ਉੱਥੇ ਬਹੁਤ ਵਜਨ ਪਾਤਾ ਹੈ, ਕਮਜ਼ੋਰ ਕਰਦੀ ਆ। ਪਰ ਜਦੋਂ ਉਹ ਪ੍ਰਗਟ ਹੋ ਗਈ ਨਾ, ਫਿਰ ਦੂਜੀਆਂ ਆਵਾਜ਼ਾਂ ਸਾਰੀਆਂ ਸ਼ਾਂਤ ਹੋ ਗਈਆਂ, ਇਕੱਲੀ ਇੱਕੋ ਆਵਾਜ਼ ਰਹਿਣੀ ਆ। ਤੇ ਇਸ ਕਰਕੇ ਫਿਰ ਤੇ ਬ੍ਰਹਮੀ ਰਹਿ ਗਿਆ। ਅੱਜ ਦੀ ਵਿਚਾਰ ਇੱਥੇ ਸਮਾਪਤ। ਬਹੁਤ ਵਧੀਆ ਵਿਚਾਰ ਹੈ ਜੀ, ਬਹੁਤ ਵਧੀਆ ਹੈ। ਬਿਲਕੁਲ ਆਪਣੇ ਅੰਦਰ ਵਸੇ, ਔਰ ਆਪਣਾ ਜਿਹੜਾ ਹੈਗਾ ਇਹ ਜੋ ਮਾਲਕ ਨੇ ਜਿਹੜਾ ਇੰਨਾ ਕੀਮਤੀ ਜੀਵਨ ਦਿੱਤਾ, ਇਹਨੂੰ ਆਪਾਂ ਜਿਹੜੇ ਹੈਗੇ ਆ, ਇਹਨੂੰ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਆਪਣਾ ਟਾਰਗੇਟ ਅਚੀਵ ਕਰ ਸਕੀਏ। ਇਹੀ ਜਿਹੜੀ ਹੈਗੀ ਆ ਸਾਰੀ ਜਿਹੜੀ ਹੈਗੀ ਆਪਾਂ ਜੋ ਉਪਰਾਲਾ ਕਰ ਰਹੇ ਹਾਂ ਸੰਗਤ ਦੇ ਰੂਪ 'ਚ, ਇਹੀ ਸਾਡਾ ਮਕਸਦ ਹੈਗਾ ਭਾਈ। ਹੋਰ ਸਾਡੀਆਂ ਕੋਈ ਜਿਹੜੀਆਂ ਹੈਗੀਆਂ ਇਹਦੇ ਵਿੱਚ ਕੁਛ ਨਹੀਂ ਹੈਗਾ। ਅਸੀਂ ਵੀ ਯਾਤਰਾ ਦੇ ਉੱਤੇ ਹੀ ਹੈਗੇ ਹਾਂ, ਸੈਂਕੜੋ ਜਿਹੜੀਆਂ ਕਮੀਆਂ ਹੈਗੀਆਂ, ਪਰ ਇਸੇ ਤਰੀਕੇ ਦਾ ਸੰਗਤ ਦੇ ਨਾਲ ਲੱਗ ਕੇ ਜਿਹੜਾ ਹੈ, ਸੰਗਤ ਦੇ ਵਿੱਚ ਹੀ ਜਿਹੜਾ ਹੈਗਾ ਇਹ ਰੋਡ ਦੇ ਵਿੱਚ ਰੁੜੇ ਜਾਵਾਂਗੇ ਭਾਈ। ਜੇ ਇਕੱਲੇ ਰਹਿ ਗਏ ਤੇ ਭਾਈ ਕੀ ਪਤਾ ਜਿਹੜਾ ਹੈ ਕਿੱਥੇ ਜਿਹੜਾ ਹੈਗਾ, ਨਾ ਕੋਈ ਚੱਕਣ ਵਾਲਾ ਤੇ ਨਾ ਕੋਈ ਕੁਛ ਸੇਧ ਦੇਣ ਵਾਲਾ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਕਹਿੰਦੇ ਆ ਕਿ ਨਿਹੰਗਾਂ ਦੇ ਬਾਟੇ ਵਾਂਗੂ ਮਾਂਝੋ ਇਹਨੂੰ। ਹਾਂ, ਇਹ ਮਨ ਨੂੰ ਮਾਂਝਣ ਦਾ ਇੱਕ ਤਰੀਕਾ ਹੈ, ਤੁਸੀਂ ਕੇਵਲ ਕਥਾ ਸੁਣੋ, ਆਪੇ ਹੀ ਮਾਂਝਿਆ ਜਾਣਾ। ਕੋਈ ਸ਼ਰਾਈ ਨਹੀਂ ਹੈਗਾ, ਇੰਟੈਲੀਜੈਂਟ ਬਹੁਤ ਹੈ, ਪਰ ਹਜੇ ਬੁਰੀ ਚੀਜ਼ ਪ੍ਰਗਟ ਹੋਈ ਹੈ, ਚੰਗੀ ਚੀਜ਼ ਨੱਪੀ ਆ। ਚੰਗੀ ਚੀਜ਼ ਉਹ ਪ੍ਰਗਟ ਹੋ ਜਾਊਗੀ ਜੇ ਤੁਸੀਂ ਭਗਤੀ ਕਰੋ ਤੇ ਸੰਗਤ ਕਰੀ ਜਾਓ, ਆਪਣੇ ਆਪ ਹੀ ਪ੍ਰਗਟ ਹੋ ਜਾਏ। ਕੁਛ ਕਰਨ ਦੀ ਲੋੜ ਨਹੀਂ, ਟੈਨਸ਼ਨ ਦੀ ਕੋਈ ਟੈਨਸ਼ਨ ਨਹੀਂ ਲੈਣੀ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਬੇਟੇ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਮਿੱਤਰ ਗਰੀਬ ਨਵਾਜ਼, ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ, ਬਾਣੀ ਦੇ ਵਿੱਚ ਅੱਖਰਾਂ ਦਾ ਅਰਥ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਸ਼ੁਭ ਇਛਾਵਾਂ ਦੀ ਪੂਰਤੀ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਸਾਧ ਸੰਗਤ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।